ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਸ ਮੈਂ ਪਹਿਲਾਂ ਟੈਸਟ ਕਰਨਾ ਕਿਉਂਕਿ ਮਾੜੀ ਜਿਹੀ ਪ੍ਰੋਬਲਮ ਆ ਰਹੀ ਹੈ ਇੱਥੇ ਅੱਜ ਲਾਈਵ ਕਰਨ ਦੀ। ਵੀ ਲਾਈਵ ਆ ਰਿਹਾ ਕਿ ਜੇ ਤੁਹਾਨੂੰ ਸੁਣਦਾ ਤੇ ਤੁਸੀਂ ਮਾੜਾ ਜਿਹਾ ਇੱਥੇ ਟਾਈਪ ਕਰ ਦਿਓ। ਹਾਂਜੀ ਲੱਗ ਗਿਆ ਪਤਾ। ਤੇ ਅੱਜ ਉਹੀ ਆ ਗੱਲ ਕਰਨੀ ਆ ਜੋ ਕਿਉਂਕਿ ਹੁਣ ਜਿਹੜੀ ਕਰੋਨਾ ਵਾਇਰਸ ਇੱਕ ਬਿਮਾਰੀ ਆ, ਤੁਹਾਨੂੰ ਪਤਾ ਕਿੰਨੀ ਜ਼ਹਿਰੀਲੀ ਬਿਮਾਰੀ ਆ। ਤੇ ਇੱਕ ਸਾਡੇ ਪੰਜਾਬੀ ਤੇ ਸਾਡੇ ਸਿੱਖ ਭਰਾ ਜਿਹੜੇ ਦੁਕਾਨਦਾਰ ਆ, ਇੱਕ ਉਹਨਾਂ ਨੂੰ ਬਿਮਾਰੀ ਲੱਗੀ ਉਹ ਬਿਮਾਰੀ ਹੈਗੀ ਲਾਲਚ ਦੀ। ਇੱਕ ਪਾਸੇ ਅਸੀਂ ਦੁਨੀਆ ਦੇ ਜਾ ਕੇ ਰਿਫਿਊਜੀਆਂ ਨੂੰ, ਭੁੱਖਿਆਂ ਨੂੰ ਪ੍ਰਸ਼ਾਦੇ ਲੰਗਰ ਲਾ ਰਹੇ ਹਾਂ। ਦੂਜੇ ਪਾਸੇ ਤੁਸੀਂ ਜਿਹੜੇ ਦੁਕਾਨਦਾਰ ਹੈਗੇ ਲਾਲਚੀ ਜਿਹੜੇ ਨਿਕਲੇ ਆ, ਬਿਲਕੁਲ ਚੰਗੇ ਵੀ ਹੈਗੇ ਆ ਪਰ ਬਹੁਤ ਲਾਲਚੀ ਨਿਕਲੇ ਆ। ਬਿਲਕੁਲ ਕੁੱਤੇ ਦੀਆਂ ਪੂਛਾਂ ਕਹਿ ਲਓ, ਕਿਉਂਕਿ ਤੁਸੀਂ ਹੁਣ ਜਿਹੜੇ ਆਟੇ ਦੇ ਡਬਲ ਤੋਂ ਉੱਪਰ ਕਰ ਦਿੱਤਾ ਪ੍ਰਾਈਸਾਂ। ਮੈਂ ਦੇਖੀਆਂ ਕਿ ਇੱਥੇ ਦਵਾਈ, ਬੱਚਿਆਂ ਦੀ ਦਵਾਈ ਆ, ਇਹਨੂੰ ਕੈਲਪੋ ਕਹਿੰਦੇ। ਆਪਣੇ ਦੁਕਾਨਦਾਰ ਨੇ ਪਤਾ ਨਹੀਂ 25 ਜਾਂ 20-25 ਪਾਉਂਡ ਦੀ ਇੱਕ ਨਿੱਕੀ ਜਿਹੀ ਬੋਤਲ ਆਈ ਹੈ ਦਵਾਈਆਂ ਬੱਚਿਆਂ ਦੀ, ਜਿਹੜੇ ਬੱਚਿਆਂ ਦੀ ਹੁੰਦੀ ਦਵਾਈ, ਜਿਹੜੀ ਬੱਚਿਆਂ ਦੀ ਜ਼ਰੂਰ ਹੁੰਦੀ, ਪੇਨ ਕਿਲਰ ਕੈਲਪੋ। ਮੈਂ ਕੈਨੇਡਾ ਅਮਰੀਕਾ 'ਚ ਦੇਖਿਆ ਜਿੱਥੇ ਬਈ ਆਟੇ ਦਾ ਹੁਣ ਜਿਹੜਾ ਬਈ $8-9 ਦਾ, $10 ਦਾ, $20-30-$40 ਦਾ ਕਰ ਦਿੱਤਾ। ਕੈਨੇਡਾ ਵੀ ਤੁਸੀਂ ਪਤਾ ਨਹੀਂ ਕੋਈ ਅੰਤ ਨਹੀਂ ਗਾ। ਤੁਸੀਂ ਸੋਚੋ ਜਿਹੜੀ ਇੱਕ ਕੌਮ ਆ ਜਿਹੜੀ ਸਰਬੱਤ ਦਾ ਭਲਾ ਮੰਗਦੀ ਆ, ਚਲੋ ਤੁਸੀਂ ਕਹਿ ਲਓ ਬਈ 20% ਲਾ ਲਿਆ, ਉੱਪਰ ਵਾਧੂ ਕਰਤਾ, 25% ਲਾਤਾ, ਚਲੋ ਠੀਕ ਆ। ਜੋ ਆਪਣਾ ਤੁਸੀਂ ਹੋਰ ਨਫਾ ਬਣਾ ਲਓ। ਜੇ ਤੁਹਾਨੂੰ ਪਿੱਛੋਂ ਪ੍ਰਾਈਸਾਂ ਨਹੀਂ ਇਨਕਰੀਜ਼ ਹੋ ਰਹੀਆਂ, ਵੱਧ ਰਹੀਆਂ, ਤੇ ਤੁਸੀਂ ਜਾ ਕੇ ਦੁਕਾਨਾਂ ਦੇ ਵਿੱਚ ਉਹ ਪ੍ਰਾਈਸਾਂ ਨੂੰ ਤੁਸੀਂ ਇੱਦਾਂ ਤਹਿ ਲਾ ਦਿੱਤੀ ਆ ਸੰਗਤ ਦੀ, ਲੋਕਾਂ ਦੀ, ਭਈ ਜਿਹੜੇ ਭਈ ਆਮ ਬੰਦੇ ਜਿਹੜੇ ਭਈ ਆਟਾ ਖਰੀਦਣ ਜਾਂਦੇ ਪਰਿਵਾਰਾਂ ਨਾਲ ਪਹਿਲਾਂ ਧੱਕੇ ਖਾਂਦੇ ਆ, ਫਿਰ ਤੁਸੀਂ ਜਾ ਕੇ ਉਹਨਾਂ ਦੀਆਂ ਪ੍ਰਾਈਸਾਂ ਉੱਪਰ ਕਰ ਦਿੱਤੀਆਂ। ਅਸੀਂ ਇਸ ਵੇਲੇ ਖਾਲਸਾ ਕੈਨੇਡਾ ਵਿੱਚ, ਅਮਰੀਕਾ ਵਿੱਚ, ਪੰਜਾਬ, ਇੰਡੀਆ ਵਿੱਚ, ਇੰਗਲੈਂਡ ਦੇ ਵਿੱਚ ਵੀ ਅਸੀਂ ਆਪ ਖਾਣਾ ਖਰੀਦ ਕੇ ਬਾਕਸਾਂ 'ਚ ਪਾ ਰਹੇ ਹਾਂ। ਕੱਲਾ ਬਾਕਸ ਜਿਹੜਾ ਵੀ ਵਿਚਾਰਾ ਇਸ ਵੇਲੇ ਬਜ਼ੁਰਗ ਆ, ਕਰੋਨਾ ਵਾਇਰਸ ਕਰਕੇ ਬਾਹਰ ਨਹੀਂ ਜਾ ਸਕਦੇ, ਜਿਹੜਾ ਕੋਈ ਵਿਚਾਰਾ ਬਿਮਾਰ ਆ, ਜਿਹਨੂੰ ਮੈਂਟਲ ਹੈਲਥ ਆ, ਅਸੀਂ ਉਹਨੂੰ ਦੇ ਰਹੇ ਹਾਂ ਫ੍ਰੀ ਆਫ ਚਾਰਜ। ਅਸੀਂ ਕੀ ਕਰ, ਸਾਡੇ ਦੁਕਾਨਦਾਰ ਕੀ ਕਰ ਰਹੇ ਹੋ? ਬਿਲਕੁਲ ਸਤਿਆਨਾਸ਼। ਅਸੀਂ ਪਿਛਲੇ 3-4 ਮਹੀਨੇ ਵਿੱਚ ਇਰਾਕ ਦੇ ਵਿੱਚ ਜਿਹੜੇ ਕੋਈ ਰਿਫਿਊਜੀ ਆਏ ਸੀਗੇ, $1.5 ਲੱਖ ਦਾ ਚੌਲ ਖਰੀਦ ਕੇ ਵੰਡੇ 1 ਲੱਖ ਤੋਂ 100-115 ਟਨਸ। ਤੇ ਦੂਜੇ ਪਾਸੇ ਅਸੀਂ ਹੁਣ ਮੈਂ ਦੇਖਦਾ ਬੜਾ ਵੀ ਦਿਲ ਦੁਖਦਾ ਵੀ ਸਾਡੇ ਦੁਕਾਨਦਾਰਾਂ ਨੇ, ਪਹਿਲਾਂ ਇੱਕ ਹੁੰਦੀ ਸੀਗੀ ਇੱਥੇ ਇੱਕ ਦੁਕਾਨ ਹੈਗੀ ਆ ਇੱਥੇ ਇੰਗਲੈਂਡ 'ਚ, ਉਹਦਾ ਨਾਂ ਕਿਸੇ ਆਪਣੇ ਸਿੰਘ ਕਰ ਰਿਹਾ, ਲੌਂਡਿਸ ਆ ਕੋਈ, ਉਹਦਾ ਪਤਾ ਨਹੀਂ ਕਿਹੜਾ, ਚੇਤਾ ਭੁੱਲ ਗਿਆ ਨਾ। ਉਹਨੇ ਨੋਟਿਸ ਲਾਇਆ ਆ, ਅਸੀਂ ਸਿੱਖਿਆ, ਅਸੀਂ ਪੰਜਾਬੀਆਂ, ਅਸੀਂ ਪ੍ਰਾਈਸ ਨਹੀਂ ਵਧਾ ਰਹੇ। ਜਿਹੜਾ ਕੋਈ ਬਜ਼ੁਰਗ ਆ, ਜਿਹੜਾ ਕੋਈ ਬਿਮਾਰ ਆ ਸਾਡੇ ਕਮਿਊਨਿਟੀ ਵਿੱਚ, ਸਾਨੂੰ ਮਿਲੋ ਆ ਕੇ, ਤੇ ਅਸੀਂ ਉਹ ਤੁਹਾਡੇ ਘਰ ਵੀ ਛੱਡ ਕੇ ਆਵਾਂਗੇ ਸਾਰਾ ਕੁਛ, ਤੇ ਪ੍ਰਾਈਸ ਵੀ ਨਹੀਂ ਅਸੀਂ ਵਧਾਉਣੀ। ਅੱਜ ਥਾਂ ਦੇਖਦੇ ਹਾਂ ਭਈ ਕਿੰਨਾ ਲਾਲਚ। ਹਾਲ ਤੱਕ ਬਿਮਾਰੀ ਇੰਗਲੈਂਡ ਦੇ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ ਤਾਂ ਕਹਿੰਦਾ ਸ਼ੁਰੂ ਹੋਈ ਆ। ਇਟਲੀ ਵਿੱਚ ਤਾਂ ਬਹੁਤ ਬੁਰਾ ਹਾਲ। ਇਟਲੀ ਵਿੱਚ ਤਾਂ ਦੇਖੋ ਹੁਣ ਮੇਰੇ ਖਿਆਲ ਜਿੰਨੇ ਬੰਦੇ ਕਰੋਨਾ ਵਾਇਰਸ ਕਰਕੇ ਇਟਲੀ 'ਚ ਮਰ ਗਏ ਆ, ਉਹਨੇ ਚੀਨ 'ਚ ਵੀ ਨਹੀਂ ਮਰੇ। ਪਰ ਤੁਸੀਂ ਜਿਹੜੇ ਦੁਕਾਨਦਾਰ ਆ, ਜਿਹੜੇ ਭਈ ਇਸ ਵੇਲੇ ਜਿਹੜੇ ਭਈ ਕਈ ਬੰਦੇ ਹੈਗੇ ਆ ਜਿਹੜੇ ਆਪਣੇ ਹੁਣ ਡਰ ਆ ਮੇਰਾ ਕੰਮ ਨਾ ਗਵਾਚ ਹੋ ਜਾਵੇ। ਕੋਈ ਜੋਬ, ਕਿਸੇ ਦੀ ਕੋਈ ਜੋਬ ਵੀ ਜਾ ਸਕਦੀ, ਕਿੰਨੀਆਂ ਜੋਬਾਂ ਜਾਊਗੀਆਂ। ਕਈ ਗਰੀਬ ਵੀ ਆ, ਕਈ ਬੰਦੇ ਆਪਣੇ ਗਰੀਬੀ, ਇੰਨੀ ਗਰੀਬੀ ਆ, ਉਹ ਆਪਣੇ ਘਰ ਦੇ ਵਿੱਚ ਤੇ ਅਸੀਂ ਕਹਿੰਦੇ ਜਾ ਕੇ ਚਲੋ 2 ਬੈਗ ਲੈ ਆਓ ਜਾਂ ਕੋਈ ਵਾਧੂ ਖਾਣਾ ਲੈ ਆਓ, ਵਾਧੂ ਖਾਣਾ ਨਹੀਂ ਲਿਆ ਸਕਦੇ। ਉਹ ਜਿੰਨਾ ਪੈਸਾ ਹੁੰਦਾ ਜੇਬ 'ਚ ਉਹਨਾਂ ਵਿਚਾਰਾ ਲਿਆ ਸਕਦੇ ਆ। ਤਾਂ ਜਦੋਂ ਤੁਹਾਡੇ ਵਰਗੇ ਹੋ ਜਾਂਦੇ ਜਿਹੜੇ ਵੀ ਲਾਲਚੀ ਪੰਜਾਬੀ ਸਿੱਖ ਦੁਕਾਨਦਾਰ, ਜਿਨ੍ਹਾਂ ਨੇ ਆਟੇ ਦੀਆਂ ਪ੍ਰਾਈਸਾਂ ਡਬਲ ਤੋਂ ਤਿੱਗਣੀਆਂ ਚੌਗਣੀਆਂ ਕਰ ਦਿੱਤੀਆਂ, ਜਿਹਨੇ ਦਵਾਈਆਂ ਡਬਲ ਤੋਂ ਵੀ ਉੱਪਰ ਕਰ ਦਿੱਤੀਆਂ, ਜਿਨ੍ਹਾਂ ਨੇ ਸਬਜ਼ੀਆਂ, ਆਮ ਖਾਣਾ ਪੀਣਾ ਇੰਨਾ ਮਹਿੰਗਾ ਕਰ ਦਿੱਤਾ, ਉਹ ਪੈਸੇ ਤੁਹਾਨੂੰ ਕਿੱਦਾਂ ਬਚੂਗੇ? ਮੈਂ ਸਮਝਦਾ ਜੇ ਪਿੱਛੋਂ ਤੁਹਾਡੀਆਂ ਪ੍ਰਾਈਸਾਂ ਵਧਣ, ਉਹ ਪੈਸੇ ਤੁਹਾਡੇ ਕਿੱਦਾਂ ਬਚੂਗੇ? ਦੱਸੋ ਤੁਸੀਂ ਕਿੱਥੇ ਲੈ ਕੇ ਜਾਓਗੇ ਇੰਨਾ ਪੈਸਾ? ਹੁਣ ਮੈਨੂੰ ਕੋਈ ਦੱਸਦਾ ਸੀਗਾ ਇੱਕ ਦੁਕਾਨਦਾਰ ਦੀ ਸੇਲ ਹੁੰਦੀ ਸੀ 300-400 ਪਾਉਂਡ ਹੁੰਦੀ ਸੀ, ਹੁਣ 1000 ਤੋਂ ਹੋ ਗਈ ਆ।
ਮੈਂ ਕਿਹਾ ਉਹਦੇ 1 ਲੱਖ ਵੀ ਹੋ ਜਾਊਗੀ ਨਾ, ਉਹਦੇ ਉਹ ਵੀ ਘੱਟ ਆ। ਕਿਉਂਕਿ ਜਿਹੜਾ ਲਾਲਚ ਹੁੰਦਾ, ਲਾਲਚ ਤੁਹਾਨੂੰ ਪਛਦਾ ਨਹੀਂਗਾ। ਬੰਦਾ ਲਾਲਚੀ ਕਦੀ ਖੁਸ਼ ਨਹੀਂ ਰਹਿੰਦਾ। ਉਹੀ ਗੱਲ ਬਣ ਜਾਂਦੀ ਜਦੋਂ ਵੀ ਕੁੱਤਾ ਆਪਣੀ ਪੂਛ ਕੋਸ਼ਿਸ਼ ਕਰਦਾ ਫੜਨ ਦੀ ਨਾ, ਫੜ ਨਹੀਂ ਹੁੰਦੀ, ਘੁੰਮੀ ਜਾਣਾ, ਉਹ ਜ਼ਿੰਦਗੀ ਬਣ ਜਾਂਦੀ ਆ। ਤੁਸੀਂ ਵੀ ਆਪਣਾ ਮੜ ਜਾ ਦੇਖੋ ਖਾਲਸਾ ਏਡ, ਹੋਰ ਵੀ ਜਥੇਬੰਦੀਆਂ ਸਿੱਖਾਂ ਦੀਆਂ ਦੁਨੀਆ 'ਚ ਕੀ ਨਾਂ ਆ, ਨਾ ਕਿੱਦਾਂ ਕਮਾਇਆ ਸਿੱਖਾਂ ਲਈ, ਆਪਣੇ ਲਈ, ਸਿੱਖਾਂ ਲਈ ਸੇਵਾ ਕਰਕੇ। ਲੰਗਰ ਚੱਲਦੇ ਦੁਨੀਆ ਦੇ ਵਿੱਚ ਸੇਵਾ ਕਰਕੇ, ਥਾਂ ਲੰਗਰ ਚੱਲਦੇ ਸੇਵਾ ਕਰਕੇ। ਤੁਸੀਂ ਤਾਂ ਆਪਣੀਆਂ ਪ੍ਰਾਈਸਾਂ ਵੀ ਨੋਰਮਲ ਰੱਖ ਸਕਦੇ। ਜਿਹੜਾ ਤੁਹਾਡਾ ਨਫਾ ਪਹਿਲਾਂ ਹੀ ਆ, ਤੁਹਾਨੂੰ ਉਹ ਵੀ ਨਹੀਂ ਪਚਦਾ। ਉਹ ਤੋਂ ਵੀ ਤੁਸੀਂ ਹੁਣ ਉਹ ਤੋਂ ਵੀ ਲਾਲਚ ਦਾ ਵੀ ਅੰਤ ਹੀ ਹੈ ਨਹੀਂ ਤੁਹਾਡਾ ਕੋਈ। ਜਿੱਥੇ ਵੀ ਆਪਣੇ ਪੰਜਾਬੀ ਸਿੱਖਾਂ ਨੇ ਦੁੱਗਣੀ ਤਿੱਗਣੀ ਪ੍ਰਾਈਸ ਕੀਤੀ ਆਟੇ ਦੀ, ਦਾਲਾਂ ਦੀ, ਸਬਜ਼ੀਆਂ ਦੀ, ਉਹ ਜਾ ਕੇ ਫੋਟੋ ਖਿੱਚੋ, ਉਹ ਲਾਵੋ, ਜਾਂ ਪਹਿਲਾਂ ਪੁੱਛੋ ਜਾ ਕੇ, ਵੀਡੀਓ ਜਾ ਕੇ ਉਹਨੂੰ ਪੁੱਛੋ ਕੈਮਰਾ ਆ ਕੇ, ਵੀ ਦੇਖੋ ਤੁਸੀਂ ਅੰਕਲ ਜੀ ਆਂਟੀ ਜੀ, ਆਟਾ ਤੁਸੀਂ ਪਹਿਲਾਂ ਲਾਇਆ ਸੀ $10 ਦਾ, ਤੇ ਹੁਣ ਤੁਸੀਂ 20 25 30 ਦਾ ਲਾਤਾ, 40 ਦਾ ਲਾਤਾ। ਦੱਸੋ, ਤੁਹਾਨੂੰ ਆਪਣੀ ਇਨਵੋਇਸ ਦਿਖਾ ਲਓ, ਤੁਹਾਡੀ ਪ੍ਰਾਈਸ ਵੱਧ ਗਈ ਆ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਅਸੀਂ ਨਹੀਂ ਕਹਿੰਦੇ ਜਾ ਕੇ ਫ੍ਰੀ ਦੇਵੋ ਭਈ ਤੁਹਾਡਾ ਸਤਿਆਨਾਸ਼ ਹੋਵੇ, ਤੁਹਾਡਾ ਬਿਜ਼ਨਸ ਘੱਟ ਹੋਵੇ। ਅਸੀਂ ਕਹਿੰਦੇ ਤੁਸੀਂ ਪ੍ਰਾਈਸ ਆਪਣੀ ਬਰਾਬਰ ਰੱਖੋ। ਜਿਹੜੀ ਪ੍ਰਾਈਸ ਆ, ਜੇ ਤੁਸੀਂ 20-25% ਲਾ ਲਓ, ਪਰ ਤੁਸੀਂ ਤਾਂ ਬਿਲਕੁਲ ਸਾਡਾ ਤਮਾਸ਼ਾ ਵੀ ਬਣਾ ਦਿੱਤਾ, ਸਾਡੀ ਕੌਮ ਦਾ, ਆਪਣੀ ਪੰਜਾਬੀਆਂ ਦਾ। ਜਿਹੜੇ ਪੰਜਾਬੀ ਦਿਲ ਵੱਡੇ, ਘਰ ਖੁੱਲੇ, ਲੰਗਰ ਚੱਲਦੇ, ਅੱਜ ਸਾਡੀਆਂ ਦੁਕਾਨਾਂ ਦੇ ਵਿੱਚ, ਮੈਂ ਫੇਰ ਕਹਿਣਾ ਚਾਹੁੰਦਾ, ਕਈ ਦੁਕਾਨਾਂ ਹੈਗੀਆਂ, ਉਹ ਦੁਕਾਨਾਂ ਬਹੁਤ ਵਧੀਆ, ਉਹ ਪ੍ਰਾਈਸ ਨਹੀਂ ਉਹਨਾਂ ਨੇ ਕੀਤੀ, ਪ੍ਰਾਈਸ ਨਹੀਂ ਵਧਾਈ ਉਹਨਾਂ ਨੇ। ਪਰ ਕਈ ਦੁਕਾਨਾਂ ਇੰਨਾ ਲਾਲਚ ਆ, ਮੈਨੂੰ ਇੰਨੇ ਮੈਸੇਜ ਆ ਰਹੇ ਆ ਕੈਨੇਡਾ, ਅਮਰੀਕਾ ਤੋਂ, ਇੰਗਲੈਂਡ ਤੋਂ, ਵੀ ਦੇਖੋ ਰਵੀ ਭਾਜੀ, ਦੇਖੋ ਇੰਨਾ ਆਟਾ ਕਰ ਦਿੱਤਾ, ਅਸੀਂ ਕੀ ਕਰੀਏ, ਸਾਨੂੰ ਮਿਲਦਾ ਨੀਗਾ। ਜੇ ਕੋਈ ਤੁਹਾਡੀ ਜ਼ਿਆਦਾ ਗਰੀਬੀ ਆ, ਤੁਸੀਂ ਇੰਗਲੈਂਡ ਦੇ ਵਿੱਚ ਆ, ਅਮਰੀਕਾ ਵਿੱਚ ਆ, ਕੈਨੇਡਾ ਵਿੱਚ ਆ, ਪਰ ਜਿਹੜੇ ਕੋਈ ਪੈਸੇ ਵਾਲੇ ਫਾਇਦਾ ਨਹੀਂ ਉਠਾ ਸਕਦੇ, ਕੋਈ ਜ਼ਿਆਦਾ ਗਰੀਬੀ, ਸਾਨੂੰ ਕੰਟੈਕਟ ਕਰੋ। ਜਿਹੜੇ ਜ਼ਿਆਦਾ ਗਰੀਬ ਆ, ਸਾਡੇ ਉਹ ਵੀ ਬੰਦੇ ਹੈਗੇ ਅਮੀਰ ਆ, ਜਿਹੜੇ ਸਾਨੂੰ ਕਹਿੰਦੇ ਵੀ ਸਾਨੂੰ ਦੇਵੋ, ਤੁਹਾਡੇ ਘਰ ਆ ਕੇ ਚੈੱਕ ਕਰਾਂਗੇ। ਕੋਈ ਭੁੱਖਾ ਨਹੀਂ ਮਰੂਗਾ, ਅਸੀਂ ਆਪ ਜੋ ਮਰਜ਼ੀ ਸਾਨੂੰ ਹੋਵੇ, ਕੋਈ ਭੁੱਖਾ ਨਹੀਂ ਮਰੂਗਾ। ਪਰ ਸਾਡੀ ਕੌਮ ਅੱਜ ਇੰਨੀ ਤਕੜੀ ਕੌਮ, ਬਸ ਇੱਕ ਬਿਮਾਰੀ ਆ ਗਈ। ਸਾਡੇ ਗੁਰੂਆਂ ਨੇ ਜਾ ਕੇ ਬਿਮਾਰੀ ਜਿੱਥੇ ਫੈਲੀ, ਜਾ ਕੇ ਸੇਵਾ ਕੀਤੀ। ਸਾਡੇ ਗੁਰੂਆਂ ਨੇ ਜਾ ਕੇ ਜੰਗ ਲੜੇ, ਸਾਡੇ ਗੁਰੂਆਂ ਨੇ ਕੁਛ ਨਹੀਂ ਰੱਖਿਆ ਜੇਬ ਦੇ ਵਿੱਚ। ਅਸੀਂ ਕਹਿੰਦੇ ਤੁਸੀਂ ਆਪਣਾ ਨਫਾ ਰੱਖ ਲਓ, ਆਪਣਾ ਪ੍ਰੋਫਿਟ ਰੱਖ ਲਓ, ਤੁਸੀਂ ਹੋਰ ਕਾਹਦੇ ਘੜੀ ਵਧਾਈ ਜਾਂਦੇ ਆ। ਹੁਣ ਜਿਹੜੇ ਪੇ ਹੱਥ ਧੋਣ ਵਾਲੇ ਹੁੰਦੇ, ਜਿਹੜੇ ਹੈਂਡ ਸੈਨੀਟਾਈਜ਼ਰ, UK, ਇੰਗਲੈਂਡ, ਅਮਰੀਕਾ ਵਿੱਚ, ਸਾਡੇ ਬੰਦਿਆਂ ਨੇ ਜਿਹੜੇ ਪੇ 2-3 ਪਾਉਂਡ ਦੀ ਚੀਜ਼ ਹੁੰਦੀ ਆ, 25-25 30-30 ਪਾਉਂਡ ਦੀ ਲਾਈ ਉਹ ਵੀ ਛੇਤੀ ਨਫਾ ਬਣਾ ਲਈਏ। ਤੇ ਲੋਕ ਡਰਦੇ ਆ, ਲੋਕ ਵਿਚਾਰੇ ਇਸ ਵੇਲੇ ਬਹੁਤ ਗੰਭੀਰਤਾ ਵਿੱਚ ਆ, ਬਹੁਤ ਹੀ ਦੁੱਖ ਆ ਉਹਨਾਂ ਨੂੰ, ਪਈ ਬਹੁਤ ਡਰਦੇ ਆ। ਉਹਨੀ 25 ਲੋਕ ਦਿੰਦੇ ਵੀ ਆ। ਸਾਡੇ ਵਰਗੇ ਜਿਹੜੇ ਪਰਿਵਾਰ ਆ, ਸਾਡੇ ਬਜ਼ੁਰਗ ਆ, ਸਾਡੀ ਮਾਂ ਬਜ਼ੁਰਗ ਆ, ਸਾਡੇ ਬੱਚੇ ਵੀ ਬਿਮਾਰ ਹੋ ਸਕਦੇ ਫੈਮਿਲੀ ਵਿੱਚ, ਉਹ ਦੇ ਰਹੇ ਆ, ਕਿਉਂਕਿ ਉਹ ਡਰਦੇ ਆ ਵਿਚਾਰੇ ਵੀ ਸਾਨੂੰ ਕੁਛ ਨਾ ਹੋ ਜਾਵੇ। ਜੇ ਤੁਸੀਂ ਲੰਗਰ ਨਹੀਂ ਚਲਾ ਸਕੇ, ਤੁਸੀਂ ਸੇਵਾ ਵੀ ਨਹੀਂ ਕਰ ਸਕੇ, ਤੁਸੀਂ ਆਪਣੀ ਜਿਹੜੀ ਬਿਜ਼ਨਸ ਕਰੋ। ਪਰ ਜਿਹੜੀ ਬਿਜ਼ਨਸ 'ਚ ਤੁਸੀਂ ਅੱਜ ਤੁਰੇ ਹੋ, ਸੱਚਾ ਸੌਦਾ ਦੇਖੋ, ਆਪਣੀ ਕੌਮ ਦਾ ਦੇਖੋ। ਜਿੱਥੇ ਸਾਡੇ ਸਿੱਖਾਂ ਦੀਆਂ ਸੰਸਥਾ ਥਾਂ ਜਾ ਕੇ ਇਸ ਵੇਲੇ ਲੰਗਰ ਲੈ ਕੇ ਤੁਰੇ ਹੋ, ਸਾਡੀ ਇੰਡੀਆ ਦੀ ਟੀਮ ਹੋਵੇ, ਪੰਜਾਬ ਦੀ ਟੀਮ ਹੋਵੇ, ਅਸੀਂ ਇੱਥੋਂ UK ਵਿੱਚੋਂ ਗਰੀਬਾਂ ਨੂੰ ਫ੍ਰੀ ਖਾਣਾ ਲਿਆ ਕੇ ਖਰੀਦ ਕੇ ਅਸੀਂ ਫ੍ਰੀ ਲੰਗਰ ਦਿੰਦੇ। ਆ ਲਓ ਜੀ, ਗੋਰੇ ਹੋਣ, ਚਿੱਟੇ ਹੋਣ, ਜੇ ਮਰਜ਼ੀ ਹੋਣ, ਈਸਾਈ ਹੋਣ, ਕਿਉਂਕਿ ਇਸ ਵੇਲੇ ਜਿਹੜੇ 2-3 ਮਹੀਨੇ ਲੰਘਣੇ ਆ, ਬਹੁਤ ਔਖੇ ਲੰਘਣੇ ਆ। ਜਿਹੜੇ ਇਟਲੀ ਸਿੱਖ ਰਹਿੰਦੇ, ਤੁਹਾਨੂੰ ਦੱਸ ਦੂਗਾ ਕਿੰਨਾ ਔਖਾ ਆ। ਪੰਜਾਬ ਦੇ ਇੰਡੀਆ ਜਿੰਨੀ ਫੈਲੀ ਨਹੀਂ ਹਾਲੇ ਤੱਕ ਬਿਮਾਰੀ, ਜਿੰਨੀ ਫੈਲ ਸਕਦੀ ਆ। ਫਿਰ ਤੁਸੀਂ ਕੀ ਕਰੋਗੇ? ਹਰ ਇੱਕ ਦੁਕਾਨ ਦਾ ਜਿਹੜਾ ਇੰਨੀ ਛਿੱਲ ਆਉਂਦਾ ਹੈ ਆਪਣੀ ਸੰਗਤ ਦੀ ਤੇ ਲੋਕਾਂ ਦੀ, ਉਹਨੂੰ ਸਵਾਲ ਪੁੱਛੋ। ਜਦੋਂ ਟਾਈਮ ਆ ਗਿਆ, ਜਦੋਂ ਇਹ ਵਾਇਰਸ ਪਿੱਛੇ ਹਟ ਗਈ, ਜਦੋਂ ਬਿਮਾਰੀ ਹਟ ਗਈ, 2-3 ਮਹੀਨੇ ਦੀ ਗੱਲ ਆ, 4 ਮਹੀਨੇ ਕਹ ਲਓ, 5 ਮਹੀਨੇ, ਇਹ ਦੁਕਾਨਾਂ ਨੂੰ ਤੁਸੀਂ ਬੋਇਕਾਟ ਕਰੋ, ਮੁੜ ਕੇ ਨਾ ਜਾਓ ਦੁਕਾਨਾਂ ਦੇ। ਜਿਹੜੀ ਇਸ ਵੇਲੇ ਸਾਨੂੰ ਜਿੱਥੇ ਲੋੜ ਆ, ਛਿੱਲ ਆ ਰਹੀ ਆ, ਉਹ ਦੁਕਾਨਾਂ ਨੂੰ ਤੁਸੀਂ ਦੂਰ ਰਹੋ। ਦੁਕਾਨਾਂ ਤੋਂ ਤੁਸੀਂ ਮੁੜ ਕੇ ਜਾਣਾ, ਦੁਕਾਨਾਂ ਬੰਦ ਹੀ ਹੋ ਜਾਣ, ਚੰਗਾ ਹੋ ਜਾਊਗਾ। ਕਿਉਂਕਿ ਇੱਕ ਪਾਸੇ ਲੁੱਟਮਾਰ, ਦੂਜੇ ਪਾਸੇ ਬੇਇੱਜ਼ਤੀ। ਇੱਕ ਪਾਸੇ ਮੈਂ ਤੁਹਾਨੂੰ ਜਿੱਦਾਂ ਕਿਹਾ, ਇੱਕ ਪਾਸੇ ਲੰਗਰ ਛਕਾਉਣ ਦੀ ਦੁਨੀਆ ਨੂੰ ਜਾ ਕੇ, ਸਾਰੇ ਦੁਨੀਆ ਵਿੱਚ
ਤੇ ਦੂਜੇ ਜਾ ਕੇ ਤੁਸੀਂ ਜਦ ਵੀ ਪ੍ਰਾਈਸ ਤਾਂ ਇੰਨੀਆਂ ਵਧਾਈ ਜਾਂਦੇ ਆ ਵੀ ਆਮ ਬੰਦਾ ਕੋਈ ਇੱਥੇ ਪੈਸੇ ਆਟਾ ਉਟਾ ਡਰਦਾ ਖਰੀਦ ਨਹੀਂ ਸਕਦੇ। ਸੋ ਜਿਹੜੀਆਂ ਸਬਜ਼ੀਆਂ ਦਾਲਾਂ ਜਿਹੜੇ ਭਈ ਲੰਗਰ 'ਚ ਰੋਜ਼ ਚੱਲਦੀਆਂ, ਹੁਣ ਲੰਗਰ ਵੀ ਬੰਦ ਹੋ ਗਏ ਕਿਉਂਕਿ ਗੌਰਮੈਂਟ ਦੇ ਆਰਡਰ ਆ ਗਏ ਥਾਂ ਥਾਂ ਤੇ ਭਈ ਥੋੜ੍ਹੇ ਬੰਦੇ ਇਕੱਠੇ ਨਹੀਂ ਹੋ ਸਕਦੇ। ਜਿੱਥੇ ਤੁਸੀਂ ਆਪਣੇ ਸੇਵਾ ਕਰ ਸਕਦੇ, ਜੇ ਆਪਣੇ ਤੁਹਾਡੇ ਕਮਿਊਨਿਟੀ ਵਿੱਚ, ਮੇਰਾ ਇਹੀ ਚੈਲੰਜ ਹੈ, ਤੁਸੀਂ ਅਮਰੀਕਾ, ਕੈਨੇਡਾ, UK, ਜਿੱਥੇ ਸਾਡੀ ਟੀਮ ਆ, ਇੰਡੀਆ, ਕੋਈ ਵੀ ਗਰੀਬ ਆ ਉਹਨੂੰ ਰੋਟੀ ਨਹੀਂ ਮਿਲ ਰਹੀ, ਤੁਹਾਨੂੰ ਪੁੱਛੋ ਵੀ ਆਹ ਗਰੀਬ ਸਾਡੀ ਗਲੀ ਦਾ ਗਰੀਬ ਆ, ਇਹ ਟਾਈਮ ਆ ਗਿਆ ਤੁਹਾਡੇ ਵੰਡ ਕੇ ਛਕਣ ਦਾ। ਹੁਣ ਇੱਕ ਬਿਮਾਰੀ ਜਿਹੜੀ 2-3-4 ਮਹੀਨਿਆਂ ਨੂੰ ਅਫੈਕਟ ਕਰੂਗੀ, ਅਸੀਂ 3-4 ਮਹੀਨੇ ਆਪਣੀ ਜ਼ਿੰਦਗੀ ਵਿੱਚ ਕੱਢ ਨਹੀਂ ਸਕਦੇ ਭਈ ਅਸੀਂ ਆਪਣੇ ਇਲਾਕੇ ਦੇ ਗਰੀਬਾਂ ਨੂੰ, ਆਪਣੇ ਗਲੀ ਦੇ ਗਰੀਬਾਂ ਨੂੰ, ਆਪਣੇ ਪਿੰਡ ਦੇ ਗਰੀਬਾਂ ਨੂੰ ਨਾਲ ਰੱਖੀਏ, ਆਪਣੇ ਨਾਲ ਲਾਈਏ। ਤੁਸੀਂ ਇਕੱਲੇ ਨਹੀਂ ਗਏ। ਜੇ ਇੱਕ ਪਰਿਵਾਰ ਤੁਹਾਡੀ ਗਲੀ 'ਚ 4-5 ਬੱਚੇ ਆ, ਉਹ ਵਿਚਾਰਾ ਮਜ਼ਦੂਰ ਆ, ਹੁਣ ਸਾਰਾ ਕੰਮ ਬੰਦ ਹੋ ਗਿਆ, ਉਹਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਨਹੀਂਗਾ। ਤੁਸੀਂ ਉਹਦੇ ਕੋਲ ਜਾਓ, ਭਈ ਦੱਸੋ ਤੁਹਾਨੂੰ ਕੀ ਲੋੜ ਆ। ਜੇ ਤੁਸੀਂ ਨਹੀਂ ਕਰ ਸਕਦੇ ਉਹ ਖਾਣ ਪੀਣ ਦੀ ਲੋੜ, ਫਿਰ ਖਾਲਸਾ ਨੂੰ ਮੈਸੇਜ ਕਰੋ, ਸਾਡੇ ਪਰਿਵਾਰ ਆ ਗਲੀ ਦੇ ਵਿੱਚ, ਬਹੁਤ ਬੁਰਾ ਹਾਲ ਆ, ਬੱਚੇ ਆ, ਯੰਗ ਆ, ਬਜ਼ੁਰਗ ਆ, ਰੋਟੀ ਦੀ ਮਾੜੀ ਜਿਹੀ ਡਿਫੀਕਲਟ ਆ ਗਈ ਆ ਕਿਉਂਕਿ ਕੰਮ ਹੈ ਨਹੀਂਗਾ। ਅਸੀਂ ਜਾ ਕੇ ਜੋ ਮਰਜ਼ੀ ਹੋ ਜਾਵੇ, ਕਿਉਂਕਿ ਸੰਗਤ ਸਾਡੇ ਨਾਲ ਆ, ਅਸੀਂ ਜਾ ਕੇ ਲੰਗਰ ਫੜਾਵਾਂਗੇ ਜਿੰਨੀ ਮਰਜ਼ੀ ਬਿਮਾਰੀ ਹੋਵੇ। ਪਰ ਜਿਹੜੀਆਂ ਸਾਡੀਆਂ ਦੁਕਾਨਾਂ, ਇਸ ਵੇਲੇ ਮੈਨੂੰ ਬੜਾ ਗੁੱਸਾ ਆਇਆ ਦੇਖ ਕੇ, ਬਹੁਤ ਗੁੱਸਾ ਆਇਆ ਦੇਖ ਕੇ, ਭਈ ਕੋਈ ਅੰਤ ਨਹੀਂ ਛੱਡਿਆ, ਕੋਈ ਸ਼ਰਮ ਹੀ ਤੁਹਾਨੂੰ ਹੈ ਨਹੀਂ ਭਈ ਤੁਸੀਂ ਇੰਨੀਆਂ ਪ੍ਰਾਈਸਾਂ ਵਧਾ ਦਿੱਤੀਆਂ। ਵੀ ਮਗਰੋਂ ਤੁਸੀਂ ਮੂੰਹ ਕਿੱਦਾਂ ਦਿਖਾ ਲਓਗੇ ਜਦੋਂ ਤੁਸੀਂ ਗੁਰਦੁਆਰੇ 'ਚ ਮੱਥਾ ਟੇਕੋਗੇ? ਵੀ ਮੱਥਾ ਤੁਸੀਂ ਕਿਹਨੂੰ ਟੇਕਦੇ ਆ? ਤੁਸੀਂ ਮੱਥਾ ਕਿਹਨੂੰ, ਗੋਲਕ ਨੂੰ ਟੇਕਦੇ ਆ, ਗੁਰੂ ਨੂੰ ਟੇਕਦੇ ਆ, ਆਪਣੇ ਬਟੂਆਂ ਨੂੰ ਟੇਕਦੇ ਆ? ਸ਼ਰਮ ਕਰੋ, ਥੋੜ੍ਹੀ ਸ਼ਰਮ ਕਰੋ, ਬਸ ਥੋੜ੍ਹੀ ਸ਼ਰਮ ਕਰੋ ਜਦੋਂ ਤੁਸੀਂ ਪੈਸੇ ਵਧਾਉਣੇ ਆ। ਜਿਹੜਾ ਭਈ $10 ਦਾ, 10 ਪਾਉਂਡ ਦਾ, ਚਲੋ 12 ਦਾ ਹੋ ਗਿਆ, 13 ਦਾ ਹੋ ਗਿਆ, ਚਲੋ 20-30% ਹੋ ਗਿਆ, ਆਪਣਾ ਕੱਢ ਲਓ ਮੜ ਜਾ। ਪਰ ਜੇ ਤੁਸੀਂ ਤੁਸੀਂ ਪ੍ਰਾਈਸ ਵਧਾਉਣੀ ਆ, ਭਈ ਲੋਕਾਂ ਦੀ ਛਿੱਲ ਲਾਉਣੀ ਆ, ਪਰ ਤੁਸੀਂ ਕਿੱਦਾਂ ਇੱਕ ਆਪਣਾ ਮੂੰਹ ਤੁਸੀਂ ਸ਼ੀਸ਼ੇ ਕਿੱਦਾਂ ਦੇਖਦੇ ਆ? ਦੂਜੇ ਤੁਹਾਨੂੰ ਕੀ ਦੇਖਦੇ ਪਿਆ? ਦੇਖੋ ਜੀ, ਇਹ ਦੁਕਾਨਦਾਰ ਆ, ਕੋਈ ਤੁਹਾਡੀ ਇੱਜ਼ਤ ਨਹੀਂ ਗੀ, ਤੁਹਾਡੀ ਕੋਈ ਕਮਾਈ ਨਹੀਂ ਦੁਨੀਆ 'ਚ। ਤੁਹਾਡੀ ਪੈਸੇ ਦੀ ਕਮਾਈ ਆ, ਉਹ ਕੁਛ ਨਹੀਂ ਬਣਨੀ ਤੁਹਾਡੀ ਪੈਸੇ ਦੀ ਕਮਾਈ। ਜੇ ਤੁਸੀਂ ਅੱਜ, ਮੈਂ ਮੁੜ ਕੇ ਫੇਰ ਕਹਿੰਦਾ, ਮੈਂ ਨਹੀਂ ਕਹਿੰਦਾ ਜਾ ਕੇ ਆਪਣੀ ਦੁਕਾਨਾਂ ਖਾਲੀ ਕਰਕੇ ਫ੍ਰੀ ਦੇਵੋ ਲੋਕਾਂ ਨੂੰ। ਮੈਂ ਕਹਿੰਦਾ ਤੁਸੀਂ ਲਾਲਚ ਦਾ ਇੱਕ ਅੰਤ ਆ ਹੁੰਦਾ, ਇਹ ਤਾਂ ਹੱਦ ਤੋਂ ਵੀ ਪਹੁੰਚ ਗਿਆ ਉੱਪਰ ਪੇ, ਇੰਨੀ ਕੀਮਤ ਵਧਾ ਦਿੱਤੀ। ਸਪੈਸ਼ਲੀ ਕੈਨੇਡਾ, ਅਮਰੀਕਾ ਵਿੱਚ ਮੇਰਾ ਮੈਸੇਜ ਆ ਆਪਣੇ ਪੰਜਾਬੀ ਸਿੱਖਾਂ, ਤੁਸੀਂ ਜਿਹੜੇ ਤੁਹਾਡੇ ਪੰਜਾਬੀ ਸਿੱਖ ਭਰਾ ਜਿਹਨਾਂ ਕੋਲ ਦੁਕਾਨਾਂ, ਨੂੰ ਟੈਗ ਕਰੋ। 20-30% ਲਾਉਣਾ ਵਾਧੂ, ਚਲੋ ਲਾ ਲਓ, ਠੀਕ ਆ, ਇਸ ਸਮਾਂ ਮੜ ਜਾ ਔਖਾ ਕਹਿਣਾ ਬਈ 20, ਜਿਹੜਾ ਬਿਲਕੁਲ ਹੀ ਲੋਕਾਂ ਦੀ ਛਿੱਲ ਆ ਰਿਹਾ, ਉਹਦੀ ਫੋਟੋ ਲਾ ਕੇ ਸਟੋਰਾਂ ਦੀ ਫੋਟੋ ਲਾਵੋ, ਅਤੇ ਮਗਰੋਂ ਜਦੋਂ ਟਾਈਮ ਚੰਗਾ ਆ ਜਾਣਾ ਮੁੜ ਕੇ ਫਿਰ ਇਹਨਾਂ ਦੁਕਾਨਾਂ ਨੂੰ ਬੰਦ ਕਰੋ। ਕਿਉਂਕਿ ਇਹ ਅੱਜ ਕੱਲ੍ਹ ਜੋ ਕਰ ਰਹੇ, ਆਪਣੀ ਬੇਇੱਜ਼ਤੀ ਕਰ ਰਹੇ, ਸਾਡੀ ਬੇਇੱਜ਼ਤੀ ਕਰ ਰਹੇ, ਕੋਈ ਇਨਸਾਨੀਅਤ ਹੈ ਨਹੀਂ ਇਹਨਾਂ ਦਿਲ ਦੇ ਵਿੱਚ, ਲਾਲਚੀ ਆ। ਇਹਨੂੰ ਚੈਲੰਜ ਕਰਨਾ ਚਾਹੀਦਾ। ਜੇ ਨਹੀਂ ਚੈਲੰਜ ਕੀਤਾ ਤਾਂ ਤੁਹਾਡੀ ਗਲਤੀ ਆ। ਉਹ ਵੀ ਪਿਆਰ ਨਾਲ ਪੁੱਛੋ ਵੀ ਦੇਖੋ, ਕੱਲ੍ਹ ਇਹ ਸੀਗੇ $2 ਦੇ ਕਿਲੋ, ਤੁਸੀਂ ਅੱਜ ਜਿਹੜੀ ਸਬਜ਼ੀ ਲਾਤੀ $6 ਦੀ, ਕਿੱਥੇ ਵੱਧ ਗਿਆ ਇੰਨੇ ਪੈਸੇ ਇੱਕਦਮ? ਸੋ ਔਖੀ ਘੜੀ ਸਾਰਿਆਂ 'ਤੇ ਆਉਂਦੀ ਆ, ਔਖੀ ਘੜੀ ਹੁਣ ਸਾਰੀ ਦੁਨੀਆ 'ਤੇ ਆਈ ਹੋਆ। ਇਹਦਾ ਮਤਲਬ ਨਹੀਂ ਵੀ ਅਸੀਂ ਇਹ ਔਖੀ ਘੜੀ ਦੇ ਵਿੱਚ ਆਪਣੀ ਇਨਸਾਨੀਅਤ, ਆਪਣਾ ਧਰਮ, ਆਪਣਾ ਸਾਰਾ ਕੁਝ, ਵਿਰਸਾ ਸਾਰਾ ਵੇਚ ਦਈਏ ਥੋੜ੍ਹੇ ਜਿਹੇ ਹੋਰ ਪ੍ਰੋਫਿਟ ਨੂੰ। ਅਸੀਂ ਤਾਂ ਹੁਣ ਰਿਫਿਊਜੀਆਂ ਦੀ ਮਦਦ ਕਰੀ ਜਾਣੀ, ਅਸੀਂ ਇੱਥੇ UK ਵਿੱਚ ਵੀ ਕਰੀ ਜਾਣੀ ਆ, ਇੰਡੀਆ ਵਿੱਚ ਵੀ ਕਰੀ ਜਾਣੀ ਖਾਲਸਾ ਏਡ ਨੇ। ਪਰ ਜਿਹੜੇ ਬੰਦੇ ਸਾਨੂੰ ਲੁੱਟ ਰਹੇ ਆ, ਮੈਂ ਨਾ ਕੋਈ ਮਾਫੀ ਮੰਗਣੀ, ਨਾ ਮੈਂ ਕੋਈ ਅਪੋਲੋਜਾਈਜ਼ ਕਰਨਾ। ਹੁਣ ਆਪਣੇ ਪੰਜਾਬੀ ਅਤੇ ਸਿੱਖ ਦੁਕਾਨਦਾਰ ਭਰਾ, ਭੈਣ ਭਰਾ ਲੁੱਟ ਰਹੇ ਆ। ਸੋ ਮੇਰੀ ਇਹ ਬੇਨਤੀ ਆ, ਜੇ ਤੁਸੀਂ ਕਰ ਰਹੇ ਸੀ ਇਹਨਾਂ ਦੇ ਕੰਮ ਵਿੱਚੋਂ ਨਿਕਲੋ। ਜੇ ਤੁਹਾਡੇ ਇਲਾਕੇ 'ਚ ਬੱਚੇ ਆ ਜਿਹਨੂੰ ਦਵਾਈ ਦੀ ਲੋੜ ਆ, ਦਵਾਈਆਂ ਲੈ ਕੇ ਦਿਓ। ਮੇਰੇ ਸਿੱਖ ਭਰਾ ਜਿਹੜੇ ਭੈਣਾਂ ਡਾਕਟਰੀ ਕਰਦੇ ਆ, ਹੈਲਥ ਪ੍ਰੋਫੈਸ਼ਨਲ ਪੰਜਾਬ ਦੇ ਵਿੱਚ ਆ, ਇੰਡੀਆ ਵਿੱਚ ਆ, ਸਪੈਸ਼ਲੀ ਜਿਹੜੇ ਇਸ ਵੇਲੇ ਭਈ ਕਹਿੰਦੇ ਵੀ ਹਾਂ ਖਤਰਾ ਹੈਗਾ ਬਿਮਾਰੀ ਦਾ, ਜਿਹੜੇ ਗਰੀਬ ਆ ਤੁਹਾਡੇ ਪਿੰਡਾਂ ਵਿੱਚ, ਇਲਾਕਿਆਂ ਵਿੱਚ ਜਾ ਕੇ ਮਦਦ ਕਰੋ। ਅਸੀਂ ਤੁਹਾਨੂੰ ਖੜੇ ਹੋਵਾਂਗੇ।
ਸੋ ਸਾਡੀ ਇਹ ਬੇਨਤੀ ਆ, ਇਹ ਸਮਾਂ ਹੈਗਾ ਵੰਡ ਕੇ ਛਕਣ ਦਾ, ਸਰਬੱਤ ਦੇ ਭਲੇ ਦਾ, ਆਪਣੇ ਭਲੇ ਦਾ ਨਹੀਂ ਗਾ। ਸੋ ਤੁਹਾਡਾ ਬਹੁਤ ਧੰਨਵਾਦ। ਪਰ ਤੁਸੀਂ ਜਿੱਥੇ ਵੀ ਹੈਗੇ ਆ, ਜਿਹੜਾ ਮਰਜ਼ੀ ਤੁਹਾਡੀ ਗਲੀ 'ਚ ਹੈਗਾ, ਗੋਰਾ ਕਾਲਾ ਚਿੱਟਾ, ਈਸਾਈ, ਸਿੱਖ, ਮੁਸਲਿਮ, ਸਿੱਖ, ਹਿੰਦੂ, ਉਹਨਾਂ ਨੂੰ ਦੇਖਣਾ ਜਾ ਕੇ ਵੀ ਠੀਕ ਆ, ਉਹ ਤੁਹਾਡੇ ਕੋਲ ਨਾ ਆਉਣ। ਕਈ ਬੰਦੇ ਹੈਗੇ ਆ, ਉਹ ਜ਼ਿਆਦਾ ਸਮਝਦੇ ਵੀ ਮੈਂ ਕਿਸੇ ਕੋਲ ਜਾ ਨਹੀਂ ਸਕਦਾ ਮੰਗਣਾ, ਮੈਂ ਭੁੱਖਾ ਮਰ ਜਾਵਾਂ ਪਰ ਮੰਗਣਾ ਨਹੀਂ ਕੁਛ। ਪਰ ਜਿਹੜੇ ਤੁਹਾਡੇ ਵਰਗੇ ਆ, ਚੜ੍ਹਦੀ ਕਲਾ ਆ, ਸਿੱਖ, ਸਿੰਘਣੀ, ਪੰਜਾਬੀ ਆ, ਇਨਸਾਨੀਅਤ ਤੌਰ 'ਤੇ ਕਈ ਤਰ੍ਹਾਂ ਦੇ ਸਾਡੇ ਫੋਲੋਅਰ ਹੈਗੇ ਆ ਇੱਥੇ ਪੇਜ 'ਤੇ, ਮੁਸਲਮਾਨ ਆ, ਹਿੰਦੂ ਆ, ਸਿੱਖ ਆ, ਉਹ ਬੜੇ ਚੰਗੇ ਬੰਦੇ ਆ। ਤੁਸੀਂ ਜਾ ਕੇ ਆਪਣੇ ਉਹਨਾਂ ਕੋਲ ਪਹੁੰਚੋ, ਦੱਸੋ, ਸਾਨੂੰ ਪਤਾ ਵੀ ਤੁਹਾਡਾ ਹੁਣ ਕੰਮ ਵੀ ਹੈ ਨਹੀਂਗਾ, ਬੱਚੇ ਵੀ ਆ, ਅਸੀਂ ਕਿੱਦਾਂ ਤੁਹਾਡੀ ਮਦਦ ਕਰ ਸਕਦੇ। ਇੱਕ ਬੋਰੀ ਆਟੇ ਲੈ ਕੇ ਦੇ ਦਿਓ ਉਹਨਾਂ ਨੂੰ, ਕੋਈ ਦਾਲ ਦੇ ਦਿਓ, ਕੋਈ ਪੁੱਛ ਲਓ ਜੇ ਕੋਈ ਬਿੱਲ ਉਤਾਰਨਾ ਹੋਵੇ ਐਮਰਜੈਂਸੀ ਵਿੱਚ 1-2 ਮਹੀਨੇ ਵਿੱਚ, ਪਰ ਮਦਦ ਜ਼ਰੂਰ ਕਰੋ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਸ ਮੈਂ ਪਹਿਲਾਂ ਟੈਸਟ ਕਰਨਾ ਕਿਉਂਕਿ ਮਾੜੀ ਜਿਹੀ ਪ੍ਰੋਬਲਮ ਆ ਰਹੀ ਹੈ ਇੱਥੇ ਅੱਜ ਲਾਈਵ ਕਰਨ ਦੀ, ਵੀ ਲਾਈਵ ਆ ਰਿਹਾ ਕਿ ਜੇ ਤੁਹਾਨੂੰ ਸੁਣਦਾ ਤੇ ਤੁਸੀਂ ਮਾੜਾ ਜਿਹਾ ਇੱਥੇ ਟਾਈਪ ਕਰ ਦਿਓ। ਹਾਂਜੀ, ਲੱਗ ਗਿਆ ਪਤਾ। ਤੇ ਅੱਜ ਉਹੀ ਆ ਗੱਲ ਕਰਨੀ ਆ ਜੋ, ਕਿਉਂਕਿ ਹੁਣ ਜਿਹੜੀ ਕਰੋਨਾ ਵਾਇਰਸ ਇੱਕ ਬਿਮਾਰੀ ਆ, ਤੁਹਾਨੂੰ ਪਤਾ ਕਿੰਨੀ ਜ਼ਹਿਰੀਲੀ ਬਿਮਾਰੀ ਆ। ਤੇ ਇੱਕ ਸਾਡੇ ਪੰਜਾਬੀ ਤੇ ਸਾਡੇ ਸਿੱਖ ਭਰਾ ਜਿਹੜੇ ਦੁਕਾਨਦਾਰ ਆ, ਇੱਕ ਉਹਨਾਂ ਨੂੰ ਬਿਮਾਰੀ ਲੱਗੀ ਹੋਆ, ਉਹ ਬਿਮਾਰੀ ਹੈਗੀ ਲਾਲਚ ਦੀ। ਇੱਕ ਪਾਸੇ ਅਸੀਂ ਦੁਨੀਆ ਦੇ ਜਾ ਕੇ ਰਿਫਿਊਜੀਆਂ ਨੂੰ, ਭੁੱਖਿਆਂ ਨੂੰ ਪ੍ਰਸ਼ਾਦੇ, ਲੰਗਰ ਲਾ ਰਹੇ ਆ। ਦੂਜੇ ਪਾਸੇ ਤੁਸੀਂ ਜਿਹੜੇ ਦੁਕਾਨਦਾਰ ਹੈਗੇ ਲਾਲਚੀ ਜਿਹੜੇ ਨਿਕਲੇ ਆ, ਬਿਲਕੁਲ ਚੰਗੇ ਵੀ ਹੈਗੇ ਆ ਪਰ ਬਹੁਤ ਲਾਲਚੀ ਨਿਕਲੇ ਆ, ਬਿਲਕੁਲ ਕੁੱਤੇ ਦੀਆਂ ਪੂਛਾਂ ਕਹਿ ਲਓ। ਕਿਉਂਕਿ ਤੁਸੀਂ ਹੁਣ ਜਿਹੜੇ ਆਟੇ ਦੇ ਡਬਲ ਤੋਂ ਉੱਪਰ ਕਰ ਦਿੱਤਾ ਪ੍ਰਾਈਸਾਂ। ਮੈਂ ਦੇਖੀਆਂ ਕਿ ਇੱਥੇ ਦਵਾਈ, ਬੱਚਿਆਂ ਦੀ ਦਵਾਈ ਆ, ਇਹਨੂੰ ਕੈਲਪੋ ਕਹਿੰਦੇ, ਆਪਣੇ ਦੁਕਾਨਦਾਰ ਨੇ ਪਤਾ ਨਹੀਂ 25 ਜਾਂ 20-25 ਪਾਉਂਡ ਦੀ ਇੱਕ ਨਿੱਕੀ ਜਿਹੀ ਬੋਤਲ ਆਈ ਹੈ ਦਵਾਈਆਂ ਬੱਚਿਆਂ ਦੀ, ਜਿਹੜੇ ਬੱਚਿਆਂ ਦੀ ਹੁੰਦੀ ਦਵਾਈ, ਜਿਹੜੀ ਬੱਚਿਆਂ ਦੀ ਜ਼ਰੂਰ ਹੁੰਦੀ, ਪੇਨ ਕਿਲਰ ਕੈਲਪੋ। ਮੈਂ ਕੈਨੇਡਾ, ਅਮਰੀਕਾ 'ਚ ਦੇਖਿਆ ਜਿੱਥੇ ਬਈ ਆਟੇ ਦਾ ਹੁਣ ਜਿਹੜਾ ਬਈ $8-9 ਦਾ, $10 ਦਾ, $20-30-$40 ਦਾ ਕਰ ਦਿੱਤਾ। ਕੈਨੇਡਾ ਵੀ ਤੁਸੀਂ ਪਤਾ ਨਹੀਂ, ਕੋਈ ਅੰਤ ਨਹੀਂ ਗਾ। ਤੁਸੀਂ ਸੋਚੋ, ਜਿਹੜੀ ਇੱਕ ਕੌਮ ਆ ਜਿਹੜੀ ਸਰਬੱਤਾ ਭਲਾ ਮੰਗਦੀ ਆ, ਚਲੋ ਤੁਸੀਂ ਕਹਿ ਲਓ ਬਈ 20% ਲਾ ਲਿਆ, ਉੱਪਰ ਵਾਧੂ ਕਰਤਾ, 25% ਲਾਤਾ, ਚਲੋ ਠੀਕ ਆ, ਜੋ ਆਪਣਾ ਤੁਸੀਂ ਹੋਰ ਨਫਾ ਬਣਾਉਣਾ ਬਣਾ ਲਓ। ਜੇ ਤੁਹਾਨੂੰ ਪਿੱਛੋਂ ਪ੍ਰਾਈਸਾਂ ਨਹੀਂ ਇਨਕਰੀਜ਼ ਹੋ ਰਹੀਆਂ, ਵੱਧ ਰਹੀਆਂ, ਤੇ ਤੁਸੀਂ ਜਾ ਕੇ ਦੁਕਾਨਾਂ ਦੇ ਵਿੱਚ ਉਹ ਪ੍ਰਾਈਸਾਂ ਨੂੰ ਤੁਸੀਂ ਇੱਦਾਂ ਤਹਿ ਲਾ ਦਿੱਤੀ ਆ ਸੰਗਤ ਦੀ, ਲੋਕਾਂ ਦੀ, ਭਈ ਜਿਹੜੇ ਭਈ ਆਮ ਬੰਦੇ ਜਿਹੜੇ ਭਈ ਆਟਾ ਖਰੀਦਣ ਜਾਂਦੇ ਪਰਿਵਾਰਾਂ ਨਾਲ ਪਹਿਲਾਂ ਧੱਕੇ ਖਾਂਦੇ ਆ, ਫਿਰ ਤੁਸੀਂ ਜਾ ਕੇ ਉਹਨਾਂ ਦੀਆਂ ਪ੍ਰਾਈਸਾਂ ਉੱਪਰ ਕਰ ਦਿੱਤੀਆਂ। ਅਸੀਂ ਇਸ ਵੇਲੇ ਖਾਲਸਾ ਕੈਨੇਡਾ ਵਿੱਚ, ਅਮਰੀਕਾ ਵਿੱਚ, ਪੰਜਾਬ, ਇੰਡੀਆ ਵਿੱਚ, ਇੰਗਲੈਂਡ ਦੇ ਵਿੱਚ ਵੀ ਅਸੀਂ ਆਪ ਖਾਣਾ ਖਰੀਦ ਕੇ ਬਾਕਸਾਂ 'ਚ ਪਾ ਰਹੇ ਹਾਂ। ਕੱਲਾ ਬਾਕਸ, ਜਿਹੜਾ ਵੀ ਵਿਚਾਰਾ ਇਸ ਵੇਲੇ ਬਜ਼ੁਰਗ ਆ, ਕਰੋਨਾ ਵਾਇਰਸ ਕਰਕੇ ਬਾਹਰ ਨਹੀਂ ਜਾ ਸਕਦੇ, ਜਿਹੜਾ ਕੋਈ ਵਿਚਾਰਾ ਬਿਮਾਰ ਆ, ਜਿਹਨੂੰ ਮੈਂਟਲ ਹੈਲਥ ਆ, ਅਸੀਂ ਉਹਨੂੰ ਦੇ ਰਹੇ ਹਾਂ ਫ੍ਰੀ ਆਫ ਚਾਰਜ। ਅਸੀਂ ਕੀ ਕਰ, ਸਾਡੇ ਦੁਕਾਨਦਾਰ ਕੀ ਕਰ ਰਹੇ ਹੋ, ਬਿਲਕੁਲ ਸਤਿਆਨਾਸ਼। ਅਸੀਂ ਪਿਛਲੇ 3-4 ਮਹੀਨੇ ਵਿੱਚ ਇਰਾਕ ਦੇ ਵਿੱਚ ਜਿਹੜੇ ਕੋਈ ਰਿਫਿਊਜੀ ਆਏ ਸੀਗੇ, $1.5 ਲੱਖ ਦਾ ਚੌਲ ਖਰੀਦ ਕੇ ਵੰਡੇ, 1 ਲੱਖ ਤੋਂ 100-115 ਟਨਸ। ਤੇ ਦੂਜੇ ਪਾਸੇ ਅਸੀਂ ਹੁਣ, ਮੈਂ ਦੇਖਦਾ ਬੜਾ ਵੀ ਦਿਲ ਦੁਖਦਾ ਵੀ ਸਾਡੇ ਦੁਕਾਨਦਾਰਾਂ ਨੇ, ਪਹਿਲਾਂ ਇੱਕ ਹੁੰਦੀ ਸੀਗੀ ਇੱਥੇ ਇੱਕ ਦੁਕਾਨ ਹੈਗੀ ਆ ਇੱਥੇ ਇੰਗਲੈਂਡ 'ਚ, ਉਹਦਾ ਨਾਂ ਕਿਸੇ ਆਪਣੇ ਸਿੰਘ ਕਰ ਰਿਹਾ, ਲੌਂਡਿਸ ਆ ਕੋਈ, ਉਹਦਾ ਪਤਾ ਨਹੀਂ ਕਿਹੜਾ, ਚੇਤਾ ਭੁੱਲ ਗਿਆ ਨਾ, ਉਹਨੇ ਨੋਟਿਸ ਲਾਇਆ ਆ, ਅਸੀਂ ਸਿੱਖਿਆ, ਅਸੀਂ ਪੰਜਾਬੀਆਂ, ਅਸੀਂ ਪ੍ਰਾਈਸ ਨਹੀਂ ਵਧਾ ਰਹੇ, ਜਿਹੜਾ ਕੋਈ ਬਜ਼ੁਰਗ ਆ, ਜਿਹੜਾ ਕੋਈ ਬਿਮਾਰ ਆ ਸਾਡੇ ਕਮਿਊਨਿਟੀ ਵਿੱਚ, ਸਾਨੂੰ ਮਿਲੋ ਆ ਕੇ, ਤੇ ਅਸੀਂ ਉਹ ਤੁਹਾਡੇ ਘਰ ਵੀ ਛੱਡ ਕੇ ਆਵਾਂਗੇ ਸਾਰਾ ਕੁਛ, ਤੇ ਪ੍ਰਾਈਸ ਨਹੀਂ ਅਸੀਂ ਵਧਾਉਣੀ। ਅੱਜ ਥਾਂ ਦੇਖਦੇ ਹਾਂ ਭਈ ਕਿੰਨਾ ਲਾਲਚ। ਹਾਲ ਤੱਕ ਬਿਮਾਰੀ ਇੰਗਲੈਂਡ ਦੇ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ ਤਾਂ ਕਹਿ ਲਓ ਸ਼ੁਰੂ ਹੋਈ ਆ। ਇਟਲੀ ਵਿੱਚ ਤਾਂ ਬਹੁਤ ਬੁਰਾ ਹਾਲ। ਇਟਲੀ ਵਿੱਚ ਤਾਂ ਦੇਖੋ ਹੁਣ ਮੇਰੇ ਖਿਆਲ ਜਿੰਨੇ ਬੰਦੇ ਕਰੋਨਾ ਵਾਇਰਸ ਕਰਕੇ ਇਟਲੀ 'ਚ ਮਰ ਗਏ ਆ, ਉਹਨੇ ਚੀਨ 'ਚ ਵੀ ਨਹੀਂ ਮਰੇ। ਪਰ ਤੁਸੀਂ ਜਿਹੜੇ ਦੁਕਾਨਦਾਰ ਆ,
ਜਿਹੜੇ ਭਈ ਇਸ ਵੇਲੇ ਜਿਹੜੇ ਭਈ ਕਈ ਬੰਦੇ ਹੈਗੇ ਆ ਜਿਹੜੇ ਆਪਣੇ ਹੁਣ ਡਰ ਆ ਮੇਰਾ ਕੰਮ ਨਾ ਗਵਾਚ ਹੋ ਜਾਵੇ। ਆ ਕੋਈ ਜੋਬ ਕਿਸੇ ਦੀ ਕੋਈ ਜੋਬ ਵੀ ਜਾ ਸਕਦੀ, ਕਿੰਨੀਆਂ ਜੋਬਾਂ ਜਾਊਗੀਆਂ। ਕਈ ਗਰੀਬ ਵੀ ਆ, ਕਈ ਬੰਦੇ ਆਪਣੇ ਗਰੀਬੀ ਇੰਨੀ ਗਰੀਬੀ ਆ ਉਹ ਆਪਣੇ ਘਰ ਦੇ ਵਿੱਚ ਤੇ ਅਸੀਂ ਕਹਿੰਦੇ ਜਾ ਕੇ ਚਲੋ 2 ਬੈਗ ਲੈ ਆਓ ਜਾਂ ਕੋਈ ਵਾਧੂ ਖਾਣਾ ਲੈ ਆਓ, ਵਾਧੂ ਖਾਣਾ ਨਹੀਂ ਲਿਆ ਸਕਦੇ। ਉਹ ਜਿੰਨਾ ਪੈਸਾ ਹੁੰਦਾ ਜੇਬ 'ਚ ਉਹਨਾਂ ਵਿਚਾਰਾ ਲਿਆ ਸਕਦੇ ਆ। ਤਾਂ ਜਦੋਂ ਤੁਹਾਡੇ ਵਰਗੇ ਹੋ ਜਾਂਦੇ ਜਿਹੜੇ ਵੀ ਲਾਲਚੀ ਪੰਜਾਬੀ ਸਿੱਖ ਦੁਕਾਨਦਾਰ ਜਿਨ੍ਹਾਂ ਨੇ ਆਟੇ ਦੀਆਂ ਪ੍ਰਾਈਸਾਂ ਡਬਲ ਤੋਂ ਤਿੱਗਣੀਆਂ ਚੌਗਣੀਆਂ ਕਰ ਦਿੱਤੀਆਂ, ਜਿਹਨੇ ਦਵਾਈਆਂ ਡਬਲ ਤੋਂ ਵੀ ਉੱਪਰ ਕਰ ਦਿੱਤੀਆਂ, ਜਿਨ੍ਹਾਂ ਨੇ ਸਬਜ਼ੀਆਂ ਆਮ ਖਾਣਾ ਪੀਣਾ ਇੰਨਾ ਮਹਿੰਗਾ ਕਰ ਦਿੱਤਾ, ਉਹ ਪੈਸੇ ਤੁਹਾਨੂੰ ਕਿੱਦਾਂ ਬਚੂਗੇ? ਮੈਂ ਸਮਝਦਾ ਜੇ ਪਿੱਛੋਂ ਤੁਹਾਡੀਆਂ ਪ੍ਰਾਈਸਾਂ ਵਧਣ ਉਹ ਪੈਸੇ ਤੁਹਾਡੇ ਕਿੱਦਾਂ ਬਚੂਗੇ ਦੱਸੋ? ਤੁਸੀਂ ਕਿੱਥੇ ਲੈ ਕੇ ਜਾਓਗੇ ਇੰਨਾ ਪੈਸਾ? ਹੁਣ ਮੈਨੂੰ ਕੋਈ ਦੱਸਦਾ ਸੀਗਾ ਇੱਕ ਦੁਕਾਨਦਾਰ ਦੀ ਸੇਲ ਹੁੰਦੀ ਸੀ 300-400 ਪਾਉਂਡ ਹੁੰਦੀ ਸੀ, ਹੁਣ 1000 ਤੋਂ ਹੋ ਗਈ ਆ। ਮੈਂ ਕਿਹਾ ਉਹਦੇ 1 ਲੱਖ ਵੀ ਹੋ ਜਾਊਗੀ ਨਾ ਉਹਲੇ ਉਹ ਵੀ ਘੱਟ ਆ, ਕਿਉਂਕਿ ਜਿਹੜਾ ਲਾਲਚ ਹੁੰਦਾ ਲਾਲਚ ਤੁਹਾਨੂੰ ਬਚਦਾ ਨਹੀਂਗਾ। ਬੰਦਾ ਲਾਲਚੀ ਕਦੀ ਖੁਸ਼ ਨਹੀਂ ਰਹਿੰਦਾ। ਉਹੀ ਗੱਲ ਬਣ ਜਾਂਦੀ ਜਦੋਂ ਵੀ ਕੁੱਤਾ ਆਪਣੀ ਪੂਛ ਕੋਸ਼ਿਸ਼ ਕਰਦਾ ਫੜਨ ਦੀ ਨਾ, ਫੜਨੀ ਹੁੰਦੀ, ਘੁੰਮੀ ਜਾਣਾ, ਉਹ ਜ਼ਿੰਦਗੀ ਬਣ ਜਾਂਦੀ ਆ। ਤੁਸੀਂ ਵੀ ਆਪਣਾ ਮੜ ਜਾ ਦੇਖੋ ਖਾਲਸਾ ਏਡ ਹੋਰ ਵੀ ਜਥੇਬੰਦੀਆਂ ਸਿੱਖਾਂ ਦੀਆਂ ਦੁਨੀਆ 'ਚ ਕੀ ਨਾਂ ਆ, ਨਾ ਕਿੱਦਾਂ ਕਮਾਇਆ ਸਿੱਖਾਂ ਲਈ, ਆਪਣੇ ਲਈ, ਸਿੱਖਾਂ ਲਈ ਸੇਵਾ ਕਰਕੇ। ਲੰਗਰ ਚੱਲਦੇ ਦੁਨੀਆ ਦੇ ਵਿੱਚ ਸੇਵਾ ਕਰਕੇ, ਥਾਂ ਲੰਗਰ ਚੱਲਦੇ ਸੇਵਾ ਕਰਕੇ। ਤੁਸੀਂ ਤਾਂ ਆਪਣੀਆਂ ਪ੍ਰਾਈਸਾਂ ਵੀ ਨੋਰਮਲ ਰੱਖ ਸਕਦੇ। ਜਿਹੜਾ ਤੁਹਾਡਾ ਨਫਾ ਪਹਿਲਾਂ ਹੀ ਆ ਤੁਹਾਨੂੰ ਉਹ ਵੀ ਨਹੀਂ ਬਚਦਾ, ਉਹ ਤੋਂ ਵੀ ਤੁਸੀਂ ਹੁਣ ਉਹ ਤੋਂ ਵੀ ਲਾਲਚ ਦਾ ਵੀ ਅੰਤ ਹੀ ਹੈ ਨਹੀਂ ਤੁਹਾਡਾ ਕੋਈ। ਜਿੱਥੇ ਵੀ ਆਪਣੇ ਪੰਜਾਬੀ ਸਿੱਖਾਂ ਨੇ ਦੁੱਗਣੀ ਤਿੱਗਣੀ ਪ੍ਰਾਈਸ ਕੀਤੀ ਆਟੇ ਦੀ, ਦਾਲਾਂ ਦੀ, ਸਬਜ਼ੀਆਂ ਦੀ, ਉਹ ਜਾ ਕੇ ਫੋਟੋ ਖਿੱਚੋ, ਉਹ ਲਾਵੋ ਜਾਂ ਪਹਿਲਾਂ ਪੁੱਛੋ ਜਾ ਕੇ ਵੀਡੀਓ ਜਾ ਕੇ ਉਹਨੂੰ ਪੁੱਛੋ ਕੈਮਰਾ ਕੇ ਵੀ ਦੇਖੋ ਤੁਸੀਂ ਅੰਕਲ ਜੀ ਆਂਟੀ ਜੀ ਆਟਾ ਤੁਸੀਂ ਪਹਿਲਾਂ ਲਾਇਆ ਸੀ $10 ਦਾ ਤੇ ਹੁਣ ਤੁਸੀਂ 20 25 30 ਦਾ ਲਾਤਾ, 40 ਦਾ ਲਾਤਾ। ਦੱਸੋ ਤੁਹਾਨੂੰ ਆਪਣੀ ਇਨਵੋਇਸ ਦਿਖਾ ਲਓ, ਤੁਹਾਡੀ ਪ੍ਰਾਈਸ ਵੱਧ ਗਈ ਆ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਅਸੀਂ ਨਹੀਂ ਕਹਿੰਦੇ ਜਾ ਕੇ ਫ੍ਰੀ ਦੇਵੋ ਭਈ ਤੁਹਾਡਾ ਸਤਿਆਨਾਸ਼ ਹੋਵੇ, ਤੁਹਾਡਾ ਬਿਜ਼ਨਸ ਘੱਟ ਹੋਵੇ। ਅਸੀਂ ਕਹਿੰਦੇ ਤੁਸੀਂ ਪ੍ਰਾਈਸ ਆਪਣੀ ਬਰਾਬਰ ਰੱਖੋ। ਜਿਹੜੀ ਪ੍ਰਾਈਸ ਆ ਜੇ ਤੁਸੀਂ 20-25% ਲਾ ਲਓ, ਪਰ ਤੁਸੀਂ ਤਾਂ ਬਿਲਕੁਲ ਸਾਡਾ ਤਮਾਸ਼ਾ ਹੀ ਬਣਾ ਦਿੱਤਾ ਸਾਡੀ ਕੌਮ ਦਾ, ਆਪਣੀ ਪੰਜਾਬੀਆਂ ਦਾ। ਜਿਹੜੇ ਪੰਜਾਬੀ ਦਿਲ ਵੱਡੇ, ਘਰ ਖੁੱਲੇ, ਲੰਗਰ ਚੱਲਦੇ ਅੱਜ ਸਾਡੀਆਂ ਦੁਕਾਨਾਂ ਦੇ ਵਿੱਚ। ਮੈਂ ਫੇਰ ਕਹਿਣਾ ਚਾਹੁੰਦਾ ਕਈ ਦੁਕਾਨਾਂ ਹੈਗੀਆਂ ਉਹ ਦੁਕਾਨਾਂ ਬਹੁਤ ਵਧੀਆ, ਉਹ ਪ੍ਰਾਈਸ ਨਹੀਂ ਉਹਨਾਂ ਨੇ ਕੀਤੀ, ਪ੍ਰਾਈਸ ਨਹੀਂ ਵਧਾਈ ਉਹਨਾਂ ਨੇ। ਪਰ ਕਈ ਦੁਕਾਨਾਂ ਇੰਨਾ ਲਾਲਚ ਆ, ਮੈਨੂੰ ਇੰਨੇ ਮੈਸੇਜ ਆ ਰਹੇ ਆ ਕੈਨੇਡਾ, ਅਮਰੀਕਾ ਤੋਂ, ਇੰਗਲੈਂਡ ਤੋਂ ਵੀ ਦੇਖੋ ਰਵੀ ਭਾਜੀ ਦੇਖੋ ਇੰਨਾ ਆਟਾ ਕਰ ਦਿੱਤਾ ਸੀ, ਕੀ ਕਰੀਏ, ਸਾਨੂੰ ਮਿਲਦਾ ਨੀਗਾ। ਜੇ ਕੋਈ ਤੁਹਾਡੀ ਜ਼ਿਆਦਾ ਗਰੀਬੀ ਆ, ਤੁਸੀਂ ਇੰਗਲੈਂਡ ਦੇ ਵਿੱਚ ਆ, ਅਮਰੀਕਾ ਵਿੱਚ ਆ, ਕੈਨੇਡਾ ਵਿੱਚ ਆ, ਪਰ ਜਿਹੜੇ ਪੈਸੇ ਵਾਲੇ ਫਾਇਦਾ ਨਹੀਂ ਉਠਾ ਸਕਦੇ, ਕੋਈ ਜ਼ਿਆਦਾ ਗਰੀਬੀ ਸਾਨੂੰ ਕੰਟੈਕਟ ਕਰੋ। ਜਿਹੜੇ ਜ਼ਿਆਦਾ ਗਰੀਬ ਆ ਸਾਡੇ ਉਹ ਵੀ ਬੰਦੇ ਹੈਗੇ ਅਮੀਰ ਆ ਜਿਹੜੇ ਸਾਨੂੰ ਕਹਿੰਦੇ ਵੀ ਸਾਨੂੰ ਦੇਵੋ, ਤੁਹਾਡੇ ਘਰ ਆ ਕੇ ਚੈੱਕ ਕਰਾਂਗੇ। ਕੋਈ ਭੁੱਖਾ ਨਹੀਂ ਮਰੂਗਾ, ਅਸੀਂ ਆਪ ਜੋ ਮਰਜ਼ੀ ਸਾਨੂੰ ਹੋਵੇ, ਕੋਈ ਭੁੱਖਾ ਨਹੀਂ ਮਰੂਗਾ। ਪਰ ਸਾਡੀ ਕੌਮ ਅੱਜ ਇੰਨੀ ਤਕੜੀ ਕੌਮ, ਬਸ ਇੱਕ ਬਿਮਾਰੀ ਆ ਗਈ। ਸਾਡੇ ਗੁਰੂਆਂ ਨੇ ਜਾ ਕੇ ਬਿਮਾਰੀ ਜਿੱਥੇ ਫੈਲੀ ਜਾ ਕੇ ਸੇਵਾ ਕੀਤੀ, ਸਾਡੇ ਗੁਰੂਆਂ ਨੇ ਜਾ ਕੇ ਜੰਗ ਲੜੇ, ਸਾਡੇ ਗੁਰੂਆਂ ਨੇ ਕੁਛ ਨਹੀਂ ਰੱਖਿਆ ਜੇਬ ਦੇ ਵਿੱਚ। ਅਸੀਂ ਕਹਿੰਦੇ ਤੁਸੀਂ ਆਪਣਾ ਨਫਾ ਰੱਖ ਲਓ, ਆਪਣਾ ਪ੍ਰੋਫਿਟ ਰੱਖ ਲਓ, ਤੁਸੀਂ ਹੋਰ ਕਾਹਦੇ ਘੜੀ ਵਧਾਈ ਜਾਂਦੇ ਆ। ਹੁਣ ਜਿਹੜੇ ਹੱਥ ਧੋਣ ਵਾਲੇ ਹੁੰਦੇ, ਜਿਹੜੇ ਹੈਂਡ ਸੈਨੀਟਾਈਜ਼ਰ, UK, ਇੰਗਲੈਂਡ, ਅਮਰੀਕਾ ਵਿੱਚ ਸਾਡੇ ਬੰਦਿਆਂ ਨੇ ਜਿਹੜੇ 2-3 ਪਾਉਂਡ ਦੀ ਚੀਜ਼ ਹੁੰਦੀ ਆ 25-25 30-30 ਪਾਉਂਡ ਦੀ ਲਈ ਉਹ ਵੀ ਛੇਤੀ ਨਫਾ ਬਣਾ ਲਈਏ। ਤੇ ਲੋਕ ਡਰਦੇ ਆ, ਲੋਕ ਵਿਚਾਰੇ ਐਸੇ ਵੇਲੇ ਬਹੁਤ ਗੰਭੀਰਤਾ ਵਿੱਚ ਆ, ਬਹੁਤ ਹੀ ਦੁੱਖ ਆ ਉਹਨਾਂ ਨੂੰ, ਬਹੁਤ ਡਰਦੇ ਆ। ਉਹਨੀ 25 ਲੋਕ ਦਿੰਦੇ ਵੀ ਆ। ਸਾਡੇ ਵਰਗੇ ਜਿਹੜੇ ਪਰਿਵਾਰ ਆ, ਸਾਡੇ ਬਜ਼ੁਰਗ ਆ, ਸਾਡੀ ਮਾਂ ਬਜ਼ੁਰਗ ਆ, ਸਾਡੇ ਬੱਚੇ ਵੀ ਬਿਮਾਰ ਹੋ ਸਕਦੇ ਫੈਮਿਲੀ ਵਿੱਚ, ਉਹ ਦੇ ਰਹੇ ਆ ਕਿਉਂਕਿ ਉਹ ਡਰਦੇ ਆ ਵਿਚਾਰੇ ਵੀ ਸਾਨੂੰ ਕੁਛ ਨਾ ਹੋ ਜਾਵੇ। ਜੇ ਤੁਸੀਂ ਲੰਗਰ ਨਹੀਂ ਚਲਾ ਸਕੇ, ਤੁਸੀਂ ਸੇਵਾ ਵੀ ਨਹੀਂ ਕਰ ਸਕੇ, ਤੁਸੀਂ ਆਪਣੀ ਜਿਹੜੀ ਬਿਜ਼ਨਸ ਕਰੋ। ਪਰ ਜਿਹੜੀ ਬਿਜ਼ਨਸ 'ਚ ਤੁਸੀਂ ਅੱਜ ਤੁਰੇ ਹੋ, ਸੱਚਾ ਸੌਦਾ ਦੇਖੋ,
ਆਪਣੀ ਕੌਮ ਦਾ ਦੇਖੋ, ਜਿੱਥੇ ਸਾਡੇ ਸਿੱਖਾਂ ਦੀਆਂ ਸੰਸਥਾ ਥਾਂ ਥਾਂ ਜਾ ਕੇ ਇਸ ਵੇਲੇ ਲੰਗਰ ਲੈ ਕੇ ਤੁਰੇ ਹੋ ਆ, ਸਾਡੀ ਇੰਡੀਆ ਦੀ ਟੀਮ ਹੋਵੇ, ਪੰਜਾਬ ਦੀ ਟੀਮ ਹੋਵੇ, ਅਸੀਂ ਇੱਥੇ ਯੂਕੇ ਵਿੱਚੋਂ ਗਰੀਬਾਂ ਨੂੰ ਫ੍ਰੀ ਖਾਣਾ ਲਿਆ ਕੇ ਖਰੀਦ ਕੇ ਅਸੀਂ ਫ੍ਰੀ ਲੰਗਰ ਦਿੰਦੇ। ਆ ਲਓ ਜੀ, ਗੋਰੇ ਹੋਣ ਚਿੱਟੇ ਹੋਣ ਜੇ ਮਰਜ਼ੀ ਹੋਣ ਈਸਾਈ ਹੋਣ, ਕਿਉਂਕਿ ਇਸ ਵੇਲੇ ਜਿਹੜੇ 2-3 ਮਹੀਨੇ ਲੰਘਣੇ ਆ ਬਹੁਤ ਔਖੇ ਲੰਘਣੇ ਆ। ਜਿਹੜੇ ਇਟਲੀ ਸਿੱਖ ਰਹਿੰਦੇ ਤੁਹਾਨੂੰ ਦੱਸ ਦੂਗਾ ਕਿੰਨਾ ਔਖਾ ਆ। ਪੰਜਾਬ ਦੇ ਇੰਡੀਆ 'ਚ ਇੰਨੀ ਫੈਲੀ ਨਹੀਂ ਹਾਲੇ ਤੱਕ ਬਿਮਾਰੀ ਜਿੰਨੀ ਫੈਲ ਸਕਦੀ ਆ। ਫਿਰ ਤੁਸੀਂ ਕੀ ਕਰੋਗੇ? ਹਰ ਇੱਕ ਦੁਕਾਨ ਦਾ ਜਿਹੜਾ ਇੰਨੀ ਛਿੱਲ ਲਾਉਂਦਾ ਹੈ ਆਪਣੀ ਸੰਗਤ ਦੀ ਤੇ ਲੋਕਾਂ ਦੀ, ਉਹਨੂੰ ਸਵਾਲ ਪੁੱਛੋ। ਜਦੋਂ ਟਾਈਮ ਆ ਗਿਆ, ਜਦੋਂ ਇਹ ਵਾਇਰਸ ਪਿੱਛੇ ਹਟ ਗਈ, ਜਦੋਂ ਬਿਮਾਰੀ ਹਟ ਗਈ, 2-3 ਮਹੀਨੇ ਦੀ ਗੱਲ ਆ, 4 ਮਹੀਨੇ ਕਹ ਲਓ, 5 ਮਹੀਨੇ, ਇਹ ਦੁਕਾਨਾਂ ਨੂੰ ਤੁਸੀਂ ਬੋਇਕਾਟ ਕਰੋ, ਮੁੜ ਕੇ ਨਾ ਜਾਓ ਦੁਕਾਨਾਂ ਦੇ। ਜਿਹੜੀ ਇਸ ਵੇਲੇ ਸਾਨੂੰ ਜਿੱਥੇ ਲੋੜ ਆ ਛਿੱਲ ਆ ਰਹੀ ਆ, ਉਹ ਦੁਕਾਨਾਂ ਨੂੰ ਤੁਸੀਂ ਦੂਰ ਰਹੋ। ਦੁਕਾਨਾਂ ਤੋਂ ਤੁਸੀਂ ਮੁੜ ਕੇ ਜਾਣਾ ਦੁਕਾਨਾਂ ਬੰਦ ਹੀ ਹੋ ਜਾਣ, ਚੰਗਾ ਹੋ ਜਾਊਗਾ। ਕਿਉਂਕਿ ਇੱਕ ਪਾਸੇ ਲੁੱਟਮਾਰ, ਦੂਜੇ ਪਾਸੇ ਬੇਇੱਜ਼ਤੀ। ਇੱਕ ਪਾਸੇ ਮੈਂ ਤੁਹਾਨੂੰ ਜਿੱਦਾਂ ਕਿਹਾ, ਇੱਕ ਪਾਸੇ ਲੰਗਰ ਛਕਾਉਣ ਦੀ ਦੁਨੀਆ ਨੂੰ ਜਾ ਕੇ ਸਾਰੇ ਦੁਨੀਆ ਵਿੱਚ, ਤੇ ਦੂਜੇ ਜਾ ਕੇ ਤੁਸੀਂ ਜਦ ਵੀ ਪ੍ਰਾਈਸ ਤਾਂ ਇੰਨੀਆਂ ਵਧਾਈ ਜਾਂਦੇ ਆ ਵੀ ਆਮ ਬੰਦਾ ਕੋਈ ਇੱਥੇ ਪੈਸੇ ਆਟਾ ਉਟਾ ਡਰਦਾ ਖਰੀਦ ਨਹੀਂ ਸਕਦੇ। ਸੋ ਜਿਹੜੀਆਂ ਸਬਜ਼ੀਆਂ ਦਾਲਾਂ ਜਿਹੜੇ ਭਈ ਲੰਗਰ 'ਚ ਰੋਜ਼ ਚੱਲਦੀਆਂ, ਹੁਣ ਲੰਗਰ ਵੀ ਬੰਦ ਹੋ ਗਏ ਕਿਉਂਕਿ ਗੌਰਮੈਂਟ ਦੇ ਆਰਡਰ ਆ ਗਏ ਥਾਂ ਥਾਂ ਤੇ ਭਈ ਥੋੜ੍ਹੇ ਬੰਦੇ ਇਕੱਠੇ ਨਹੀਂ ਹੋ ਸਕਦੇ। ਜਿੱਥੇ ਤੁਸੀਂ ਆਪਣੇ ਸੇਵਾ ਕਰ ਸਕਦੇ, ਜੇ ਆਪਣੇ ਤੁਹਾਡੇ ਕਮਿਊਨਿਟੀ ਵਿੱਚ, ਮੇਰਾ ਇਹੀ ਚੈਲੰਜ ਹੈ, ਤੁਸੀਂ ਅਮਰੀਕਾ, ਕੈਨੇਡਾ, ਯੂਕੇ, ਜਿੱਥੇ ਸਾਡੀ ਟੀਮ ਆ, ਇੰਡੀਆ, ਕੋਈ ਵੀ ਗਰੀਬ ਆ ਉਹਨੂੰ ਰੋਟੀ ਨਹੀਂ ਮਿਲ ਰਹੀ, ਤੁਹਾਨੂੰ ਪੁੱਛੋ ਵੀ ਆਹ ਗਰੀਬ ਸਾਡੀ ਗਲੀ ਦਾ ਗਰੀਬ ਆ, ਇਹ ਟਾਈਮ ਆ ਗਿਆ ਤੁਹਾਡੇ ਵੰਡ ਕੇ ਛਕਣ ਦਾ। ਹੁਣ ਇੱਕ ਬਿਮਾਰੀ ਜਿਹੜੀ 2-3-4 ਮਹੀਨਿਆਂ ਨੂੰ ਇਫੈਕਟ ਕਰੂਗੀ, ਅਸੀਂ 3-4 ਮਹੀਨੇ ਆਪਣੀ ਜ਼ਿੰਦਗੀ ਵਿੱਚ ਕੱਢ ਨਹੀਂ ਸਕਦੇ ਭਈ ਅਸੀਂ ਆਪਣੇ ਇਲਾਕੇ ਦੇ ਗਰੀਬਾਂ ਨੂੰ, ਆਪਣੇ ਗਲੀ ਦੇ ਗਰੀਬਾਂ ਨੂੰ, ਆਪਣੇ ਪਿੰਡ ਦੇ ਗਰੀਬਾਂ ਨੂੰ ਨਾਲ ਰੱਖੀਏ, ਆਪਣੇ ਨਾਲ ਲਾਈਏ। ਤੁਸੀਂ ਇਕੱਲੇ ਨਹੀਂ ਗਏ। ਜੇ ਇੱਕ ਪਰਿਵਾਰ ਤੁਹਾਡੀ ਗਲੀ 'ਚ 4-5 ਬੱਚੇ ਆ, ਉਹ ਵਿਚਾਰਾ ਮਜ਼ਦੂਰ ਆ, ਹੁਣ ਸਾਰਾ ਕੰਮ ਬੰਦ ਹੋ ਗਿਆ, ਉਹਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਨਹੀਂਗਾ। ਤੁਸੀਂ ਉਹਦੇ ਕੋਲ ਜਾਓ, ਭਾਈ ਦੱਸੋ ਤੁਹਾਨੂੰ ਕੀ ਲੋੜ ਆ। ਜੇ ਤੁਸੀਂ ਨਹੀਂ ਕਰ ਸਕਦੇ ਉਹ ਖਾਣ ਪੀਣ ਦੀ ਲੋੜ, ਫਿਰ ਖਾਲਸਾ ਨੂੰ ਮੈਸੇਜ ਕਰੋ, ਸਾਡੇ ਪਰਿਵਾਰ ਆ ਗਲੀ ਦੇ ਵਿੱਚ ਬਹੁਤ ਬੁਰਾ ਹਾਲ ਆ, ਬੱਚੇ ਆ, ਯੰਗ ਆ, ਬਜ਼ੁਰਗ ਆ, ਰੋਟੀ ਦੀ ਮਾੜੀ ਜਿਹੀ ਡਿਫੀਕਲਟ ਆ ਗਈ ਆ ਕਿਉਂਕਿ ਕੰਮ ਹੈ ਨਹੀਂਗਾ। ਅਸੀਂ ਜਾ ਕੇ ਜੋ ਮਰਜ਼ੀ ਹੋ ਜਾਵੇ, ਕਿਉਂਕਿ ਸੰਗਤ ਸਾਡੇ ਨਾਲ ਆ, ਅਸੀਂ ਜਾ ਕੇ ਲੰਗਰ ਫੜਾਵਾਂਗੇ ਜਿੰਨੀ ਮਰਜ਼ੀ ਬਿਮਾਰੀ ਹੋਵੇ। ਪਰ ਜਿਹੜੀਆਂ ਸਾਡੀਆਂ ਦੁਕਾਨਾਂ ਇਸ ਵੇਲੇ, ਮੈਨੂੰ ਬੜਾ ਗੁੱਸਾ ਆਇਆ ਦੇਖ ਕੇ, ਬਹੁਤ ਗੁੱਸਾ ਆਇਆ ਦੇਖ ਕੇ, ਭਈ ਕੋਈ ਅੰਤ ਨਹੀਂ ਛੱਡਿਆ। ਕੋਈ ਸ਼ਰਮ ਹੀ ਤੁਹਾਨੂੰ ਹੈ ਨਹੀਂ ਭਈ ਤੁਸੀਂ ਇੰਨੀਆਂ ਪ੍ਰਾਈਸਾਂ ਵਧਾ ਦਿੱਤੀਆਂ, ਤੇ ਮਗਰੋਂ ਤੁਸੀਂ ਮੂੰਹ ਕਿੱਦਾਂ ਦਿਖਾ ਲਓਗੇ। ਜਦੋਂ ਤੁਸੀਂ ਗੁਰਦੁਆਰੇ 'ਚ ਮੱਥਾ ਟੇਕੋਗੇ, ਤੇ ਮੱਥਾ ਤੁਸੀਂ ਕਿਹਨੂੰ ਟੇਕਦੇ ਆ? ਤੁਸੀਂ ਮੱਥਾ ਕਿਹਨੂੰ? ਗੋਲਕ ਨੂੰ ਟੇਕਦੇ ਆ, ਗੁਰੂ ਨੂੰ ਟੇਕਦੇ ਆ, ਆਪਣੇ ਬਟੂਆਂ ਨੂੰ ਟੇਕਦੇ ਆ। ਸ਼ਰਮ ਕਰੋ, ਥੋੜ੍ਹੀ ਸ਼ਰਮ ਕਰੋ, ਬਸ ਥੋੜ੍ਹੀ ਸ਼ਰਮ ਕਰੋ ਜਦੋਂ ਤੁਸੀਂ ਪੈਸੇ ਵਧਾਉਣੇ ਆ। ਜਿਹੜਾ ਭਈ $10 ਦਾ, 10 ਪਾਉਂਡ ਦਾ, ਚਲੋ 12 ਦਾ ਹੋ ਗਿਆ, 13 ਦਾ ਹੋ ਗਿਆ, ਚਲੋ 20-30% ਹੋ ਗਿਆ, ਆਪਣਾ ਕੱਢ ਲਓ ਮੜ ਜਾ। ਪਰ ਜੇ ਤੁਸੀਂ ਤੁਸੀਂ ਪ੍ਰਾਈਸ ਵਧਾਉਣੀ ਆ, ਭਈ ਲੋਕਾਂ ਦੀ ਛਿੱਲ ਲਾਉਣੀ ਆ, ਪਰ ਤੁਸੀਂ ਕਿੱਦਾਂ ਇੱਕ ਆਪਣਾ ਮੂੰਹ ਤੁਸੀਂ ਸ਼ੀਸ਼ੇ ਕਿੱਦਾਂ ਦੇਖਦੇ ਆ? ਦੂਜੇ ਤੁਹਾਨੂੰ ਕੀ ਦੇਖਦੇ ਪਿਆ? ਦੇਖੋ ਜੀ, ਇਹ ਦੁਕਾਨਦਾਰ ਆ, ਕੋਈ ਤੁਹਾਡੀ ਇੱਜ਼ਤ ਨਹੀਂ ਗੀ, ਤੁਹਾਡੀ ਕੋਈ ਕਮਾਈ ਨਹੀਂ ਦੁਨੀਆ 'ਚ। ਫਿਰ ਤੁਹਾਡੀ ਪੈਸੇ ਦੀ ਕਮਾਈ ਆ, ਉਹ ਕੁਛ ਨਹੀਂ ਬਣਨੀ ਤੁਹਾਡੀ ਪੈਸੇ ਦੀ ਕਮਾਈ। ਜੇ ਤੁਸੀਂ ਅੱਜ, ਮੈਂ ਮੁੜ ਕੇ ਫੇਰ ਕਹਿੰਦਾ, ਮੈਂ ਨਹੀਂ ਕਹਿੰਦਾ ਜਾ ਕੇ ਆਪਣੀ ਦੁਕਾਨਾਂ ਖਾਲੀ ਕਰਕੇ ਫ੍ਰੀ ਦੇਵੋ ਲੋਕਾਂ ਨੂੰ। ਮੈਂ ਕਹਿੰਦਾ ਤੁਸੀਂ ਲਾਲਚ ਦਾ ਇੱਕ ਅੰਤ ਆ ਹੁੰਦਾ। ਇਹ ਤਾਂ ਹੱਦ ਤੋਂ ਵੀ ਪਹੁੰਚ ਗਿਆ ਉੱਪਰ, ਪੇ ਇੰਨੀ ਕੀਮਤ ਵਧਾ ਦਿੱਤੀ। ਸਪੈਸ਼ਲੀ ਕੈਨੇਡਾ, ਅਮਰੀਕਾ ਵਿੱਚ ਮੇਰਾ ਮੈਸੇਜ ਆ ਆਪਣੇ ਪੰਜਾਬੀ ਸਿੱਖਾਂ, ਤੁਸੀਂ ਜਿਹੜੇ ਤੁਹਾਡੇ ਪੰਜਾਬੀ ਸਿੱਖ ਭਰਾ ਜਿਹਨਾਂ ਕੋਲ ਦੁਕਾਨਾਂ, ਨੂੰ ਟੈਗ ਕਰੋ। 20-30% ਲਾਉਣਾ ਵਾਧੂ, ਚਲੋ ਲਾ ਲਓ, ਠੀਕ ਆ। ਇਸ ਸਮਾਂ ਮੜ ਜਾ ਔਖਾ ਕਹਿਣਾ ਪਈ 20, ਜਿਹੜਾ ਬਿਲਕੁਲ ਹੀ ਲੋਕਾਂ ਦੀ ਛਿੱਲ ਲਾ ਰਿਹਾ, ਉਹਦੀ ਫੋਟੋ ਲਾ ਕੇ ਸਟੋਰਾਂ ਦੀ ਫੋਟੋ ਲਾਵੋ, ਅਤੇ ਮਗਰੋਂ ਜਦੋਂ ਟਾਈਮ ਚੰਗਾ ਆ ਜਾਣਾ ਮੁੜ ਕੇ, ਫਿਰ ਇਹਨਾਂ ਦੁਕਾਨਾਂ ਨੂੰ ਬੰਦ ਕਰੋ। ਕਿਉਂਕਿ ਇਹ ਅੱਜ ਕੱਲ੍ਹ ਜੋ ਕਰ ਰਹੇ, ਆਪਣੀ ਬੇਇੱਜ਼ਤੀ ਕਰ ਰਹੇ, ਸਾਡੀ ਬੇਇੱਜ਼ਤੀ ਕਰ ਰਹੇ, ਕੋਈ ਇਨਸਾਨੀਅਤ ਹੈ ਨਹੀਂ ਇਹਨਾਂ ਦਿਲ ਦੇ ਵਿੱਚ, ਲਾਲਚੀ ਆ। ਇਹਨੂੰ ਚੈਲੰਜ ਕਰਨਾ ਚਾਹੀਦਾ। ਜੇ ਨਹੀਂ ਚੈਲੰਜ ਕੀਤਾ ਤਾਂ ਤੁਹਾਡੀ ਗਲਤੀ ਆ। ਉਹ ਵੀ ਪਿਆਰ ਨਾਲ ਪੁੱਛੋ ਵੀ ਦੇਖੋ, ਕੱਲ੍ਹ ਇਹ ਸੀਗੇ $2 ਦੇ ਕਿਲੋ, ਤੁਸੀਂ ਅੱਜ ਜਿਹੜੀ ਸਬਜ਼ੀ ਲਾਤੀ $6 ਦੀ, ਕਿੱਥੇ ਵੱਧ ਗਿਆ ਇੰਨੇ ਪੈਸੇ ਇੱਕਦਮ? ਸੋ
ਔਖੀ ਘੜੀ ਸਾਰਿਆਂ ਤੇ ਆਉਂਦੀ ਆ, ਔਖੀ ਘੜੀ ਹੁਣ ਸਾਰੀ ਦੁਨੀਆ ਤੇ ਆਈ ਹੋਆ। ਪਰ ਇਹਦਾ ਮਤਲਬ ਨਹੀਂ ਵੀ ਅਸੀਂ ਇਹ ਔਖੀ ਘੜੀ ਦੇ ਵਿੱਚ ਆਪਣੀ ਇਨਸਾਨੀਅਤ, ਆਪਣਾ ਧਰਮ, ਆਪਣਾ ਸਾਰਾ ਕੁਝ ਵਿਰਸਾ ਸਾਰਾ ਵੇਚ ਦਈਏ ਥੋੜ੍ਹੇ ਜਿਹੇ ਹੋਰ ਪ੍ਰੋਫਿਟ ਨੂੰ। ਅਸੀਂ ਤਾਂ ਹੁਣ ਰਿਫਿਊਜੀਆਂ ਦੀ ਮਦਦ ਕਰੀ ਜਾਣੀ, ਅਸੀਂ ਇੱਥੇ UK ਵਿੱਚ ਵੀ ਕਰੀ ਜਾਣੀ ਆ, ਇੰਡੀਆ ਵਿੱਚ ਵੀ ਕਰੀ ਜਾਣੀ ਖਾਲਸਾ ਏਡ ਨੇ। ਪਰ ਜਿਹੜੇ ਬੰਦੇ ਸਾਨੂੰ ਲੁੱਟ ਰਹੇ ਆ, ਮੈਂ ਨਾ ਕੋਈ ਮਾਫੀ ਮੰਗਣੀ, ਨਾ ਮੈਂ ਕੋਈ ਅਪੋਲੋਜਾਈਜ਼ ਕਰਨਾ। ਹੁਣ ਆਪਣੇ ਪੰਜਾਬੀ ਤੇ ਸਿੱਖ ਦੁਕਾਨਦਾਰ ਭਰਾ, ਭੈਣ ਭਰਾ ਲੁੱਟ ਰਹੇ ਆ। ਸੋ ਮੇਰੀ ਇਹ ਬੇਨਤੀ ਆ, ਜੇ ਤੁਸੀਂ ਕਰ ਰਹੇ ਸੀ ਇਹਨਾਂ ਦੇ ਕੰਮ ਵਿੱਚੋਂ ਨਿਕਲੋ। ਜੇ ਤੁਹਾਡੇ ਇਲਾਕੇ 'ਚ ਬੱਚੇ ਆ ਜਿਹਨੂੰ ਦਵਾਈ ਦੀ ਲੋੜ ਆ, ਦਵਾਈਆਂ ਲੈ ਕੇ ਦਿਓ। ਮੇਰੇ ਸਿੱਖ ਭਰਾ ਜਿਹੜੇ ਭੈਣਾਂ ਡਾਕਟਰੀ ਕਰਦੇ ਆ, ਹੈਲਥ ਪ੍ਰੋਫੈਸ਼ਨਲ ਪੰਜਾਬ ਦੇ ਵਿੱਚ ਆ, ਇੰਡੀਆ ਵਿੱਚ ਆ, ਸਪੈਸ਼ਲੀ ਜਿਹੜੇ ਇਸ ਵੇਲੇ ਭਈ ਕਹਿੰਦੇ ਵੀ ਹਾਂ ਖਤਰਾ ਹੈਗਾ ਬਿਮਾਰੀ ਦਾ, ਜਿਹੜੇ ਗਰੀਬ ਆ ਤੁਹਾਡੇ ਪਿੰਡਾਂ ਵਿੱਚ, ਇਲਾਕਿਆਂ ਵਿੱਚ ਜਾ ਕੇ ਮਦਦ ਕਰੋ। ਅਸੀਂ ਤੁਹਾਨੂੰ ਖੜੇ ਹੋਵਾਂਗੇ। ਸੋ ਸਾਡੀ ਇਹ ਬੇਨਤੀ ਆ, ਇਹ ਸਮਾਂ ਹੈਗਾ ਵੰਡ ਕੇ ਛਕਣ ਦਾ, ਸਰਬੱਤ ਦੇ ਭਲੇ ਦਾ, ਆਪਣੇ ਭਲੇ ਦਾ ਨਿਗਾ। ਸੋ ਤੁਹਾਡਾ ਬਹੁਤ ਧੰਨਵਾਦ। ਪਰ ਤੁਸੀਂ ਜਿੱਥੇ ਵੀ ਹੈਗੇ ਆ, ਜਿਹੜਾ ਮਰਜ਼ੀ ਤੁਹਾਡੀ ਗਲੀ 'ਚ ਹੈਗਾ, ਗੋਰਾ ਕਾਲਾ ਚਿੱਟਾ, ਈਸਾਈ, ਸਿੱਖ, ਮੁਸਲਿਮ, ਹਿੰਦੂ, ਉਹਨਾਂ ਨੂੰ ਦੇਖਣਾ ਜਾ ਕੇ ਵੀ ਠੀਕ ਆ। ਉਹ ਤੁਹਾਡੇ ਕੋਲ ਨਾ ਆਉਣ। ਕਈ ਬੰਦੇ ਹੈਗੇ ਆ, ਉਹ ਜ਼ਿਆਦਾ ਸਮਝਦੇ ਵੀ ਮੈਂ ਕਿਸੇ ਕੋਲ ਜਾ ਨਹੀਂ ਸਕਦਾ ਮੰਗਣਾ, ਮੈਂ ਭੁੱਖਾ ਮਰ ਜਾਵਾਂ, ਔਰ ਮੰਗਣਾ ਨਹੀਂ ਕੁਛ। ਪਰ ਜਿਹੜੇ ਤੁਹਾਡੇ ਵਰਗੇ ਆ, ਚੜ੍ਹਦੀ ਕਲਾ ਆ, ਸਿੱਖ ਸਿੰਘਣੀ ਪੰਜਾਬੀ ਆ, ਇਨਸਾਨੀਅਤ ਤੌਰ 'ਤੇ ਕਈ ਤਰ੍ਹਾਂ ਦੇ ਸਾਡੇ ਫੋਲੋਅਰ ਹੈਗੇ ਇੱਥੇ ਪੇਜ 'ਤੇ, ਮੁਸਲਮਾਨ ਆ, ਹਿੰਦੂ ਆ, ਸਿੱਖ ਆ, ਉਹ ਬੜੇ ਚੰਗੇ ਬੰਦੇ ਆ। ਤੁਸੀਂ ਜਾ ਕੇ ਆਪਣੇ ਉਹਨਾਂ ਕੋਲ ਪਹੁੰਚੋ, ਦੱਸੋ ਸਾਨੂੰ ਪਤਾ ਵੀ ਤੁਹਾਡਾ ਹੁਣ ਕੰਮ ਵੀ ਹੈ ਨਹੀਂਗਾ, ਬੱਚੇ ਵੀ ਆ, ਅਸੀਂ ਕਿੱਦਾਂ ਤੁਹਾਡੀ ਮਦਦ ਕਰ ਸਕਦੇ। ਇੱਕ ਬੋਰੀ ਆਟੇ ਲੈ ਕੇ ਦੇ ਦਿਓ ਉਹਨਾਂ ਨੂੰ, ਕੋਈ ਦਾਲ ਦੇ ਦਿਓ, ਕੋਈ ਪੁੱਛ ਲਓ ਜੇ ਕੋਈ ਬਿੱਲ ਬੁੱਲ ਉਤਾਰਨਾ ਹੋਵੇ ਐਮਰਜੈਂਸੀ ਵਿੱਚ 1-2 ਮਹੀਨੇ ਵਿੱਚ, ਪਰ ਮਦਦ ਜ਼ਰੂਰ ਕਰੋ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਸ ਮੈਂ ਪਹਿਲਾਂ ਟੈਸਟ ਕਰਨਾ ਕਿਉਂਕਿ ਮਾੜੀ ਜਿਹੀ ਪ੍ਰੋਬਲਮ ਆ ਰਹੀ ਹੈ ਇੱਥੇ ਅੱਜ ਲਾਈਵ ਕਰਨ ਦੀ। ਵੀ ਲਾਈਵ ਆ ਰਿਹਾ ਕਿ ਜੇ ਤੁਹਾਨੂੰ ਸੁਣਦਾ ਤੇ ਤੁਸੀਂ ਮਾੜਾ ਜਿਹਾ ਇੱਥੇ ਟਾਈਪ ਕਰ ਦਿਓ। ਹਾਂਜੀ ਲੱਗ ਗਿਆ ਪਤਾ। ਤੇ ਅੱਜ ਉਹੀ ਆ ਗੱਲ ਕਰਨੀ ਆ ਜੋ, ਕਿਉਂਕਿ ਹੁਣ ਜਿਹੜੀ ਕਰੋਨਾ ਵਾਇਰਸ ਇੱਕ ਬਿਮਾਰੀ ਆ, ਤੁਹਾਨੂੰ ਪਤਾ ਕਿੰਨੀ ਜ਼ਹਿਰੀਲੀ ਬਿਮਾਰੀ ਆ। ਤੇ ਇੱਕ ਸਾਡੇ ਪੰਜਾਬੀ ਤੇ ਸਾਡੇ ਸਿੱਖ ਭਰਾ ਜਿਹੜੇ ਦੁਕਾਨਦਾਰ ਆ, ਇੱਕ ਉਹਨਾਂ ਨੂੰ ਬਿਮਾਰੀ ਲੱਗੀ ਹੋਆ। ਉਹ ਬਿਮਾਰੀ ਹੈਗੀ ਲਾਲਚ ਦੀ। ਇੱਕ ਪਾਸੇ ਅਸੀਂ ਦੁਨੀਆ ਦੇ ਜਾ ਕੇ ਰਿਫਿਊਜੀਆਂ ਨੂੰ, ਭੁੱਖਿਆਂ ਨੂੰ ਪ੍ਰਸ਼ਾਦੇ, ਲੰਗਰ ਲਾ ਰਹੇ ਆ। ਦੂਜੇ ਪਾਸੇ ਤੁਸੀਂ ਜਿਹੜੇ ਦੁਕਾਨਦਾਰ ਹੈਗੇ ਲਾਲਚੀ ਜਿਹੜੇ ਨਿਕਲੇ ਆ, ਬਿਲਕੁਲ ਚੰਗੇ ਵੀ ਹੈਗੇ ਆ ਪਰ ਬਹੁਤ ਲਾਲਚੀ ਨਿਕਲੇ ਆ, ਬਿਲਕੁਲ ਕੁੱਤੇ ਦੀਆਂ ਪੂਛਾਂ ਕਹਿ ਲਓ। ਕਿਉਂਕਿ ਤੁਸੀਂ ਹੁਣ ਜਿਹੜੇ ਆਟੇ ਦੇ ਡਬਲ ਤੋਂ ਉੱਪਰ ਕਰ ਦਿੱਤਾ ਪ੍ਰਾਈਸਾਂ। ਮੈਂ ਦੇਖੀਆਂ ਕਿ ਇੱਥੇ ਦਵਾਈ, ਬੱਚਿਆਂ ਦੀ ਦਵਾਈ ਆ, ਇਹਨੂੰ ਕੈਲਪੋ ਕਹਿੰਦੇ, ਆਪਣੇ ਦੁਕਾਨਦਾਰ ਨੇ ਪਤਾ ਨਹੀਂ 25 ਜਾਂ 20-25 ਪਾਉਂਡ ਦੀ ਇੱਕ ਨਿੱਕੀ ਜਿਹੀ ਬੋਤਲ ਆਈ ਹੈ ਦਵਾਈਆਂ ਬੱਚਿਆਂ ਦੀ, ਜਿਹੜੇ ਬੱਚਿਆਂ ਦੀ ਹੁੰਦੀ ਦਵਾਈ, ਜਿਹੜੀ ਬੱਚਿਆਂ ਦੀ ਜ਼ਰੂਰ ਹੁੰਦੀ, ਪੇਨ ਕਿਲਰ ਕੈਲਪੋ। ਮੈਂ ਕੈਨੇਡਾ, ਅਮਰੀਕਾ 'ਚ ਦੇਖਿਆ ਜਿੱਥੇ ਬਈ ਆਟੇ ਦਾ ਹੁਣ ਜਿਹੜਾ ਬਈ $8-9 ਦਾ, $10 ਦਾ, $20-30-$40 ਦਾ ਕਰ ਦਿੱਤਾ। ਕੈਨੇਡਾ ਵਿੱਚ ਤੁਸੀਂ ਪਤਾ ਨਹੀਂ, ਕੋਈ ਅੰਤ ਨਹੀਂ ਗਾ। ਤੁਸੀਂ ਸੋਚੋ, ਜਿਹੜੀ ਇੱਕ ਕੌਮ ਆ ਜਿਹੜੀ ਸਰਬੱਤਾ ਭਲਾ ਮੰਗਦੀ ਆ, ਚਲੋ ਤੁਸੀਂ ਕਹਿ ਲਓ ਬਈ 20% ਲਾ ਲਿਆ, ਉੱਪਰ ਵਾਧੂ ਕਰਤਾ, 25% ਲਾਤਾ, ਚਲੋ ਠੀਕ ਆ। ਜੋ ਆਪਣਾ ਤੁਸੀਂ ਹੋਰ ਨਫਾ ਬਣਾ ਲਓ। ਜੇ ਤੁਹਾਨੂੰ ਪਿੱਛੋਂ ਪ੍ਰਾਈਸਾਂ ਨਹੀਂ ਇਨਕਰੀਜ਼ ਹੋ ਰਹੀਆਂ, ਵੱਧ ਰਹੀਆਂ, ਤੇ ਤੁਸੀਂ ਜਾ ਕੇ ਦੁਕਾਨਾਂ ਦੇ ਵਿੱਚ ਉਹ ਪ੍ਰਾਈਸਾਂ ਨੂੰ ਤੁਸੀਂ ਇੱਦਾਂ ਤਹਿ ਲਾ ਦਿੱਤੀ ਆ ਸੰਗਤ ਦੀ, ਲੋਕਾਂ ਦੀ, ਭਈ ਜਿਹੜੇ ਭਈ ਆਮ ਬੰਦੇ ਜਿਹੜੇ ਭਈ ਆਟਾ ਖਰੀਦਣ ਜਾਂਦੇ ਪਰਿਵਾਰਾਂ ਨਾਲ ਪਹਿਲਾਂ ਧੱਕੇ ਖਾਂਦੇ ਆ, ਫਿਰ ਤੁਸੀਂ ਜਾ ਕੇ ਉਹਨਾਂ ਦੀਆਂ ਪ੍ਰਾਈਸਾਂ ਉੱਪਰ ਕਰ ਦਿੱਤੀਆਂ। ਅਸੀਂ ਇਸ ਵੇਲੇ ਖਾਲਸਾ ਕੈਨੇਡਾ ਵਿੱਚ, ਅਮਰੀਕਾ ਵਿੱਚ, ਪੰਜਾਬ, ਇੰਡੀਆ ਵਿੱਚ, ਇੰਗਲੈਂਡ ਦੇ ਵਿੱਚ ਵੀ ਅਸੀਂ ਆਪ ਖਾਣਾ ਖਰੀਦ ਕੇ ਬਾਕਸਾਂ 'ਚ ਪਾ ਰਹੇ ਹਾਂ। ਕੱਲਾ ਬਾਕਸ, ਜਿਹੜਾ ਵੀ ਵਿਚਾਰਾ ਇਸ ਵੇਲੇ ਬਜ਼ੁਰਗ ਆ, ਕਰੋਨਾ ਵਾਇਰਸ ਕਰਕੇ ਬਾਹਰ ਨਹੀਂ ਜਾ ਸਕਦੇ, ਜਿਹੜਾ ਕੋਈ ਵਿਚਾਰਾ ਬਿਮਾਰ ਆ, ਜਿਹਨੂੰ ਮੈਂਟਲ ਹੈਲਥ ਆ, ਅਸੀਂ ਉਹਨੂੰ ਦੇ ਰਹੇ ਹਾਂ ਫ੍ਰੀ ਆਫ ਚਾਰਜ। ਅਸੀਂ ਕੀ ਕਰ ਰਹੇ, ਸਾਡੇ ਦੁਕਾਨਦਾਰ ਕੀ ਕਰ ਰਹੇ ਹੋ? ਬਿਲਕੁਲ ਸਤਿਆਨਾਸ਼।
ਅਸੀਂ ਪਿਛਲੇ 3-4 ਮਹੀਨੇ ਵਿੱਚ ਇਰਾਕ ਦੇ ਵਿੱਚ ਜਿਹੜੇ ਕੋਈ ਰਿਫਿਊਜੀ ਆਏ ਸੀਗੇ, 1.5 ਲੱਖ ਡਾਲਰ ਦਾ ਚੌਲ ਖਰੀਦ ਕੇ ਵੰਡੇ ਬੰਦੇ 1 ਲੱਖ ਤੋਂ 115 ਟਨਸ। ਤੇ ਦੂਜੇ ਪਾਸੇ ਅਸੀਂ ਹੁਣ ਮੈਂ ਦੇਖਦਾ ਵੀ ਬੜਾ ਵੀ ਦਿਲ ਦੁਖਦਾ ਵੀ ਸਾਡੇ ਦੁਕਾਨਦਾਰਾਂ ਨੇ ਪਹਿਲਾਂ ਇੱਕ ਹੁੰਦੀ ਸੀਗੀ ਇੱਥੇ ਇੱਕ ਦੁਕਾਨ ਹੈਗੀ ਆ ਇੱਥੇ ਇੰਗਲੈਂਡ 'ਚ, ਉਹਦਾ ਨਾਂ ਕਿਸੇ ਆਪਣੇ ਸਿੰਘ ਕਰ ਰਿਹਾ ਲੌਂਡਿਸ ਆ ਕੋਈ, ਉਹਦਾ ਪਤਾ ਨਹੀਂ ਕਿਹੜਾ ਚੇਤਾ ਭੁੱਲ ਗਿਆ ਨਾ। ਉਹਨੇ ਨੋਟਿਸ ਲਾਇਆ ਆ, ਅਸੀਂ ਸਿੱਖ ਹਾਂ, ਅਸੀਂ ਪੰਜਾਬੀ ਹਾਂ, ਅਸੀਂ ਪ੍ਰਾਈਸ ਨਹੀਂ ਵਧਾ ਰਹੇ। ਜਿਹੜਾ ਕੋਈ ਬਜ਼ੁਰਗ ਆ, ਜਿਹੜਾ ਕੋਈ ਬਿਮਾਰ ਆ ਸਾਡੇ ਕਮਿਊਨਿਟੀ ਵਿੱਚ, ਸਾਨੂੰ ਮਿਲੋ ਆ ਕੇ, ਤੇ ਅਸੀਂ ਉਹ ਤੁਹਾਡੇ ਘਰ ਵੀ ਛੱਡ ਕੇ ਆਵਾਂਗੇ ਸਾਰਾ ਕੁਝ, ਤੇ ਪ੍ਰਾਈਸ ਵੀ ਨਹੀਂ ਅਸੀਂ ਵਧਾਉਣੀ। ਅੱਜ ਥਾਂ ਥਾਂ ਦੇਖਦੇ ਹਾਂ ਵੀ ਕਿੰਨਾ ਲਾਲਚ। ਹਾਲ ਤੱਕ ਬਿਮਾਰੀ ਇੰਗਲੈਂਡ ਦੇ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ ਤਾਂ ਕਹਿ ਲਓ ਸ਼ੁਰੂ ਹੋਈ ਆ। ਇਟਲੀ ਵਿੱਚ ਤਾਂ ਬਹੁਤ ਬੁਰਾ ਹਾਲ। ਇਟਲੀ ਵਿੱਚ ਤਾਂ ਦੇਖੋ ਹੁਣ ਮੇਰੇ ਖਿਆਲ ਜਿੰਨੇ ਬੰਦੇ ਕਰੋਨਾ ਵਾਇਰਸ ਕਰਕੇ ਇਟਲੀ 'ਚ ਮਰ ਗਏ ਆ, ਉਹਨੇ ਚੀਨ 'ਚ ਵੀ ਨਹੀਂ ਮਰੇ। ਪਰ ਤੁਸੀਂ ਜਿਹੜੇ ਦੁਕਾਨਦਾਰ ਆ, ਜਿਹੜੇ ਭਈ ਇਸ ਵੇਲੇ ਜਿਹੜੇ ਭਈ ਕਈ ਬੰਦੇ ਹੈਗੇ ਆ ਜਿਹੜੇ ਆਪਣੇ ਹੁਣ ਡਰ ਆ ਮੇਰਾ ਕੰਮ ਨਾ ਗਵਾਚ ਹੋ ਜਾਵੇ, ਆ ਕੋਈ ਜੋਬ ਕਿਸੇ ਦੀ ਕੋਈ ਜੋਬ ਵੀ ਜਾ ਸਕਦੀ, ਕਿੰਨੀਆਂ ਜੋਬਾਂ ਜਾਊਗੀਆਂ। ਕਈ ਗਰੀਬ ਵੀ ਆ, ਕਈ ਬੰਦੇ ਆਪਣੇ ਗਰੀਬੀ ਇੰਨੀ ਗਰੀਬੀ ਆ ਉਹ ਆਪਣੇ ਘਰ ਦੇ ਵਿੱਚ ਤੇ ਅਸੀਂ ਕਹਿੰਦੇ ਜਾ ਕੇ ਚਲੋ 2 ਬੈਗ ਲੈ ਆਓ ਜਾਂ ਕੋਈ ਵਾਧੂ ਖਾਣਾ ਲੈ ਆਓ, ਵਾਧੂ ਖਾਣਾ ਨਹੀਂ ਲਿਆ ਸਕਦੇ। ਉਹ ਜਿੰਨਾ ਪੈਸਾ ਹੁੰਦਾ ਜੇਬ 'ਚ ਉਹਨਾਂ ਵਿਚਾਰਾ ਲਿਆ ਸਕਦੇ ਆ। ਤਾਂ ਜਦੋਂ ਤੁਹਾਡੇ ਵਰਗੇ ਹੋ ਜਾਂਦੇ ਜਿਹੜੇ ਵੀ ਲਾਲਚੀ ਪੰਜਾਬੀ ਸਿੱਖ ਦੁਕਾਨਦਾਰ, ਜਿਨ੍ਹਾਂ ਨੇ ਆਟੇ ਦੀਆਂ ਪ੍ਰਾਈਸਾਂ ਡਬਲ ਤੋਂ ਤਿੱਗਣੀਆਂ ਚੌਗਣੀਆਂ ਕਰ ਦਿੱਤੀਆਂ, ਜਿਹਨੇ ਦਵਾਈਆਂ ਡਬਲ ਤੋਂ ਵੀ ਉੱਪਰ ਕਰ ਦਿੱਤੀਆਂ, ਜਿਨ੍ਹਾਂ ਨੇ ਸਬਜ਼ੀਆਂ ਆਮ ਖਾਣਾ ਪੀਣਾ ਇੰਨਾ ਮਹਿੰਗਾ ਕਰ ਦਿੱਤਾ, ਉਹ ਪੈਸੇ ਤੁਹਾਨੂੰ ਕਿੱਦਾਂ ਬਚੂਗੇ? ਮੈਂ ਸਮਝਦਾ ਜੇ ਪਿੱਛੋਂ ਤੁਹਾਡੀਆਂ ਪ੍ਰਾਈਸਾਂ ਵਧਣ, ਉਹ ਪੈਸੇ ਤੁਹਾਡੇ ਕਿੱਦਾਂ ਬਚੂਗੇ ਦੱਸੋ? ਤੁਸੀਂ ਕਿੱਥੇ ਲੈ ਕੇ ਜਾਓਗੇ ਇੰਨਾ ਪੈਸਾ? ਹੁਣ ਮੈਨੂੰ ਕੋਈ ਦੱਸਦਾ ਸੀਗਾ ਇੱਕ ਦੁਕਾਨਦਾਰ ਦੀ ਸੇਲ ਹੁੰਦੀ ਸੀ 300-400 ਪਾਉਂਡ ਹੁੰਦੀ ਸੀ, ਹੁਣ 1000 ਤੋਂ ਹੋ ਗਈ ਆ। ਮੈਂ ਕਿਹਾ ਉਹਦੇ 1 ਲੱਖ ਵੀ ਹੋ ਜਾਊਗੀ ਨਾ, ਉਹਦੇ ਉਹ ਵੀ ਘੱਟ ਆ, ਕਿਉਂਕਿ ਜਿਹੜਾ ਲਾਲਚ ਹੁੰਦਾ, ਲਾਲਚ ਤੁਹਾਨੂੰ ਪਛਦਾ ਨਹੀਂਗਾ। ਬੰਦਾ ਲਾਲਚੀ ਕਦੀ ਖੁਸ਼ ਨਹੀਂ ਰਹਿੰਦਾ। ਉਹੀ ਗੱਲ ਬਣ ਜਾਂਦੀ ਜਦੋਂ ਵੀ ਕੁੱਤਾ ਆਪਣੀ ਪੂਛ ਕੋਸ਼ਿਸ਼ ਕਰਦਾ ਫੜਨ ਦੀ ਨਾ, ਫੜਨੀ ਹੁੰਦੀ, ਘੁੰਮੀ ਜਾਣਾ, ਉਹ ਜ਼ਿੰਦਗੀ ਬਣ ਜਾਂਦੀ ਆ। ਤੁਸੀਂ ਵੀ ਆਪਣਾ ਮਰ ਜਾ ਦੇਖੋ ਖਾਲਸਾ ਏਡ, ਹੋਰ ਵੀ ਜਥੇਬੰਦੀਆਂ ਸਿੱਖਾਂ ਦੀਆਂ ਦੁਨੀਆ 'ਚ ਕੀ ਨਾਂ ਆ, ਨਾ ਕਿੱਦਾਂ ਕਮਾਇਆ ਸਿੱਖਾਂ ਲਈ, ਆਪਣੇ ਲਈ, ਸਿੱਖਾਂ ਲਈ ਸੇਵਾ ਕਰਕੇ। ਲੰਗਰ ਚੱਲਦੇ ਦੁਨੀਆ ਦੇ ਵਿੱਚ ਸੇਵਾ ਕਰਕੇ, ਥਾਂ ਥਾਂ ਲੰਗਰ ਚੱਲਦੇ ਸੇਵਾ ਕਰਕੇ। ਤੁਸੀਂ ਤਾਂ ਆਪਣੀਆਂ ਪ੍ਰਾਈਸਾਂ ਵੀ ਨੋਰਮਲ ਰੱਖ ਸਕਦੇ। ਜਿਹੜਾ ਤੁਹਾਡਾ ਨਫਾ ਪਹਿਲਾਂ ਹੀ ਆ ਤੁਹਾਨੂੰ ਉਹ ਵੀ ਨਹੀਂ ਬਚਦਾ, ਉਹ ਤੋਂ ਵੀ ਤੁਸੀਂ ਹੁਣ ਉਹ ਤੋਂ ਵੀ ਲਾਲਚ ਦਾ ਵੀ ਅੰਤ ਹੀ ਹੈ ਨਹੀਂ ਤੁਹਾਡਾ ਕੋਈ। ਜਿੱਥੇ ਵੀ ਆਪਣੇ ਪੰਜਾਬੀ ਸਿੱਖਾਂ ਨੇ ਦੁੱਗਣੀ ਤਿੱਗਣੀ ਪ੍ਰਾਈਸ ਕੀਤੀ ਆਟੇ ਦੀ, ਦਾਲਾਂ ਦੀ, ਸਬਜ਼ੀਆਂ ਦੀ, ਉਹ ਜਾ ਕੇ ਫੋਟੋ ਖਿੱਚੋ, ਉਹ ਲਾਓ, ਜਾਂ ਪਹਿਲਾਂ ਪੁੱਛੋ ਜਾ ਕੇ ਵੀਡੀਓ ਜਾ ਕੇ ਉਹਨੂੰ ਪੁੱਛੋ ਕੈਮਰਾ ਕੇ ਵੀ ਦੇਖੋ ਤੁਸੀਂ ਅੰਕਲ ਜੀ ਆਂਟੀ ਜੀ, ਆਟਾ ਤੁਸੀਂ ਪਹਿਲਾਂ ਲਾਇਆ ਸੀ $10 ਦਾ ਤੇ ਹੁਣ ਤੁਸੀਂ 20 25 30 ਦਾ ਲਾਤਾ, 40 ਦਾ ਲਾਤਾ। ਦੱਸੋ ਤੁਹਾਨੂੰ ਆਪਣੀ ਇਨਵੋਇਸ ਦਿਖਾ ਲਓ, ਤੁਹਾਡੀ ਪ੍ਰਾਈਸ ਵੱਧ ਗਈ ਆ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਅਸੀਂ ਨਹੀਂ ਕਹਿੰਦੇ ਜਾ ਕੇ ਫ੍ਰੀ ਦੇਵੋ ਭਈ ਤੁਹਾਡਾ ਸਤਿਆਨਾਸ਼ ਹੋਵੇ, ਤੁਹਾਡਾ ਬਿਜ਼ਨਸ ਘੱਟ ਹੋਵੇ। ਅਸੀਂ ਕਹਿੰਦੇ ਤੁਸੀਂ ਪ੍ਰਾਈਸ ਆਪਣੀ ਬਰਾਬਰ ਰੱਖੋ। ਜਿਹੜੀ ਪ੍ਰਾਈਸ ਆ ਜੇ ਤੁਸੀਂ 20-25% ਲਾ ਲਓ, ਪਰ ਤੁਸੀਂ ਤਾਂ ਬਿਲਕੁਲ ਸਾਡਾ ਤਮਾਸ਼ਾ ਹੀ ਬਣਾ ਦਿੱਤਾ ਸਾਡੀ ਕੌਮ ਦਾ, ਆਪਣੀ ਪੰਜਾਬੀਆਂ ਦਾ। ਜਿਹੜੇ ਪੰਜਾਬੀ ਦਿਲ ਵੱਡੇ, ਘਰ ਖੁੱਲੇ, ਲੰਗਰ ਚੱਲਦੇ, ਅੱਜ ਸਾਡੀਆਂ ਦੁਕਾਨਾਂ ਦੇ ਵਿੱਚ, ਮੈਂ ਫੇਰ ਕਹਿਣਾ ਚਾਹੁੰਦਾ ਕਈ ਦੁਕਾਨਾਂ ਹੈਗੀਆਂ, ਉਹ ਦੁਕਾਨਾਂ ਬਹੁਤ ਵਧੀਆ, ਉਹ ਪ੍ਰਾਈਸ ਨਹੀਂ ਉਹਨਾਂ ਨੇ ਕੀਤੀ, ਪ੍ਰਾਈਸ ਨਹੀਂ ਵਧਾਈ ਉਹਨਾਂ ਨੇ। ਪਰ ਕਈ ਦੁਕਾਨਾਂ ਇੰਨਾ ਲਾਲਚ ਆ, ਮੈਨੂੰ ਇੰਨੇ ਮੈਸੇਜ ਆ ਰਹੇ ਆ ਕੈਨੇਡਾ, ਅਮਰੀਕਾ ਤੋਂ, ਇੰਗਲੈਂਡ ਤੋਂ ਵੀ, ਦੇਖੋ ਰਵੀ ਭਾਜੀ ਦੇਖੋ ਇੰਨਾ ਆਟਾ ਕਰ ਦਿੱਤਾ ਸੀ, ਕੀ ਕਰੀਏ, ਸਾਨੂੰ ਮਿਲਦਾ ਨੀਗਾ। ਜੇ ਕੋਈ ਤੁਹਾਡੀ ਜ਼ਿਆਦਾ ਗਰੀਬੀ ਆ, ਤੁਸੀਂ ਇੰਗਲੈਂਡ ਦੇ ਵਿੱਚ ਆ, ਅਮਰੀਕਾ ਵਿੱਚ ਆ, ਕੈਨੇਡਾ ਵਿੱਚ ਆ, ਪਰ ਜਿਹੜੇ ਕੋਈ ਪੈਸੇ ਵਾਲੇ ਫਾਇਦਾ ਨਹੀਂ ਉਠਾ ਸਕਦੇ, ਕੋਈ ਜ਼ਿਆਦਾ ਗਰੀਬੀ ਸਾਨੂੰ ਕੰਟੈਕਟ ਕਰੋ। ਜਿਹੜੇ ਜ਼ਿਆਦਾ ਗਰੀਬ ਆ, ਸਾਡੇ ਉਹ ਵੀ ਬੰਦੇ ਹੈਗੇ ਅਮੀਰ ਆ ਜਿਹੜੇ ਸਾਨੂੰ ਕਹਿੰਦੇ ਵੀ ਸਾਨੂੰ ਦੇਵੋ, ਤੁਹਾਡੇ ਘਰ ਆ ਕੇ ਚੈੱਕ ਕਰਾਂਗੇ। ਕੋਈ ਭੁੱਖਾ ਨਹੀਂ ਮਰੂਗਾ, ਅਸੀਂ ਆਪ ਜੋ ਮਰਜ਼ੀ ਸਾਨੂੰ ਹੋਵੇ, ਕੋਈ ਭੁੱਖਾ ਨਹੀਂ ਮਰੂਗਾ।
ਪਰ ਸਾਡੀ ਕੌਮ ਅੱਜ ਇੰਨੀ ਤਕੜੀ ਕੌਮ, ਬਸ ਇੱਕ ਬਿਮਾਰੀ ਆ ਗਈ, ਸਾਡੇ ਗੁਰੂਆਂ ਨੇ ਜਾ ਕੇ ਬਿਮਾਰੀ ਜਿੱਥੇ ਫੈਲੀ ਜਾ ਕੇ ਸੇਵਾ ਕੀਤੀ, ਸਾਡੇ ਗੁਰੂਆਂ ਨੇ ਜਾ ਕੇ ਜੰਗ ਲੜੇ, ਸਾਡੇ ਗੁਰੂਆਂ ਨੇ ਕੁਛ ਨਹੀਂ ਰੱਖਿਆ ਜੇਬ ਦੇ ਵਿੱਚ। ਅਸੀਂ ਕਹਿੰਦੇ ਤੁਸੀਂ ਆਪਣਾ ਨਫਾ ਰੱਖ ਲਓ, ਆਪਣਾ ਪ੍ਰੋਫਿਟ ਰੱਖ ਲਓ, ਤੁਸੀਂ ਹੋਰ ਕਾਹਦੇ ਘੜੀ ਘੜੀ ਵਧਾਈ ਜਾਂਦੇ ਆ। ਹੁਣ ਜਿਹੜੇ ਪੇ ਹੱਥ ਧੋਣ ਵਾਲੇ ਹੁੰਦੇ, ਜਿਹੜੇ ਹੈਂਡ ਸੈਨੀਟਾਈਜ਼ਰ, UK, ਇੰਗਲੈਂਡ, ਅਮਰੀਕਾ ਵਿੱਚ ਸਾਡੇ ਬੰਦਿਆਂ ਨੇ ਜਿਹੜੇ ਪੇ 2-3 ਪਾਉਂਡ ਦੀ ਚੀਜ਼ ਹੁੰਦੀ ਆ, 25-25, 30-30 ਪਾਉਂਡ ਦੀ ਲਾਈ ਉਹ ਪੇ ਛੇਤੀ ਨਫਾ ਬਣਾ ਲਈਏ। ਤੇ ਲੋਕ ਡਰਦੇ ਆ, ਲੋਕ ਵਿਚਾਰੇ ਇਸ ਵੇਲੇ ਬਹੁਤ ਗੰਭੀਰਤਾ ਵਿੱਚ ਆ, ਬਹੁਤ ਹੀ ਦੁੱਖ ਆ ਉਹਨਾਂ ਨੂੰ, ਬਹੁਤ ਡਰਦੇ ਆ। ਉਹਨੀ 25 ਲੋਕ ਦਿੰਦੇ ਵੀ ਆ। ਸਾਡੇ ਵਰਗੇ ਜਿਹੜੇ ਪਰਿਵਾਰ ਆ, ਸਾਡੇ ਬਜ਼ੁਰਗ ਆ, ਸਾਡੀ ਮਾਂ ਬਜ਼ੁਰਗ ਆ, ਸਾਡੇ ਬੱਚੇ ਵੀ ਬਿਮਾਰ ਹੋ ਸਕਦੇ ਫੈਮਿਲੀ ਵਿੱਚ, ਉਹ ਦੇ ਰਹੇ ਆ ਕਿਉਂਕਿ ਉਹ ਡਰਦੇ ਆ ਵਿਚਾਰੇ ਕਿ ਸਾਨੂੰ ਕੁਛ ਨਾ ਹੋ ਜਾਵੇ। ਜੇ ਤੁਸੀਂ ਲੰਗਰ ਨਹੀਂ ਚਲਾ ਸਕੇ, ਤੁਸੀਂ ਸੇਵਾ ਵੀ ਨਹੀਂ ਕਰ ਸਕੇ, ਤੁਸੀਂ ਆਪਣੀ ਜਿਹੜੀ ਬਿਜ਼ਨਸ ਕਰੋ। ਪਰ ਜਿਹੜੀ ਬਿਜ਼ਨਸ 'ਚ ਤੁਸੀਂ ਅੱਜ ਤੁਰੇ ਹੋ, ਸੱਚਾ ਸੌਦਾ ਦੇਖੋ, ਆਪਣੀ ਕੌਮ ਦਾ ਦੇਖੋ। ਜਿੱਥੇ ਸਾਡੇ ਸਿੱਖਾਂ ਦੀਆਂ ਸੰਸਥਾ ਥਾਂ ਜਾ ਕੇ ਇਸ ਵੇਲੇ ਲੰਗਰ ਲੈ ਕੇ ਤੁਰੇ ਹੋ, ਸਾਡੀ ਇੰਡੀਆ ਦੀ ਟੀਮ ਹੋਵੇ, ਪੰਜਾਬ ਦੀ ਟੀਮ ਹੋਵੇ, ਅਸੀਂ ਇੱਥੇ UK ਵਿੱਚੋਂ ਗਰੀਬਾਂ ਨੂੰ ਫ੍ਰੀ ਖਾਣਾ ਲਿਆ ਕੇ ਖਰੀਦ ਕੇ ਅਸੀਂ ਫ੍ਰੀ ਲੰਗਰ ਦਿੰਦੇ। ਆ ਲਓ ਜੀ, ਗੋਰੇ ਹੋਣ, ਚਿੱਟੇ ਹੋਣ, ਜੇ ਮਰਜ਼ੀ ਹੋਣ, ਈਸਾਈ ਹੋਣ, ਕਿਉਂਕਿ ਇਸ ਵੇਲੇ ਜਿਹੜੇ 2-3 ਮਹੀਨੇ ਲੰਘਣੇ ਆ ਬਹੁਤ ਔਖੇ ਲੰਘਣੇ ਆ। ਜਿਹੜੇ ਇਟਲੀ ਸਿੱਖ ਰਹਿੰਦੇ ਤੁਹਾਨੂੰ ਦੱਸ ਦੂਗਾ ਕਿੰਨਾ ਔਖਾ ਆ। ਪੰਜਾਬ ਦੇ ਇੰਡੀਆ 'ਚ ਇੰਨੀ ਫੈਲੀ ਨਹੀਂ ਹਾਲੇ ਤੱਕ ਬਿਮਾਰੀ ਜਿੰਨੀ ਫੈਲ ਸਕਦੀ ਆ। ਫਿਰ ਤੁਸੀਂ ਕੀ ਕਰੋਗੇ? ਹਰ ਇੱਕ ਦੁਕਾਨ ਦਾ ਜਿਹੜਾ ਇੰਨੀ ਛਿੱਲ ਆਉਂਦਾ ਹੈ ਆਪਣੀ ਸੰਗਤ ਦੀ ਤੇ ਲੋਕਾਂ ਦੀ, ਉਹਨੂੰ ਸਵਾਲ ਪੁੱਛੋ। ਜਦੋਂ ਟਾਈਮ ਆ ਗਿਆ, ਜਦੋਂ ਇਹ ਵਾਇਰਸ ਪਿੱਛੇ ਹਟ ਗਈ, ਜਦੋਂ ਬਿਮਾਰੀ ਹਟ ਗਈ, 2-3 ਮਹੀਨੇ ਦੀ ਗੱਲ ਆ, 4 ਮਹੀਨੇ ਕਹ ਲਓ, 5 ਮਹੀਨੇ, ਇਹ ਦੁਕਾਨਾਂ ਨੂੰ ਤੁਸੀਂ ਬੋਇਕਾਟ ਕਰੋ, ਮੁੜ ਕੇ ਨਾ ਜਾਓ ਦੁਕਾਨਾਂ ਦੇ। ਜਿਹੜੀ ਇਸ ਵੇਲੇ ਸਾਨੂੰ ਜਿੱਥੇ ਲੋੜ ਆ ਛਿੱਲ ਆ ਰਹੀ ਆ, ਉਹ ਦੁਕਾਨਾਂ ਨੂੰ ਤੁਸੀਂ ਦੂਰ ਰਹੋ। ਦੁਕਾਨਾਂ ਤੋਂ ਤੁਸੀਂ ਮੁੜ ਕੇ ਜਾਣਾ ਦੁਕਾਨਾਂ ਬੰਦ ਹੀ ਹੋ ਜਾਣਾ ਚੰਗਾ ਹੋ ਜਾਊਗਾ। ਕਿਉਂਕਿ ਇੱਕ ਪਾਸੇ ਲੁੱਟਮਾਰ, ਦੂਜੇ ਪਾਸੇ ਬੇਇੱਜ਼ਤੀ। ਇੱਕ ਪਾਸੇ ਮੈਂ ਤੁਹਾਨੂੰ ਜਿੱਦਾਂ ਕਿਹਾ, ਇੱਕ ਪਾਸੇ ਲੰਗਰ ਛਕਾਉਣੀ ਦੁਨੀਆ ਨੂੰ ਜਾ ਕੇ, ਸਾਰੇ ਦੁਨੀਆ ਵਿੱਚ, ਤੇ ਦੂਜੇ ਜਾ ਕੇ ਤੁਸੀਂ ਜਦ ਭਈ ਪ੍ਰਾਈਸ ਤਾਂ ਇੰਨੀਆਂ ਵਧਾਈ ਜਾਂਦੇ ਆ, ਭਈ ਆਮ ਬੰਦਾ ਕੋਈ ਇੱਥੇ ਪੈਸੇ ਆਟਾ ਉਟਾ ਡਰਦਾ ਖਰੀਦ ਨਹੀਂ ਸਕਦੇ। ਸੋ ਜਿਹੜੀਆਂ ਸਬਜ਼ੀਆਂ, ਦਾਲਾਂ, ਜਿਹੜੇ ਭਈ ਲੰਗਰ 'ਚ ਰੋਜ਼ ਚੱਲਦੀਆਂ, ਹੁਣ ਲੰਗਰ ਵੀ ਬੰਦ ਹੋ ਗਏ ਕਿਉਂਕਿ ਗੌਰਮੈਂਟ ਦੇ ਆਰਡਰ ਆ ਗਏ ਥਾਂ ਤੇ, ਭਈ ਥੋੜ੍ਹੇ ਬੰਦੇ ਇਕੱਠੇ ਨਹੀਂ ਹੋ ਸਕਦੇ। ਜਿੱਥੇ ਤੁਸੀਂ ਆਪਣੇ ਸੇਵਾ ਕਰ ਸਕਦੇ, ਜੇ ਆਪਣੇ ਤੁਹਾਡੇ ਕਮਿਊਨਿਟੀ ਵਿੱਚ, ਮੇਰਾ ਇਹੀ ਚੈਲੰਜ ਹੈ, ਤੁਸੀਂ ਅਮਰੀਕਾ, ਕੈਨੇਡਾ, UK, ਜਿੱਥੇ ਸਾਡੀ ਟੀਮ ਆ, ਇੰਡੀਆ, ਕੋਈ ਵੀ ਗਰੀਬ ਆ, ਉਹਨੂੰ ਰੋਟੀ ਨਹੀਂ ਮਿਲ ਰਹੀ, ਤੁਹਾਨੂੰ ਪੁੱਛੋ। 50 ਗਰੀਬ ਸਾਡੀ ਗਲੀ ਦਾ ਗਰੀਬ ਆ, ਇਹ ਟਾਈਮ ਆ ਗਿਆ ਤੁਹਾਡੇ ਵੰਡ ਕੇ ਛਕਣ ਦਾ। ਹੁਣ ਇੱਕ ਬਿਮਾਰੀ ਜਿਹੜੀ 2-3-4 ਮਹੀਨਿਆਂ ਨੂੰ ਅਫੈਕਟ ਕਰੂਗੀ, ਅਸੀਂ 3-4 ਮਹੀਨੇ ਆਪਣੀ ਜ਼ਿੰਦਗੀ ਵਿੱਚ ਕੱਢ ਨਹੀਂ ਸਕਦੇ। ਭਈ ਅਸੀਂ ਆਪਣੇ ਇਲਾਕੇ ਦੇ ਗਰੀਬਾਂ ਨੂੰ, ਆਪਣੇ ਗਲੀ ਦੇ ਗਰੀਬਾਂ ਨੂੰ, ਆਪਣੇ ਪਿੰਡ ਦੇ ਗਰੀਬਾਂ ਨੂੰ ਨਾਲ ਰੱਖੀਏ, ਆਪਣੇ ਨਾਲ ਲਾਈਏ। ਤੁਸੀਂ ਇਕੱਲੇ ਨਹੀਂ ਗਏ। ਜੇ ਇੱਕ ਪਰਿਵਾਰ ਤੁਹਾਡੀ ਗਲੀ 'ਚ 4-5 ਬੱਚੇ ਆ, ਉਹ ਵਿਚਾਰਾ ਮਜ਼ਦੂਰ ਆ, ਹੁਣ ਸਾਰਾ ਕੰਮ ਬੰਦ ਹੋ ਗਿਆ, ਉਹਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਨੀਗਾ। ਤੁਸੀਂ ਉਹਦੇ ਕੋਲ ਜਾਓ, ਭਾਈ ਦੱਸੋ ਤੁਹਾਨੂੰ ਕੀ ਲੋੜ ਆ। ਜੇ ਤੁਸੀਂ ਨਹੀਂ ਕਰ ਸਕਦੇ ਉਹ ਖਾਣ ਪੀਣ ਦੀ ਲੋੜ, ਫਿਰ ਖਾਲਸਾ ਨੂੰ ਮੈਸੇਜ ਕਰੋ। ਸਾਡੇ ਪਰਿਵਾਰ ਆ ਗਲੀ ਦੇ ਵਿੱਚ, ਬਹੁਤ ਬੁਰਾ ਹਾਲ ਆ, ਬੱਚੇ ਆ, ਯੰਗ ਆ, ਬਜ਼ੁਰਗ ਆ, ਰੋਟੀ ਦੀ ਮਾੜੀ ਜਿਹੀ ਡਿਫੀਕਲਟ ਆ ਗਈ ਆ ਕਿਉਂਕਿ ਕੰਮ ਹੈ ਨੀਗਾ। ਅਸੀਂ ਜਾ ਕੇ ਜੋ ਮਰਜ਼ੀ ਹੋ ਜਾਵੇ, ਕਿਉਂਕਿ ਸੰਗਤ ਸਾਡੇ ਨਾਲ ਆ, ਅਸੀਂ ਜਾ ਕੇ ਲੰਗਰ ਫੜਾਵਾਂਗੇ ਜਿੰਨੀ ਮਰਜ਼ੀ ਬਿਮਾਰੀ ਹੋਵੇ। ਪਰ ਜਿਹੜੀਆਂ ਸਾਡੀਆਂ ਦੁਕਾਨਾਂ, ਇਸ ਵੇਲੇ ਮੈਨੂੰ ਬੜਾ ਗੁੱਸਾ ਆਇਆ ਦੇਖ ਕੇ, ਬਹੁਤ ਗੁੱਸਾ ਆਇਆ ਦੇਖ ਕੇ, ਭਈ ਕੋਈ ਅੰਤ ਨਹੀਂ ਛੱਡਿਆ। ਕੋਈ ਸ਼ਰਮ ਹੀ ਤੁਹਾਨੂੰ ਹੈ ਨਹੀਂ ਭਈ ਤੁਸੀਂ ਇੰਨੀਆਂ ਪ੍ਰਾਈਸਾਂ ਵਧਾ ਦਿੱਤੀਆਂ, ਭਈ ਮਗਰੋਂ ਤੁਸੀਂ ਮੂੰਹ ਕਿੱਦਾਂ ਦਿਖਾ ਲਓਗੇ। ਜਦੋਂ ਤੁਸੀਂ ਗੁਰਦੁਆਰੇ 'ਚ ਮੱਥਾ ਟੇਕੋਗੇ, ਤੇ ਮੱਥਾ ਤੁਸੀਂ ਕਿਹਨੂੰ ਟੇਕਦੇ ਆ? ਤੁਸੀਂ ਮੱਥਾ ਕਿਹਨੂੰ? ਗੋਲਕ ਨੂੰ ਟੇਕਦੇ ਆ, ਗੁਰੂ ਨੂੰ ਟੇਕਦੇ ਆ, ਆਪਣੇ ਬਟੂਆਂ ਨੂੰ ਟੇਕਦੇ ਆ। ਸ਼ਰਮ ਕਰੋ, ਥੋੜ੍ਹੀ ਸ਼ਰਮ ਕਰੋ, ਬਸ ਥੋੜ੍ਹੀ ਸ਼ਰਮ ਕਰੋ ਜਦੋਂ ਤੁਸੀਂ ਪੈਸੇ ਵਧਾਉਣੇ ਆ। ਜਿਹੜਾ ਭਈ $10 ਦਾ, 10 ਪਾਉਂਡ ਦਾ, ਚਲੋ 12 ਦਾ ਹੋ ਗਿਆ, 13 ਦਾ ਹੋ ਗਿਆ, ਚਲੋ 20-30% ਹੋ ਗਿਆ, ਆਪਣਾ ਕੱਢ ਲਓ ਮੜ ਜਿਹਾ। ਪਰ ਜੇ ਤੁਸੀਂ ਤੁਸੀਂ ਪ੍ਰਾਈਸ ਵਧਾਉਣੀ ਆ, ਭਈ ਲੋਕਾਂ ਦੀ ਛਿੱਲ ਆਉਣੀ ਆ, ਪਰ ਤੁਸੀਂ ਕਿੱਦਾਂ ਇੱਕ ਆਪਣਾ ਮੂੰਹ ਤੁਸੀਂ ਸ਼ੀਸ਼ੇ ਕਿੱਦਾਂ ਦੇਖਦੇ ਆ? ਦੂਜੇ ਤੁਹਾਨੂੰ ਕੀ ਦੇਖਦੇ? ਵਿਆਹ ਦੇਖੋ ਜੀ, ਇਹ ਦੁਕਾਨਦਾਰ ਆ,
ਕੋਈ ਤੁਹਾਡੀ ਇੱਜ਼ਤ ਨਹੀਂ ਗੀ, ਤੁਹਾਡੀ ਕੋਈ ਕਮਾਈ ਨਹੀਂ ਦੁਨੀਆ 'ਚ। ਤੁਹਾਡੀ ਪੈਸੇ ਦੀ ਕਮਾਈ ਆ ਉਹ ਕੁਛ ਨਹੀਂ ਬਣਨੀ ਤੁਹਾਡੀ ਪੈਸੇ ਦੀ ਕਮਾਈ। ਜੇ ਤੁਸੀਂ ਅੱਜ, ਮੈਂ ਮੁੜ ਕੇ ਫੇਰ ਕਹਿੰਦਾ, ਮੈਂ ਨਹੀਂ ਕਹਿੰਦਾ ਜਾ ਕੇ ਆਪਣੀ ਦੁਕਾਨਾਂ ਖਾਲੀ ਕਰਕੇ ਫ੍ਰੀ ਦੇਵੋ ਲੋਕਾਂ ਨੂੰ। ਮੈਂ ਕਹਿੰਦਾ ਤੁਸੀਂ ਲਾਲਚ ਦਾ ਇੱਕ ਅੰਤ ਆ ਹੁੰਦਾ। ਇਹ ਤਾਂ ਹੱਦ ਤੋਂ ਵੀ ਪਹੁੰਚ ਗਏ ਉੱਪਰ ਪੇ, ਇੰਨੀ ਕੀਮਤ ਵਧਾ ਦਿੱਤੀ। ਸਪੈਸ਼ਲੀ ਕੈਨੇਡਾ ਅਮਰੀਕਾ ਵਿੱਚ ਮੇਰਾ ਮੈਸੇਜ ਆ ਆਪਣੇ ਪੰਜਾਬੀ ਸਿੱਖਾਂ, ਤੁਸੀਂ ਜਿਹੜੇ ਤੁਹਾਡੇ ਪੰਜਾਬੀ ਸਿੱਖ ਭਰਾ ਜਿਹਨਾਂ ਕੋਲ ਦੁਕਾਨਾਂ ਨੂੰ ਟੈਗ ਕਰੋ। 20-30% ਲਾਉਣਾ ਵਾਧੂ, ਚਲੋ ਲਾ ਲਓ, ਠੀਕ ਆ। ਇਸ ਸਮਾਂ ਮੜ ਜਾ ਔਖਾ ਕਹਿਣਾ ਬਈ 20, ਜਿਹੜਾ ਬਿਲਕੁਲ ਹੀ ਲੋਕਾਂ ਦੀ ਛਿੱਲ ਆ ਰਿਹਾ ਉਹਦੀ ਫੋਟੋ ਲਾ ਕੇ ਸਟੋਰਾਂ ਦੀ ਫੋਟੋ ਲਾਵੋ, ਤੇ ਮਗਰੋਂ ਜਦੋਂ ਟਾਈਮ ਚੰਗਾ ਆ ਜਾਣਾ ਮੁੜ ਕੇ ਫਿਰ ਇਹਨਾਂ ਦੁਕਾਨਾਂ ਨੂੰ ਬੰਦ ਕਰੋ। ਕਿਉਂਕਿ ਇਹ ਅੱਜ ਕੱਲ੍ਹ ਜੋ ਕਰ ਰਹੇ, ਆਪਣੀ ਬੇਇੱਜ਼ਤੀ ਕਰ ਰਹੇ, ਸਾਡੀ ਬੇਇੱਜ਼ਤੀ ਕਰ ਰਹੇ। ਕੋਈ ਇਨਸਾਨੀਅਤ ਹੈ ਨਹੀਂ ਇਹਨਾਂ ਦਿਲ ਦੇ ਵਿੱਚ, ਲਾਲਚੀ ਆ। ਇਹਨੂੰ ਚੈਲੰਜ ਕਰਨਾ ਚਾਹੀਦਾ। ਜੇ ਨਹੀਂ ਚੈਲੰਜ ਕੀਤਾ ਤਾਂ ਤੁਹਾਡੀ ਗਲਤੀ ਆ। ਉਹ ਵੀ ਪਿਆਰ ਨਾਲ ਪੁੱਛੋ ਵੀ ਦੇਖੋ ਕੱਲ੍ਹ ਇਹ ਸੀਗੇ $2 ਦੇ ਕਿਲੋ, ਤੁਸੀਂ ਅੱਜ ਜਿਹੜੀ ਸਬਜ਼ੀ ਲਾਤੀ $6 ਦੀ, ਕਿੱਥੇ ਵੱਧ ਗਿਆ ਇੰਨੇ ਪੈਸੇ ਇੱਕਦਮ। ਸੋ ਔਖੀ ਘੜੀ ਸਾਰਿਆਂ 'ਤੇ ਆਉਂਦੀ ਆ, ਔਖੀ ਘੜੀ ਹੁਣ ਸਾਰੀ ਦੁਨੀਆ 'ਤੇ ਆਈ ਹੋਆ। ਇਹਦਾ ਮਤਲਬ ਨਹੀਂ ਵੀ ਅਸੀਂ ਇਹ ਔਖੀ ਘੜੀ ਦੇ ਵਿੱਚ ਆਪਣੀ ਇਨਸਾਨੀਅਤ, ਆਪਣਾ ਧਰਮ, ਆਪਣਾ ਸਾਰਾ ਕੁਝ ਵਿਰਸਾ ਸਾਰਾ ਵੇਚ ਦਈਏ ਥੋੜ੍ਹੇ ਜਿਹੇ ਹੋਰ ਪ੍ਰੋਫਿਟ ਨੂੰ। ਅਸੀਂ ਤਾਂ ਹੁਣ ਰਿਫਿਊਜੀਆਂ ਦੀ ਮਦਦ ਕਰੀ ਜਾਣੀ, ਅਸੀਂ ਇੱਥੇ UK ਵਿੱਚ ਵੀ ਕਰੀ ਜਾਣੀ ਆ, ਇੰਡੀਆ ਵਿੱਚ ਵੀ ਕਰੀ ਜਾਣੀ ਖਾਲਸਾ ਏਡ ਨੇ। ਪਰ ਜਿਹੜੇ ਬੰਦੇ ਸਾਨੂੰ ਲੁੱਟ ਰਹੇ ਆ, ਮੈਂ ਨਾ ਕੋਈ ਮਾਫੀ ਮੰਗਣੀ, ਨਾ ਮੈਂ ਕੋਈ ਅਪੋਲੋਜਾਈਜ਼ ਕਰਨਾ। ਹੁਣ ਆਪਣੇ ਪੰਜਾਬੀ ਤੇ ਸਿੱਖ ਦੁਕਾਨਦਾਰ ਭਰਾ, ਭੈਣ ਭਰਾ ਲੁੱਟ ਰਹੇ ਆ। ਸੋ ਮੇਰੀ ਇਹ ਬੇਨਤੀ ਆ, ਜੇ ਤੁਸੀਂ ਕਰ ਰਹੇ ਸੀ ਇਹਨਾਂ ਦੇ ਕੰਮ ਵਿੱਚੋਂ ਨਿਕਲੋ। ਜੇ ਤੁਹਾਡੇ ਇਲਾਕੇ 'ਚ ਬੱਚੇ ਆ ਜਿਹਨੂੰ ਦਵਾਈ ਦੀ ਲੋੜ ਆ, ਦਵਾਈਆਂ ਲੈ ਕੇ ਦਿਓ। ਮੇਰੇ ਸਿੱਖ ਭਰਾ ਜਿਹੜੇ ਭੈਣਾਂ ਡਾਕਟਰੀ ਕਰਦੇ ਆ, ਹੈਲਥ ਪ੍ਰੋਫੈਸ਼ਨਲ ਪੰਜਾਬ ਦੇ ਵਿੱਚ ਆ, ਇੰਡੀਆ ਵਿੱਚ ਆ, ਸਪੈਸ਼ਲੀ ਜਿਹੜੇ ਇਸ ਵੇਲੇ ਭਈ ਕਹਿੰਦੇ ਵੀ ਹਾਂ ਖਤਰਾ ਹੈਗਾ ਬਿਮਾਰੀ ਦਾ, ਜਿਹੜੇ ਗਰੀਬ ਆ ਤੁਹਾਡੇ ਪਿੰਡਾਂ ਵਿੱਚ, ਇਲਾਕਿਆਂ ਵਿੱਚ ਜਾ ਕੇ ਮਦਦ ਕਰੋ। ਅਸੀਂ ਤੁਹਾਨੂੰ ਖੜੇ ਹੋਵਾਂਗੇ। ਸੋ ਸਾਡੀ ਇਹ ਬੇਨਤੀ ਆ, ਇਹ ਸਮਾਂ ਹੈਗਾ ਵੰਡ ਕੇ ਛਕਣ ਦਾ, ਸਰਬੱਤ ਦੇ ਭਲੇ ਦਾ, ਆਪਣੇ ਭਲੇ ਦਾ ਨਿਗਾ। ਸੋ ਤੁਹਾਡਾ ਬਹੁਤ ਧੰਨਵਾਦ। ਪਰ ਤੁਸੀਂ ਜਿੱਥੇ ਵੀ ਹੈਗੇ ਆ, ਜਿਹੜਾ ਮਰਜ਼ੀ ਤੁਹਾਡੀ ਗਲੀ 'ਚ ਹੈਗਾ, ਗੋਰਾ ਕਾਲਾ ਚਿੱਟਾ, ਈਸਾਈ ਸਿੱਖ ਮੁਸਲਿਮ ਸਿੱਖ ਹਿੰਦੂ, ਉਹਨਾਂ ਨੂੰ ਦੇਖਣਾ ਜਾ ਕੇ ਵੀ ਠੀਕ ਆ। ਉਹ ਤੁਹਾਡੇ ਕੋਲ ਨਾ ਆਉਣ। ਕਈ ਬੰਦੇ ਹੈਗੇ ਆ ਉਹ ਜ਼ਿਆਦਾ ਸਮਝਦੇ ਵੀ ਮੈਂ ਕਿਸੇ ਕੋਲ ਜਾ ਨਹੀਂ ਸਕਦਾ ਮੰਗਣਾ, ਮੈਂ ਭੁੱਖਾ ਮਰ ਜਾਵਾਂ ਔਰ ਮੰਗਣਾ ਨਹੀਂ ਕੁਛ। ਪਰ ਜਿਹੜੇ ਤੁਹਾਡੇ ਵਰਗੇ ਆ, ਚੜ੍ਹਦੀ ਕਲਾ ਆ, ਸਿੱਖ ਸਿੰਘਣੀ ਪੰਜਾਬੀ ਆ, ਇਨਸਾਨੀਅਤ ਤੌਰ 'ਤੇ ਕਈ ਤਰ੍ਹਾਂ ਦੇ ਸਾਡੇ ਫੋਲੋਅਰ ਹੈਗੇ ਆ ਇੱਥੇ ਪੇਜ 'ਤੇ, ਮੁਸਲਮਾਨ ਆ, ਹਿੰਦੂ ਆ, ਸਿੱਖ ਆ, ਉਹ ਬੜੇ ਚੰਗੇ ਬੰਦੇ ਆ। ਤੁਸੀਂ ਜਾ ਕੇ ਆਪਣੇ ਉਹਨਾਂ ਕੋਲ ਪਹੁੰਚੋ, ਦੱਸੋ ਸਾਨੂੰ ਪਤਾ ਵੀ ਤੁਹਾਡਾ ਹੁਣ ਕੰਮ ਵੀ ਹੈ ਨਹੀਂਗਾ, ਬੱਚੇ ਵੀ ਆ, ਅਸੀਂ ਕਿੱਦਾਂ ਤੁਹਾਡੀ ਮਦਦ ਕਰ ਸਕਦੇ। ਇੱਕ ਬੋਰੀ ਆਟੇ ਲੈ ਕੇ ਦੇ ਦਿਓ ਉਹਨਾਂ ਨੂੰ, ਕੋਈ ਦਾਲ ਦੇ ਦਿਓ, ਕੋਈ ਪੁੱਛ ਲਓ ਜੇ ਕੋਈ ਬਿੱਲ ਉਤਾਰਨਾ ਹੋਵੇ ਐਮਰਜੈਂਸੀ ਵਿੱਚ 1-2 ਮਹੀਨੇ ਵਿੱਚ, ਪਰ ਮਦਦ ਜ਼ਰੂਰ ਕਰੋ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਸ ਮੈਂ ਪਹਿਲਾਂ ਟੈਸਟ ਕਰਨਾ ਕਿਉਂਕਿ ਮਾੜੀ ਜਿਹੀ ਪ੍ਰੋਬਲਮ ਆ ਰਹੀ ਹੈ ਇੱਥੇ ਅੱਜ ਲਾਈਵ ਕਰਨ ਦੀ, ਵੀ ਲਾਈਵ ਆ ਰਿਹਾ ਕਿ ਜੇ ਤੁਹਾਨੂੰ ਸੁਣਦਾ ਤੇ ਤੁਸੀਂ ਮੜ ਜਾ ਇੱਥੇ ਟਾਈਪ ਕਰ ਦਿਓ। ਹਾਂਜੀ ਲੱਗ ਗਿਆ ਪਤਾ। ਤੇ ਅੱਜ ਉਹੀ ਆ ਗੱਲ ਕਰਨੀ ਆ ਜੋ, ਕਿਉਂਕਿ ਹੁਣ ਜਿਹੜੀ ਕਰੋਨਾ ਵਾਇਰਸ ਇੱਕ ਬਿਮਾਰੀ ਆ, ਤੁਹਾਨੂੰ ਪਤਾ ਕਿੰਨੀ ਜ਼ਹਿਰੀਲੀ ਬਿਮਾਰੀ ਆ। ਤੇ ਇੱਕ ਸਾਡੇ ਪੰਜਾਬੀ ਤੇ ਸਾਡੇ ਸਿੱਖ ਭਰਾ ਜਿਹੜੇ ਦੁਕਾਨਦਾਰ ਆ, ਇੱਕ ਉਹਨਾਂ ਨੂੰ ਬਿਮਾਰੀ ਲੱਗੀ ਹੋਆ। ਉਹ ਬਿਮਾਰੀ ਹੈਗੀ ਲਾਲਚ ਦੀ। ਇੱਕ ਪਾਸੇ ਅਸੀਂ ਦੁਨੀਆ ਦੇ ਜਾ ਕੇ ਰਿਫਿਊਜੀਆਂ ਨੂੰ, ਭੁੱਖਿਆਂ ਨੂੰ ਪ੍ਰਸ਼ਾਦੇ ਲੰਗਰ ਲਾ ਰਹੇ ਆ, ਦੂਜੇ ਪਾਸੇ ਤੁਸੀਂ ਜਿਹੜੇ ਦੁਕਾਨਦਾਰ ਹੈਗੇ ਲਾਲਚੀ ਜਿਹੜੇ ਨਿਕਲੇ ਆ, ਬਿਲਕੁਲ ਚੰਗੇ ਵੀ ਹੈਗੇ ਆ ਪਰ ਬਹੁਤ ਲਾਲਚੀ ਨਿਕਲੇ ਆ, ਬਿਲਕੁਲ ਕੁੱਤੇ ਦੀਆਂ ਪੂਛਾਂ ਕਹਿ ਲਓ। ਕਿਉਂਕਿ ਤੁਸੀਂ ਹੁਣ ਜਿਹੜੇ ਆਟੇ ਦੇ ਡਬਲ ਤੋਂ ਉੱਪਰ ਕਰ ਦਿੱਤਾ ਪ੍ਰਾਈਸਾਂ। ਮੈਂ ਦੇਖੀਆਂ ਕਿ ਇੱਥੇ ਦਵਾਈ, ਬੱਚਿਆਂ ਦੀ ਦਵਾਈ ਆ, ਇਹਨੂੰ ਕੈਲਪੋ ਕਹਿੰਦੇ, ਆਪਣੇ ਦੁਕਾਨਦਾਰ ਨੇ ਪਤਾ ਨਹੀਂ 25 ਜਾਂ 20-25 ਪਾਉਂਡ ਦੀ ਇੱਕ ਨਿੱਕੀ ਜਿਹੀ ਬੋਤਲ ਆਈ ਹੈ ਦਵਾਈਆਂ ਬੱਚਿਆਂ ਦੀ, ਜਿਹੜੇ ਬੱਚਿਆਂ ਦੀ ਹੁੰਦੀ ਦਵਾਈ, ਜਿਹੜੀ ਬੱਚਿਆਂ ਦੀ ਜ਼ਰੂਰ ਹੁੰਦੀ, ਪੇਨ ਕਿਲਰ ਕੈਲਪੋ।
ਮੈਂ ਕੈਨੇਡਾ ਅਮਰੀਕਾ 'ਚ ਦੇਖਿਆ ਜਿੱਥੇ ਬਈ ਆਟੇ ਦਾ ਹੁਣ ਜਿਹੜਾ ਬਈ $8-9 ਦਾ $10 ਦਾ $20-30-40 ਦਾ ਕਰ ਦਿੱਤਾ। ਕੈਨੇਡਾ ਵੀ ਤੁਸੀਂ ਪਤਾ ਨਹੀਂ ਕੋਈ ਅੰਤ ਨਹੀਂਗਾ। ਤੁਸੀਂ ਸੋਚੋ ਜਿਹੜੀ ਇੱਕ ਕੌਮ ਆ ਜਿਹੜੀ ਸਰਬੱਤਾ ਭਲਾ ਮੰਗਦੀ ਆ, ਚਲੋ ਤੁਸੀਂ ਕਹਿ ਲਓ ਬਈ 20% ਲਾ ਲਿਆ, ਉੱਪਰ ਵਾਧੂ ਕਰਤਾ, 25% ਲਾਤਾ, ਚਲੋ ਠੀਕ ਆ, ਜੋ ਆਪਣਾ ਤੁਸੀਂ ਹੋਰ ਨਫਾ ਬਣਾਉਣਾ ਬਣਾ ਲਓ। ਜੇ ਤੁਹਾਨੂੰ ਪਿੱਛੋਂ ਪ੍ਰਾਈਸਾਂ ਨਹੀਂ ਇਨਕਰੀਜ਼ ਹੋ ਰਹੀਆਂ, ਵੱਧ ਰਹੀਆਂ, ਤੇ ਤੁਸੀਂ ਜਾ ਕੇ ਦੁਕਾਨਾਂ ਦੇ ਵਿੱਚ ਉਹ ਪ੍ਰਾਈਸਾਂ ਨੂੰ ਤੁਸੀਂ ਇੱਦਾਂ ਤਹਿ ਲਾ ਦਿੱਤੀ ਆ ਸੰਗਤ ਦੀ, ਲੋਕਾਂ ਦੀ, ਭਈ ਜਿਹੜੇ ਭਈ ਆਮ ਬੰਦੇ ਜਿਹੜੇ ਭਈ ਆਟਾ ਖਰੀਦਣ ਜਾਂਦੇ ਪਰਿਵਾਰਾਂ ਨਾਲ ਪਹਿਲਾਂ ਧੱਕੇ ਖਾਂਦੇ ਆ, ਫਿਰ ਤੁਸੀਂ ਜਾ ਕੇ ਉਹਨਾਂ ਦੀਆਂ ਪ੍ਰਾਈਸਾਂ ਉੱਪਰ ਕਰ ਦਿੱਤੀਆਂ। ਅਸੀਂ ਇਸ ਵੇਲੇ ਖਾਲਸਾ ਕੈਨੇਡਾ ਵਿੱਚ, ਅਮਰੀਕਾ ਵਿੱਚ, ਪੰਜਾਬ, ਇੰਡੀਆ ਵਿੱਚ, ਇੰਗਲੈਂਡ ਦੇ ਵਿੱਚ ਵੀ ਅਸੀਂ ਆਪ ਖਾਣਾ ਖਰੀਦ ਕੇ ਬਾਕਸਾਂ 'ਚ ਪਾ ਰਹੇ ਹਾਂ। ਕੱਲਾ ਬਾਕਸ, ਜਿਹੜਾ ਵੀ ਵਿਚਾਰਾ ਇਸ ਵੇਲੇ ਬਜ਼ੁਰਗ ਆ, ਕਰੋਨਾ ਵਾਇਰਸ ਕਰਕੇ ਬਾਹਰ ਨਹੀਂ ਜਾ ਸਕਦੇ, ਜਿਹੜਾ ਕੋਈ ਵਿਚਾਰਾ ਬਿਮਾਰ ਆ, ਜਿਹਨੂੰ ਮੈਂਟਲ ਹੈਲਥ ਆ, ਅਸੀਂ ਉਹਨੂੰ ਦੇ ਰਹੇ ਹਾਂ ਫ੍ਰੀ ਆਫ ਚਾਰਜ। ਅਸੀਂ ਕੀ ਕਰ ਰਹੇ, ਸਾਡੇ ਦੁਕਾਨਦਾਰ ਕੀ ਕਰ ਰਹੇ ਹੋ? ਬਿਲਕੁਲ ਸਤਿਆਨਾਸ਼। ਅਸੀਂ ਪਿਛਲੇ 3-4 ਮਹੀਨੇ ਵਿੱਚ ਇਰਾਕ ਦੇ ਵਿੱਚ ਜਿਹੜੇ ਕੋਈ ਰਿਫਿਊਜੀ ਆਏ ਸੀਗੇ, $1.5 ਲੱਖ ਦਾ ਚੌਲ ਖਰੀਦ ਕੇ ਵੰਡੇ ਬੰਦੇ, 1 ਲੱਖ ਤੋਂ 100-115 ਟਨਸ। ਤੇ ਦੂਜੇ ਪਾਸੇ ਅਸੀਂ ਹੁਣ ਮੈਂ ਦੇਖਦਾ ਵੀ ਬੜਾ ਵੀ ਦਿਲ ਦੁਖਦਾ ਵੀ ਸਾਡੇ ਦੁਕਾਨਦਾਰਾਂ ਨੇ, ਪਹਿਲਾਂ ਇੱਕ ਹੁੰਦੀ ਸੀਗੀ ਇੱਥੇ ਇੱਕ ਦੁਕਾਨ ਹੈਗੀ ਆ ਇੱਥੇ ਇੰਗਲੈਂਡ 'ਚ, ਉਹਦਾ ਨਾਂ ਕਿਸੇ ਆਪਣੇ ਸਿੰਘ ਕਰ ਰਿਹਾ, ਲੌਂਡਿਸ ਆ ਕੋਈ, ਉਹਦਾ ਪਤਾ ਨਹੀਂ ਕਿਹੜਾ, ਚੇਤਾ ਭੁੱਲ ਗਿਆ ਨਾ। ਉਹਨੇ ਨੋਟਿਸ ਲਾਇਆ ਆ, ਅਸੀਂ ਸਿੱਖ ਹਾਂ, ਅਸੀਂ ਪੰਜਾਬੀ ਹਾਂ, ਅਸੀਂ ਪ੍ਰਾਈਸ ਨਹੀਂ ਵਧਾ ਰਹੇ। ਜਿਹੜਾ ਕੋਈ ਬਜ਼ੁਰਗ ਆ, ਜਿਹੜਾ ਕੋਈ ਬਿਮਾਰ ਆ ਸਾਡੇ ਕਮਿਊਨਿਟੀ ਵਿੱਚ, ਸਾਨੂੰ ਮਿਲੋ ਆ ਕੇ, ਤੇ ਅਸੀਂ ਉਹ ਤੁਹਾਡੇ ਘਰ ਵੀ ਛੱਡ ਕੇ ਆਵਾਂਗੇ ਸਾਰਾ ਕੁਝ, ਤੇ ਪ੍ਰਾਈਸ ਨਹੀਂ ਅਸੀਂ ਵਧਾਉਣੀ। ਅੱਜ ਥਾਂ ਦੇਖਦੇ ਹਾਂ ਭਈ ਕਿੰਨਾ ਲਾਲਚ। ਹਾਲ ਤੱਕ ਬਿਮਾਰੀ ਇੰਗਲੈਂਡ ਦੇ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ ਤਾਂ ਕਹਿ ਲਓ ਸ਼ੁਰੂ ਹੋਈ ਆ। ਇਟਲੀ ਵਿੱਚ ਤਾਂ ਬਹੁਤ ਬੁਰਾ ਹਾਲ। ਇਟਲੀ ਵਿੱਚ ਤਾਂ ਦੇਖੋ ਹੁਣ ਮੇਰੇ ਖਿਆਲ ਜਿੰਨੇ ਬੰਦੇ ਕਰੋਨਾ ਵਾਇਰਸ ਕਰਕੇ ਇਟਲੀ 'ਚ ਮਰ ਗਏ ਆ, ਉਹਨੇ ਚੀਨ 'ਚ ਵੀ ਨਹੀਂ ਮਰੇ। ਪਰ ਤੁਸੀਂ ਜਿਹੜੇ ਦੁਕਾਨਦਾਰ ਆ, ਜਿਹੜੇ ਭਈ ਇਸ ਵੇਲੇ ਜਿਹੜੇ ਭਈ ਕਈ ਬੰਦੇ ਹੈਗੇ ਆ ਜਿਹੜੇ ਆਪਣੇ ਹੁਣ ਡਰ ਆ ਮੇਰਾ ਕੰਮ ਨਾ ਗਵਾਚ ਹੋ ਜਾਵੇ, ਆ ਕੋਈ ਜੋਬ ਕਿਸੇ ਦੀ ਕੋਈ ਜੋਬ ਵੀ ਜਾ ਸਕਦੀ, ਕਿੰਨੀਆਂ ਜੋਬਾਂ ਜਾਊਗੀਆਂ। ਕਈ ਗਰੀਬ ਵੀ ਆ, ਕਈ ਬੰਦੇ ਆਪਣੇ ਗਰੀਬੀ, ਇੰਨੀ ਗਰੀਬੀ ਆ, ਉਹ ਆਪਣੇ ਘਰ ਦੇ ਵਿੱਚ ਅਸੀਂ ਕਹਿੰਦੇ ਜਾ ਕੇ ਚਲੋ 2 ਬੈਗ ਲੈ ਆਓ ਜਾਂ ਕੋਈ ਵਾਧੂ ਖਾਣਾ ਲੈ ਆਓ, ਵਾਧੂ ਖਾਣਾ ਨਹੀਂ ਲਿਆ ਸਕਦੇ। ਉਹ ਜਿੰਨਾ ਪੈਸਾ ਹੁੰਦਾ ਜੇਬ 'ਚ ਉਹਨਾਂ ਵਿਚਾਰਾ ਲਿਆ ਸਕਦੇ ਆ। ਤਾਂ ਜਦੋਂ ਤੁਹਾਡੇ ਵਰਗੇ ਹੋ ਜਾਂਦੇ ਜਿਹੜੇ ਵੀ ਲਾਲਚੀ ਪੰਜਾਬੀ ਸਿੱਖ ਦੁਕਾਨਦਾਰ, ਜਿਨ੍ਹਾਂ ਨੇ ਆਟੇ ਦੀਆਂ ਪ੍ਰਾਈਸਾਂ ਡਬਲ ਤੋਂ ਤਿੱਗਣੀਆਂ ਚੌਗਣੀਆਂ ਕਰ ਦਿੱਤੀਆਂ, ਜਿਹਨੇ ਦਵਾਈਆਂ ਡਬਲ ਤੋਂ ਵੀ ਉੱਪਰ ਕਰ ਦਿੱਤੀਆਂ, ਜਿਨ੍ਹਾਂ ਨੇ ਸਬਜ਼ੀਆਂ, ਆਮ ਖਾਣਾ ਪੀਣਾ ਇੰਨਾ ਮਹਿੰਗਾ ਕਰ ਦਿੱਤਾ, ਉਹ ਪੈਸੇ ਤੁਹਾਨੂੰ ਕਿੱਦਾਂ ਬਚੂਗੇ? ਮੈਂ ਸਮਝਦਾ ਜੇ ਪਿੱਛੋਂ ਤੁਹਾਡੀਆਂ ਪ੍ਰਾਈਸਾਂ ਵਧਣ, ਉਹ ਪੈਸੇ ਤੁਹਾਡੇ ਕਿੱਦਾਂ ਬਚੂਗੇ? ਦੱਸੋ ਤੁਸੀਂ ਕਿੱਥੇ ਲੈ ਕੇ ਜਾਓਗੇ ਇੰਨਾ ਪੈਸਾ? ਹੁਣ ਮੈਨੂੰ ਕੋਈ ਦੱਸਦਾ ਸੀਗਾ ਇੱਕ ਦੁਕਾਨਦਾਰ ਦੀ ਸੇਲ ਹੁੰਦੀ ਸੀ 300-400 ਪਾਉਂਡ ਹੁੰਦੀ ਸੀ, ਹੁਣ 1000 ਤੋਂ ਹੋ ਗਈ ਆ। ਮੈਂ ਕਿਹਾ ਉਹਦੇ 1 ਲੱਖ ਵੀ ਹੋ ਜਾਊਗੀ ਨਾ, ਉਹਦੇ ਉਹ ਵੀ ਘੱਟ ਆ, ਕਿਉਂਕਿ ਜਿਹੜਾ ਲਾਲਚ ਹੁੰਦਾ, ਲਾਲਚ ਤੁਹਾਨੂੰ ਬਚਦਾ ਨਹੀਂਗਾ। ਬੰਦਾ ਲਾਲਚੀ ਕਦੀ ਖੁਸ਼ ਨਹੀਂ ਰਹਿੰਦਾ। ਉਹੀ ਗੱਲ ਬਣ ਜਾਂਦੀ ਜਦੋਂ ਵੀ ਕੁੱਤਾ ਆਪਣੀ ਪੂਛ ਕੋਸ਼ਿਸ਼ ਕਰਦਾ ਫੜਨ ਦੀ, ਨਾ ਫੜਨੀ ਹੁੰਦੀ, ਘੁੰਮੀ ਜਾਣਾ, ਉਹ ਜ਼ਿੰਦਗੀ ਬਣ ਜਾਂਦੀ ਆ। ਤੁਸੀਂ ਵੀ ਆਪਣਾ ਮਰ ਜਾ ਦੇਖੋ ਖਾਲਸਾ ਏਡ, ਹੋਰ ਵੀ ਜਥੇਬੰਦੀਆਂ ਸਿੱਖਾਂ ਦੀਆਂ ਦੁਨੀਆ 'ਚ ਕੀ ਨਾਂ ਆ, ਨਾ ਕਿੱਦਾਂ ਕਮਾਇਆ ਸਿੱਖਾਂ ਲਈ, ਆਪਣੇ ਲਈ, ਸਿੱਖਾਂ ਲਈ ਸੇਵਾ ਕਰਕੇ, ਲੰਗਰ ਚੱਲਦੇ ਦੁਨੀਆ ਦੇ ਵਿੱਚ ਸੇਵਾ ਕਰਕੇ, ਥਾਂ ਲੰਗਰ ਚੱਲਦੇ ਸੇਵਾ ਕਰਕੇ। ਤੁਸੀਂ ਤਾਂ ਆਪਣੀਆਂ ਪ੍ਰਾਈਸਾਂ ਵੀ ਨੋਰਮਲ ਰੱਖ ਸਕਦੇ। ਜਿਹੜਾ ਤੁਹਾਡਾ ਨਫਾ ਪਹਿਲਾਂ ਹੀ ਆ, ਤੁਹਾਨੂੰ ਉਹ ਵੀ ਨਹੀਂ ਬਚਦਾ, ਉਹ ਤੋਂ ਵੀ ਤੁਸੀਂ ਹੁਣ ਉਹ ਤੋਂ ਵੀ ਲਾਲਚ ਦਾ ਵੀ ਅੰਤ ਹੀ ਹੈ ਨਹੀਂ ਤੁਹਾਡਾ ਕੋਈ। ਜਿੱਥੇ ਵੀ ਆਪਣੇ ਪੰਜਾਬੀ ਸਿੱਖਾਂ ਨੇ ਦੁੱਗਣੀ ਤਿੱਗਣੀ ਪ੍ਰਾਈਸ ਕੀਤੀ ਆਟੇ ਦੀ, ਦਾਲਾਂ ਦੀ, ਸਬਜ਼ੀਆਂ ਦੀ, ਉਹ ਜਾ ਕੇ ਫੋਟੋ ਖਿੱਚੋ, ਉਹ ਲਾਓ, ਜਾਂ ਪਹਿਲਾਂ ਪੁੱਛੋ ਜਾ ਕੇ, ਵੀਡੀਓ ਜਾ ਕੇ ਉਹਨੂੰ ਪੁੱਛੋ ਕੈਮਰਾ ਕੇ ਵੀ ਦੇਖੋ ਤੁਸੀਂ ਅੰਕਲ ਜੀ, ਆਂਟੀ ਜੀ, ਆਟਾ ਤੁਸੀਂ ਪਹਿਲਾਂ ਲਾਇਆ ਸੀ $10 ਦਾ, ਤੇ ਹੁਣ ਤੁਸੀਂ 20, 25, 30 ਦਾ ਲਾਤਾ, 40 ਦਾ ਲਾਤਾ।
ਦੱਸੋ ਤੁਹਾਨੂੰ ਆਪਣੀ ਇਨਵੋਇਸ ਦਿਖਾ ਲਓ, ਤੁਹਾਡੀ ਪ੍ਰਾਈਸ ਵੱਧ ਗਈ ਆ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਅਸੀਂ ਨਹੀਂ ਕਹਿੰਦੇ ਜਾ ਕੇ ਫ੍ਰੀ ਦੇਵੋ ਭਈ ਤੁਹਾਡਾ ਸਤਿਆਨਾਸ਼ ਹੋਵੇ, ਤੁਹਾਡਾ ਬਿਜ਼ਨਸ ਘੱਟ ਹੋਵੇ। ਅਸੀਂ ਕਹਿੰਦੇ ਤੁਸੀਂ ਪ੍ਰਾਈਸ ਆਪਣੀ ਬਰਾਬਰ ਰੱਖੋ। ਜਿਹੜੀ ਪ੍ਰਾਈਸ ਆ ਜੇ ਤੁਸੀਂ 20-25% ਲਾ ਲਓ, ਪਰ ਤੁਸੀਂ ਤਾਂ ਬਿਲਕੁਲ ਸਾਡਾ ਤਮਾਸ਼ਾ ਹੀ ਬਣਾ ਦਿੱਤਾ ਸਾਡੀ ਕੌਮ ਦਾ, ਆਪਣੀ ਪੰਜਾਬੀਆਂ ਦਾ ਹੀ। ਜਿਹੜੇ ਪੰਜਾਬੀ ਦਿਲ ਵੱਡੇ, ਘਰ ਖੁੱਲੇ, ਲੰਗਰ ਚੱਲਦੇ, ਅੱਜ ਸਾਡੀਆਂ ਦੁਕਾਨਾਂ ਦੇ ਵਿੱਚ ਮੈਂ ਫੇਰ ਕਹਿਣਾ ਚਾਹੁੰਦਾ ਕਈ ਦੁਕਾਨਾਂ ਹੈਗੀਆਂ, ਉਹ ਦੁਕਾਨਾਂ ਬਹੁਤ ਵਧੀਆ ਪ੍ਰਾਈਸ ਨਹੀਂ ਉਹਨਾਂ ਨੇ ਕੀਤੀ, ਪ੍ਰਾਈਸ ਨਹੀਂ ਵਧਾਈ ਉਹਨਾਂ ਨੇ। ਪਰ ਕਈ ਦੁਕਾਨਾਂ ਇੰਨਾ ਲਾਲਚ ਆ, ਮੈਨੂੰ ਇੰਨੇ ਮੈਸੇਜ ਆ ਰਹੇ ਆ ਕੈਨੇਡਾ, ਅਮਰੀਕਾ ਤੋਂ, ਇੰਗਲੈਂਡ ਤੋਂ ਵੀ, ਦੇਖੋ ਰਵੀ ਭਾਜੀ ਦੇਖੋ ਇੰਨਾ ਆਟਾ ਕਰ ਦਿੱਤਾ, ਅਸੀਂ ਕੀ ਕਰੀਏ, ਸਾਨੂੰ ਮਿਲਦਾ ਨੀਗਾ। ਜੇ ਕੋਈ ਤੁਹਾਡੀ ਜ਼ਿਆਦਾ ਗਰੀਬੀ ਆ, ਤੁਸੀਂ ਇੰਗਲੈਂਡ ਦੇ ਵਿੱਚ ਆ, ਅਮਰੀਕਾ ਵਿੱਚ ਆ, ਕੈਨੇਡਾ ਵਿੱਚ ਆ, ਪਰ ਜਿਹੜੇ ਪੈਸੇ ਵਾਲੇ ਫਾਇਦਾ ਨਹੀਂ ਉਠਾ ਸਕਦੇ, ਕੋਈ ਜ਼ਿਆਦਾ ਗਰੀਬੀ ਸਾਨੂੰ ਕੰਟੈਕਟ ਕਰੋ। ਜਿਹੜੇ ਜ਼ਿਆਦਾ ਗਰੀਬ ਆ, ਸਾਡੇ ਉਹ ਵੀ ਬੰਦੇ ਹੈਗੇ ਅਮੀਰ ਆ ਜਿਹੜੇ ਸਾਨੂੰ ਕਹਿੰਦੇ ਵੀ ਸਾਨੂੰ ਦੇਵੋ। ਤੁਹਾਡੇ ਘਰ ਆ ਕੇ ਚੈੱਕ ਕਰਾਂਗੇ, ਕੋਈ ਭੁੱਖਾ ਨਹੀਂ ਮਰੂਗਾ। ਅਸੀਂ ਆਪ ਜੋ ਮਰਜ਼ੀ ਸਾਨੂੰ ਹੋਵੇ, ਕੋਈ ਭੁੱਖਾ ਨਹੀਂ ਮਰੂਗਾ। ਪਰ ਸਾਡੀ ਕੌਮ ਅੱਜ ਇੰਨੀ ਤਕੜੀ ਕੌਮ, ਬਸ ਇੱਕ ਬਿਮਾਰੀ ਆ ਗਈ, ਸਾਡੇ ਗੁਰੂਆਂ ਨੇ ਜਾ ਕੇ ਬਿਮਾਰੀ ਜਿੱਥੇ ਫੈਲੀ ਜਾ ਕੇ ਸੇਵਾ ਕੀਤੀ, ਸਾਡੇ ਗੁਰੂਆਂ ਨੇ ਜਾ ਕੇ ਜੰਗ ਲੜੇ, ਸਾਡੇ ਗੁਰੂਆਂ ਨੇ ਕੁਛ ਨਹੀਂ ਰੱਖਿਆ ਜੇਬ ਦੇ ਵਿੱਚ। ਅਸੀਂ ਕਹਿੰਦੇ ਤੁਸੀਂ ਆਪਣਾ ਨਫਾ ਰੱਖ ਲਓ, ਆਪਣਾ ਪ੍ਰੋਫਿਟ ਰੱਖ ਲਓ, ਤੁਸੀਂ ਹੋਰ ਕਾਹਦੇ ਘੜੀ ਵਧਾਈ ਜਾਂਦੇ ਆ। ਹੁਣ ਜਿਹੜੇ ਹੱਥ ਧੋਣ ਵਾਲੇ ਹੁੰਦੇ, ਜਿਹੜੇ ਹੈਂਡ ਸੈਨੀਟਾਈਜ਼ਰ, UK, ਇੰਗਲੈਂਡ, ਅਮਰੀਕਾ ਵਿੱਚ ਸਾਡੇ ਬੰਦਿਆਂ ਨੇ ਜਿਹੜੇ 2-3 ਪਾਉਂਡ ਦੀ ਚੀਜ਼ ਹੁੰਦੀ ਆ, 25-25, 30-30 ਪਾਉਂਡ ਦੀ ਲਾਈ ਉਹ ਆ, ਪਿੱਛੇ ਦੀ ਨਫਾ ਬਣਾ ਲਈਏ। ਤੇ ਲੋਕ ਡਰਦੇ ਆ, ਲੋਕ ਵਿਚਾਰੇ ਇਸ ਵੇਲੇ ਬਹੁਤ ਗੰਭੀਰਤਾ ਵਿੱਚ ਆ, ਬਹੁਤ ਹੀ ਦੁੱਖ ਆ ਉਹਨਾਂ ਨੂੰ, ਬਹੁਤ ਡਰਦੇ ਆ। ਉਹਨੀ 25 ਲੋਕ ਦਿੰਦੇ ਵੀ ਆ। ਸਾਡੇ ਵਰਗੇ ਜਿਹੜੇ ਪਰਿਵਾਰ ਆ, ਸਾਡੇ ਬਜ਼ੁਰਗ ਆ, ਸਾਡੀ ਮਾਂ ਬਜ਼ੁਰਗ ਆ, ਸਾਡੇ ਬੱਚੇ ਵੀ ਬਿਮਾਰ ਹੋ ਸਕਦੇ ਫੈਮਿਲੀ ਵਿੱਚ, ਉਹ ਦੇ ਰਹੇ ਆ ਕਿਉਂਕਿ ਉਹ ਡਰਦੇ ਆ ਵਿਚਾਰੇ ਵੀ ਸਾਨੂੰ ਕੁਛ ਨਾ ਹੋ ਜਾਵੇ। ਜੇ ਤੁਸੀਂ ਲੰਗਰ ਨਹੀਂ ਚਲਾ ਸਕੇ, ਤੁਸੀਂ ਸੇਵਾ ਵੀ ਨਹੀਂ ਕਰ ਸਕੇ, ਤੁਸੀਂ ਆਪਣੀ ਜਿਹੜੀ ਬਿਜ਼ਨਸ ਕਰੋ। ਪਰ ਜਿਹੜੀ ਬਿਜ਼ਨਸ 'ਚ ਤੁਸੀਂ ਅੱਜ ਤੁਰੇ ਹੋ, ਸੱਚਾ ਸੌਦਾ ਦੇਖੋ, ਆਪਣੀ ਕੌਮ ਦਾ ਦੇਖੋ। ਜਿੱਥੇ ਸਾਡੇ ਸਿੱਖਾਂ ਦੀਆਂ ਸੰਸਥਾ ਥਾਂ ਜਾ ਕੇ ਇਸ ਵੇਲੇ ਲੰਗਰ ਲੈ ਕੇ ਤੁਰੇ ਹੋ ਆ, ਸਾਡੀ ਇੰਡੀਆ ਦੀ ਟੀਮ ਹੋਵੇ, ਪੰਜਾਬ ਦੀ ਟੀਮ ਹੋਵੇ, ਅਸੀਂ ਇੱਥੇ UK ਵਿੱਚੋਂ ਗਰੀਬਾਂ ਨੂੰ ਫ੍ਰੀ ਖਾਣਾ ਲਿਆ ਕੇ ਖਰੀਦ ਕੇ ਅਸੀਂ ਫ੍ਰੀ ਲੰਗਰ ਦਿੰਦੇ। ਆ ਲਓ ਜੀ, ਗੋਰੇ ਹੋਣ, ਚਿੱਟੇ ਹੋਣ, ਜੇ ਮਰਜ਼ੀ ਹੋਣ, ਈਸਾਈ ਹੋਣ, ਕਿਉਂਕਿ ਇਸ ਵੇਲੇ ਜਿਹੜੇ 2-3 ਮਹੀਨੇ ਲੰਘਣੇ ਆ ਬਹੁਤ ਔਖੇ ਲੰਘਣੇ ਆ। ਜਿਹੜੇ ਇਟਲੀ ਸਿੱਖ ਰਹਿੰਦੇ ਤੁਹਾਨੂੰ ਦੱਸ ਦੂਗਾ ਕਿੰਨਾ ਔਖਾ ਆ। ਪੰਜਾਬ ਦੇ ਇੰਡੀਆ 'ਚ ਇੰਨੀ ਫੈਲੀ ਨਹੀਂ ਹਾਲੇ ਤੱਕ ਬਿਮਾਰੀ ਜਿੰਨੀ ਫੈਲ ਸਕਦੀ ਆ। ਫਿਰ ਤੁਸੀਂ ਕੀ ਕਰੋਗੇ? ਹਰ ਇੱਕ ਦੁਕਾਨ ਦਾ ਜਿਹੜਾ ਇੰਨੀ ਛਿੱਲ ਆਉਂਦਾ ਹੈ ਆਪਣੀ ਸੰਗਤ ਦੀ ਤੇ ਲੋਕਾਂ ਦੀ, ਉਹਨੂੰ ਸਵਾਲ ਪੁੱਛੋ। ਜਦੋਂ ਟਾਈਮ ਆ ਗਿਆ, ਜਦੋਂ ਇਹ ਵਾਇਰਸ ਪਿੱਛੇ ਹਟ ਗਈ, ਜਦੋਂ ਬਿਮਾਰੀ ਹਟ ਗਈ, 2-3 ਮਹੀਨੇ ਦੀ ਗੱਲ ਆ, 4 ਮਹੀਨੇ ਕਹ ਲਓ, 5 ਮਹੀਨੇ, ਇਹ ਦੁਕਾਨਾਂ ਨੂੰ ਤੁਸੀਂ ਬੋਇਕਾਟ ਕਰੋ, ਮੁੜ ਕੇ ਨਾ ਜਾਓ ਦੁਕਾਨਾਂ ਦੇ। ਜਿਹੜੀ ਇਸ ਵੇਲੇ ਸਾਨੂੰ ਜਿੱਥੇ ਲੋੜ ਆ ਛਿੱਲ ਆ ਰਹੀ ਆ, ਉਹ ਦੁਕਾਨਾਂ ਨੂੰ ਤੁਸੀਂ ਦੂਰ ਰਹੋ। ਦੁਕਾਨਾਂ ਤੋਂ ਤੁਸੀਂ ਮੁੜ ਕੇ ਜਾਣਾ ਦੁਕਾਨਾਂ ਬੰਦ ਹੀ ਹੋ ਜਾਣਾ ਚੰਗਾ ਹੋ ਜਾਊਗਾ। ਕਿਉਂਕਿ ਇੱਕ ਪਾਸੇ ਲੁੱਟਮਾਰ, ਦੂਜੇ ਪਾਸੇ ਬੇਇੱਜ਼ਤੀ। ਇੱਕ ਪਾਸੇ ਮੈਂ ਤੁਹਾਨੂੰ ਜਿੱਦਾਂ ਕਿਹਾ, ਇੱਕ ਪਾਸੇ ਲੰਗਰ ਛਕਾਉਣੀ ਦੁਨੀਆ ਨੂੰ ਜਾ ਕੇ, ਸਾਰੀ ਦੁਨੀਆ ਵਿੱਚ, ਤੇ ਦੂਜੇ ਜਾ ਕੇ ਤੁਸੀਂ ਜਦ ਪ੍ਰਾਈਸ ਤਾਂ ਇੰਨੀਆਂ ਵਧਾਈ ਜਾਂਦੇ ਆ ਵੀ ਆਮ ਬੰਦਾ ਕੋਈ ਇੱਥੇ ਪੈਸੇ ਆਟਾ ਉਟਾ ਡਰਦਾ ਖਰੀਦ ਨਹੀਂ ਸਕਦੇ। ਸੋ ਜਿਹੜੀਆਂ ਸਬਜ਼ੀਆਂ, ਦਾਲਾਂ, ਜਿਹੜੇ ਲੰਗਰ 'ਚ ਰੋਜ਼ ਚੱਲਦੀਆਂ, ਹੁਣ ਲੰਗਰ ਵੀ ਬੰਦ ਹੋ ਗਏ ਕਿਉਂਕਿ ਗੌਰਮੈਂਟ ਦੇ ਆਰਡਰ ਆ ਗਏ ਥਾਂ ਤੇ ਥੋੜੇ ਬੰਦੇ ਇਕੱਠੇ ਨਹੀਂ ਹੋ ਸਕਦੇ। ਜਿੱਥੇ ਤੁਸੀਂ ਆਪਣੇ ਸੇਵਾ ਕਰ ਸਕਦੇ, ਜੇ ਆਪਣੇ ਤੁਹਾਡੇ ਕਮਿਊਨਿਟੀ ਵਿੱਚ, ਮੇਰਾ ਇਹੀ ਚੈਲੰਜ ਹੈ, ਤੁਸੀਂ ਅਮਰੀਕਾ, ਕੈਨੇਡਾ, UK, ਜਿੱਥੇ ਸਾਡੀ ਟੀਮ ਆ, ਇੰਡੀਆ, ਕੋਈ ਵੀ ਗਰੀਬ ਆ, ਉਹਨੂੰ ਰੋਟੀ ਨਹੀਂ ਮਿਲ ਰਹੀ, ਤੁਹਾਨੂੰ ਪੁੱਛੋ। 50 ਗਰੀਬ ਸਾਡੀ ਗਲੀ ਦਾ ਗਰੀਬ ਆ, ਇਹ ਟਾਈਮ ਆ ਗਿਆ ਤੁਹਾਡੇ ਵੰਡ ਕੇ ਛਕਣ ਦਾ। ਹੁਣ ਇੱਕ ਬਿਮਾਰੀ ਜਿਹੜੀ 2-3-4 ਮਹੀਨਿਆਂ ਨੂੰ ਅਫੈਕਟ ਕਰੂਗੀ, ਅਸੀਂ 3-4 ਮਹੀਨੇ ਆਪਣੀ ਜ਼ਿੰਦਗੀ ਵਿੱਚ ਕੱਢ ਨਹੀਂ ਸਕਦੇ ਭਈ ਅਸੀਂ ਆਪਣੇ ਇਲਾਕੇ ਦੇ ਗਰੀਬਾਂ ਨੂੰ, ਆਪਣੇ ਗਲੀ ਦੇ ਗਰੀਬਾਂ ਨੂੰ, ਆਪਣੇ ਪਿੰਡ ਦੇ ਗਰੀਬਾਂ ਨੂੰ ਨਾਲ ਰੱਖੀਏ, ਆਪਣੇ ਨਾਲ ਲਾਈਏ। ਤੁਸੀਂ ਇਕੱਲੇ ਨਹੀਂ ਗਏ। ਜੇ ਇੱਕ ਪਰਿਵਾਰ ਤੁਹਾਡੀ ਗਲੀ 'ਚ 4-5 ਬੱਚੇ ਆ, ਉਹ ਵਿਚਾਰਾ ਮਜ਼ਦੂਰ ਆ, ਹੁਣ ਸਾਰਾ ਕੰਮ ਬੰਦ ਹੋ ਗਿਆ,
ਉਹਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਨਹੀਂਗਾ। ਤੁਸੀਂ ਉਹਦੇ ਕੋਲ ਜਾਵੋ, ਭਾਈ ਦੱਸੋ ਤੁਹਾਨੂੰ ਕੀ ਲੋੜ ਆ। ਜੇ ਤੁਸੀਂ ਨਹੀਂ ਕਰ ਸਕਦੇ ਉਹ ਖਾਣ ਪੀਣ ਦੀ ਲੋੜ, ਫਿਰ ਖਾਲਸਾ ਨੂੰ ਮੈਸੇਜ ਕਰੋ। ਸਾਡੇ ਪਰਿਵਾਰ ਆ ਗਲੀ ਦੇ ਵਿੱਚ, ਬਹੁਤ ਬੁਰਾ ਹਾਲ ਆ, ਬੱਚੇ ਆ, ਯੰਗ ਆ, ਬਜ਼ੁਰਗ ਆ, ਰੋਟੀ ਦੀ ਮਾੜੀ ਜਿਹੀ ਡਿਫੀਕਲਟ ਆ ਗਈ ਆ ਕਿਉਂਕਿ ਕੰਮ ਹੈ ਨਹੀਂਗਾ।